ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਫਿਰ ਓਸ਼ੋ ਦੇ ਵਿਚਾਰਾਂ ਬਾਰੇ। ਭਾਰਤ ਨੇ ਹੁਣ ਤੱਕ ਜਿੰਨੇ ਵੀ ਵਿਚਾਰਕ ਪੈਦਾ ਕੀਤੇ ਨੇ ਨਾ ਜੀ, ਸਭ ਤੋਂ ਅਲੱਗ ਤੇ ਵਡਮੁੱਲੇ ਵਿਚਾਰਕ ਹੋਏ ਨੇ ਜੀ ਓਸ਼ੋ ਜੀ। ਉਹਨਾਂ ਦੀ ਇੱਕ ਸਭ ਤੋਂ ਵਧੀਆ ਵਿਚਾਰਾਂ ਦੀ ਆਪਾਂ ਗੱਲਾਂ ਕਰਾਂਗੇ ਅੱਜ, ਜਿਹਦੇ ਵਿੱਚ ਕਰਮ, ਗਿਆਨ, ਭਗਤੀ ਇਹ ਸਭ ਮਨ ਦੀਆਂ ਖੇਡਾਂ ਨੇ ਜੀ। ਮੇਰੇ ਪਿਆਰੇ, ਆਪਣੇ ਹਨੇਰੀ ਰਾਤ ਹੋਵੇ ਤਾਂ ਸਵੇਰ ਦੀ ਆਸ ਹੁੰਦੀ ਹੈ। ਆਦਮੀ ਵੀ ਇੱਕ ਹਨੇਰੀ ਰਾਤ ਹੈ ਤੇ ਉਸ ਵਿੱਚ ਵੀ ਸਵੇਰ ਦੀ ਆਸ ਕੀਤੀ ਜਾ ਸਕਦੀ ਹੈ। ਬੀਜ ਹੋਵੇ ਤਾਂ ਅੰਕੁਰਿਤ ਹੋ ਸਕਦਾ ਹੈ, ਵਿਕਸਿਤ ਹੋ ਸਕਦਾ ਬੀਜ। ਆਦਮੀ ਵੀ ਇੱਕ ਬੀਜ ਹੈ ਤੇ ਉਸ ਵਿੱਚ ਵਿਕਾਸ ਦੇ ਸੁਪਨੇ ਦੇਖੇ ਜਾ ਸਕਦੇ ਨੇ। ਲੇਕਿਨ ਮਨੁੱਖ ਆਮ ਤੌਰ ਤੇ ਬੀਜ ਹੀ ਰਹਿ ਜਾਂਦਾ ਹੈ ਅਤੇ ਬਿਰਛ ਨਹੀਂ ਹੋ ਪਾਉਂਦਾ। ਆਮ ਤੌਰ ਤੇ ਮਨੁੱਖ ਕੰਡਿਆਂ ਨਾਲ ਭਰਿਆ ਹੋਇਆ ਇੱਕ ਪੌਦਾ ਹੀ ਰਹਿ ਜਾਂਦਾ ਹੈ ਅਤੇ ਫੁੱਲ ਨਹੀਂ ਖਿੜ ਪਾਉਂਦੇ। ਆਮ ਤੌਰ ਤੇ ਮਨੁੱਖ ਬੀਜ ਹੀ ਰਹਿ ਜਾਂਦਾ ਹੈ ਤੇ ਪੌਦਾ ਨਹੀਂ ਬਣ ਪਾਉਂਦਾ। ਹਨੇਰੀ ਰਾਤ ਹੀ ਰਹਿ ਜਾਂਦਾ ਮਨੁੱਖ ਅਤੇ ਪ੍ਰਭਾਤ ਕਦੇ ਨਹੀਂ ਹੋ ਪਾਉਂਦਾ। ਇੱਕ ਸੁਪਨਾ ਹੀ ਰਹਿ ਜਾਂਦਾ ਮਨੁੱਖ ਅਤੇ ਸੱਚ ਕਦੇ ਨਹੀਂ ਬਣ ਸਕਦਾ। ਇਸ ਲਈ ਹਰੇਕ ਮਨੁੱਖ ਦੇ ਸਾਹਮਣੇ ਸਵਾਲ ਹੈ ਕਿ ਮਾਰਗ ਕੀ ਹੈ। ਕਿਵੇਂ ਅਸੀਂ ਪਹੁੰਚੀਏ ਉਸ ਤੱਕ ਜਿਸ ਨੂੰ ਹੋ ਜਾਣ ਤੋਂ ਬਾਅਦ ਕੁਝ ਵੀ ਹੋਰ ਹੋ ਜਾਣ ਦੀ ਖਾਹਿਸ਼ ਬਾਕੀ ਨਹੀਂ ਰਹਿ ਸਕਦੀ। ਕਿਵੇਂ ਉਸ ਨੂੰ ਪਾ ਲਈਏ ਜਿਸ ਨੂੰ ਪਾ ਲੈਣ ਤੋਂ ਬਾਅਦ ਅਸੀਂ ਕੁਝ ਹੋਰ ਪਾਉਣ ਦੀ ਇੱਛਾ ਰਹੇ ਨਾ ਸਾਡੇ ਕੋਲ। ਕਿਵੇਂ ਉਹ ਮੰਜ਼ਰ ਮਿਲ ਜਾਏ ਜਿੱਥੇ ਅਸੀਂ ਆਪਣਾ ਪੂਰੇ ਸਰੂਪ ਨੂੰ ਪਹੁੰਚਾ ਸਕਾਂਗੇ। ਜੋ ਅਸੀਂ ਹੋਣ ਨੂੰ ਪੈਦਾ ਹੋਏ ਸੀ ਉਹ ਹੋ ਸਕਾਂਗੇ। ਕਿੱਥੇ ਹੈ ਰਸਤਾ? ਕਿਹੜਾ ਹੈ ਰਸਤਾ? ਸਭ ਤੋਂ ਵੱਡੀ ਕਠਿਨਾਈ ਹੈ ਉਹ ਇਹ ਹੈ ਕਿ ਜੀਵਨ ਆਕਾਸ਼ ਦੀ ਤਰ੍ਹਾਂ ਹੈ, ਜੀਵਨ ਦੀ ਤਰ੍ਹਾਂ ਨਹੀਂ। ਕਾਸ਼ ਜ਼ਮੀਨ ਦੀ ਤਰ੍ਹਾਂ ਹੁੰਦਾ ਤਾਂ ਮਹਾਂਵੀਰ ਤੁਰਦੇ ਹਨ, ਬੁੱਧ ਤੁਰਦੇ ਹਨ, ਕ੍ਰਿਸ਼ਨ ਤੁਰਦੇ ਹਨ, ਕ੍ਰਾਈਸਟ ਤੁਰਦੇ ਹਨ। ਰਸਤੇ ਬਣ ਗਏ ਹੁੰਦੇ, ਉਹਨਾਂ ਦੀਆਂ ਪੈੜਾਂ ਬਣ ਗਈਆਂ ਹੁੰਦੀਆਂ। ਲੱਖਾਂ ਲੋਕ ਤੁਰੇ ਹੁੰਦੇ ਅਤੇ ਪਹੁੰਚੇ ਹੁੰਦੇ। ਪਗਡੰਡੀਆਂ ਬਣ ਗਈਆਂ ਹੁੰਦੀਆਂ ਅਤੇ ਕੋਈ ਕਾਰਨ ਨਹੀਂ ਸੀ। ਅਸੀਂ ਪੱਕੇ ਰਸਤੇ ਵੀ ਬਣਾ ਲੈਂਦੇ ਉਸ ਮੰਦਿਰ ਤੱਕ ਪਹੁੰਚਣ ਲਈ। ਲੇਕਿਨ ਇਹ ਹੋ ਨਹੀਂ ਸਕਿਆ ਕਿਉਂਕਿ ਜੀਵਨ ਆਕਾਸ਼ ਦੀ ਤਰ੍ਹਾਂ ਹੈ, ਜਿਸ ਵਿੱਚ ਪੰਛੀ ਉੱਡਦੇ ਹਨ ਤੇ ਉਹਨਾਂ ਦੀਆਂ ਪੈੜਾਂ ਨਹੀਂ ਬਣਦੀਆਂ। ਪੰਛੀ ਉੱਡ ਜਾਂਦਾ ਹੈ, ਪਿੱਛੇ ਕੋਈ ਚਿੰਨ੍ਹ ਨਹੀਂ ਛੁੱਟ ਜਾਂਦੇ। ਪੰਛੀ ਪਹੁੰਚ ਜਾਂਦੇ ਹਨ, ਰਸਤਾ ਨਹੀਂ ਬਣ ਪਾਉਂਦਾ ਅਤੇ ਪੰਛੀ ਫਿਰ ਦੂਜੇ ਪੰਛੀ ਦੇ ਉੱਡਣਾ ਹੋਵੇ ਤਾਂ ਫਿਰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ। ਬੱਧੇ ਹੋਏ ਰਸਤੇ ਤੋਂ ਨਹੀਂ, ਆਕਾਸ਼ ਵਿੱਚ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਇਹ ਦੁਰਭਾਗਿਆ ਹੈ ਕਿ ਸੁਭਾਗ ਵੀ ਹੈ, ਦੁਰਭਾਗ ਵੀ ਹੈ। ਇਸ ਲਈ ਇੱਕ ਬੱਧਾ ਹੋਇਆ ਰਸਤਾ ਵੀ ਨਹੀਂ ਹੈ। ਸੁਭਾਗ ਇਸ ਲਈ ਨਹੀਂ ਹੈ ਕਿ ਜੇ ਬੱਧਾ ਹੋਇਆ ਰਸਤਾ ਹੁੰਦਾ ਤਾਂ ਉਸ ਮੰਦਿਰ ਤੱਕ ਪਹੁੰਚਣ ਦਾ ਸਾਰਾ ਆਨੰਦ ਨਸ਼ਟ ਹੋ ਜਾਂਦਾ। ਕਿਉਂਕਿ ਉਸ ਮੰਦਿਰ ਤੱਕ ਪਹੁੰਚਣ ਦਾ ਜੋ ਆਨੰਦ ਹੈ ਨਾ, ਉਹ ਪਹੁੰਚਣ 'ਚ ਘੱਟ, ਪਹੁੰਚਣ ਦੀ ਯਾਤਰਾ ਵਿੱਚ ਜ਼ਿਆਦਾ ਹੈ। ਉਸ ਮੰਦਿਰ ਦਾ ਜੋ ਸੁਹੱਪਣ ਹੈ ਉਸ ਮੰਦਿਰ ਤੱਕ ਪਹੁੰਚਣ ਦੀ ਖੋਜ ਤੋਂ ਹੀ ਪੈਦਾ ਹੁੰਦਾ ਹੈ। ਉਸ ਸੱਚ ਦੀ ਜੋ ਪ੍ਰਾਪਤੀ ਹੈ ਉਹ ਉਸ ਸੱਚ ਨੂੰ ਜਨਮ ਦੇਣ ਦੀ ਜੋ ਜੰਮਣ ਪੀੜ ਹੈ ਨਾ, ਉਸ ਤੋਂ ਹੀ ਮਿਲਦੀ ਹੈ। ਤਾਂ ਮੇਰੀ ਦ੍ਰਿਸ਼ਟੀ ਵਿੱਚ ਦੁਰਭਾਗ ਹੀ ਹੁੰਦਾ ਹੈ ਕਿ ਜੇਕਰ ਰਸਤਾ ਬਣ ਜਾਂਦਾ ਹੈ, ਕਿਉਂਕਿ ਬੱਧੇ ਹੋਏ ਰਸਤੇ ਰੇਲ ਦੀਆਂ ਪਟੜੀਆਂ ਦੀ ਤਰ੍ਹਾਂ ਸਾਨੂੰ ਵੀ ਉੱਥੇ ਪਹੁੰਚਾ ਦਿੰਦੇ ਨੇ, ਭਗਵਾਨ ਦੇ ਦੁਆਰ ਤੱਕ, ਸੱਚ ਤੱਕ, ਸੁਹੱਪਣ ਤੱਕ, ਪ੍ਰੇਮ ਤੱਕ। ਲੇਕਿਨ ਤਦ ਤੱਕ ਉਹ ਮੰਦਿਰ ਬਾਸਾ ਅਤੇ ਉਧਾਰਾ ਹੁੰਦਾ ਹੈ। ਉਸ ਦੀ ਤਾਜ਼ਗੀ ਅਤੇ ਨਵਾਂਪਣ ਖੋ ਗਿਆ ਹੁੰਦਾ ਹੈ। ਪਰਮਾਤਮਾ ਦੀ ਬੜੀ ਕਿਰਪਾ ਹੈ ਕਿ ਜੀਵਨ ਜ਼ਮੀਨ ਦੀ ਤਰ੍ਹਾਂ ਨਹੀਂ, ਆਕਾਸ਼ ਦੀ ਤਰ੍ਹਾਂ ਹੈ, ਜਿੱਥੇ ਕੋਈ ਪੈੜਾਂ ਨਹੀਂ ਬਣਦੀਆਂ। ਲੇਕਿਨ ਆਦਮੀ ਮਾਰਗ ਖੋਜਣਾ ਚਾਹੁੰਦਾ ਹੈ, ਕਿਵੇਂ ਪਹੁੰਚੇ। ਅਤੇ ਜਿਵੇਂ ਹੀ ਕੋਈ ਸੋਚਣਾ ਸ਼ੁਰੂ ਕਰਦਾ ਹੈ, ਉਸ ਨੂੰ ਦਿਖਾਈ ਦੇਣ ਲੱਗ ਪੈਂਦਾ ਕਿ ਜੀਵਨ ਅਰਥਹੀਨ ਹੈ, ਕੋਈ ਅਰਥ ਨਹੀਂ ਜਾਪਦਾ। ਹਰ ਪਾਸੇ ਹਨੇਰਾ ਹੀ ਹਨੇਰਾ, ਕੋਈ ਰੋਸ਼ਨੀ ਨਹੀਂ ਦਿਸਦੀ। ਕਿਉਂਕਿ ਜਿਉਂ ਰਹੇ ਹਾਂ, ਕਿਉਂ ਪੈਦਾ ਹੋਏ ਸੀ, ਇਸ ਦੇ ਪਿੱਛੇ ਕੋਈ ਕਾਰਨ ਨਹੀਂ ਦਿਖਾਈ ਪੈਂਦਾ। ਸਭ ਮੀਨ ਕਲੇਸ਼ ਐਬਸਰਡ, ਨਾ ਕੋਈ ਅਰਥ, ਨਾ ਕੋਈ ਸੰਗਤੀ। ਜੋ ਵੀ ਸੋਚਦਾ ਹੈ ਉਸ ਨੂੰ ਅਜਿਹਾ ਹੀ ਦਿਖਾਈ ਪੈਣਾ ਸ਼ੁਰੂ ਹੁੰਦਾ ਹੈ ਕਿ ਸੁਭਾਵਕ ਹੀ ਹੈ ਕਿ ਉਹ ਪੁੱਛੇ ਕਿ ਰਸਤਾ ਹੈ ਕੋਈ। ਤਿੰਨ ਰਸਤਿਆਂ ਦੇ ਸੰਬੰਧ ਵਿੱਚ ਆਦਮੀ ਨੇ ਹਜ਼ਾਰਾਂ ਸਾਲਾਂ ਤੋਂ ਵਿਚਾਰ ਕੀਤਾ ਹੈ। ਉਹਨਾਂ ਤਿੰਨ ਰਸਤਿਆਂ ਵਿੱਚ ਦੁਨੀਆ ਦੇ ਸਾਰੇ ਰਸਤੇ ਸਮੋਏ ਜਾਂਦੇ ਹਨ।
ਉਹਨਾਂ ਤਿੰਨਿਆਂ ਰਸਤਿਆਂ ਦੇ ਨਾਮ ਅਸੀਂ ਵੀ ਸੁਣ ਰੱਖੇ ਹਨ। ਤਿੰਨ ਹੀ ਰਸਤੇ ਕਿਉਂ ਇੰਨੇ ਮਹੱਤਵਪੂਰਨ ਹੋ ਗਏ ਹਨ? ਰਸਤੇ ਹੋਣ ਦੇ ਕਾਰਨ ਨਹੀਂ, ਆਦਮੀ ਦਾ ਮਨ ਤਿੰਨ ਪਰਤਾਂ ਵਿੱਚ ਵੰਡਿਆ ਹੋਇਆ ਹੈ। ਇਸ ਲਈ ਆਦਮੀ ਦੇ ਮਨ ਦੇ ਤਿੰਨ ਕੇਂਦਰ, ਤਿੰਨ ਪਰਤਾਂ, ਤਿੰਨ ਚੱਕਰ ਹਨ। ਜੋ ਆਦਮੀ ਦੇ ਮਨ ਵਿੱਚ ਅਸੀਂ ਪ੍ਰਵੇਸ਼ ਕਰੀਏ ਤਾਂ ਉਸਦਾ ਪਹਿਲਾ ਦਾਇਰਾ ਕਰਮ ਦਾ ਹੈ। ਬਿਨਾਂ ਕੰਮ ਦੇ ਰਹਿਣਾ ਮੁਸ਼ਕਲ ਹੈ। ਮਨ ਬਿਨਾਂ ਕੰਮ ਦੇ ਛਿਨ ਵੀ ਰਹਿ ਨਹੀਂ ਸਕਦਾ। ਇਸ ਲਈ ਜੋ ਕੰਮ ਨਾ ਹੋਵੇ ਤਾਂ ਆਦਮੀ ਬੇਕਾਰ ਕੰਮ ਲੱਭ ਲੈਂਦਾ ਹੈ। ਕਦੇ ਮੈਂ ਦੇਖਦਾ ਹਾਂ ਸਫ਼ਰ ਵਿੱਚ ਮੇਰੇ ਨਾਲ ਇੱਕ ਹੀ ਯਾਤਰੀ ਮੇਰੇ ਨਾਲ ਹੁੰਦਾ ਹੈ ਤਾਂ ਮੈਂ ਦੇਖਦਾ ਕਿ ਜਿਸ ਅਖਬਾਰ ਨੂੰ ਉਹ 2 ਦਫੇ ਪੜ੍ਹ ਚੁੱਕਾ ਹੈ ਉਸਨੂੰ ਫਿਰ ਤੀਜੀ ਵਾਰ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਅਖਬਾਰ ਨੂੰ ਉਹ 2 ਵਾਰ ਪੜ੍ਹ ਚੁੱਕਾ ਹੈ, ਉਹ ਤੀਜੀ ਵਾਰ ਉਸ ਅਖਬਾਰ ਨੂੰ ਕਿਉਂ ਪੜ੍ਹਦਾ ਹੈ? ਮਨ ਬਿਨਾਂ ਕੰਮ ਦੇ ਇੱਕ ਛਿਨ ਨਹੀਂ ਜਿਉ ਸਕਦਾ। ਮਨ ਨੂੰ ਕੰਮ ਚਾਹੀਦਾ ਹੈ। ਹਾਲਾਂਕਿ ਅਸੀਂ ਸਾਰੇ ਸੋਚਦੇ ਹਾਂ ਕਿ ਕੰਮ ਤੋਂ ਮੁਕਤੀ ਹੋ ਜਾਵੇ ਤਾਂ ਕਿੰਨਾ ਚੰਗਾ ਹੈ, ਪਰ ਜੇ ਕੰਮ ਤੋਂ ਮੁਕਤੀ ਹੋ ਜਾਵੇ ਤਾਂ ਅਸੀਂ ਜਿੰਨੀ ਪਰੇਸ਼ਾਨੀ ਵਿੱਚ ਪਾਵਾਂਗੇ ਉਨੀ ਪਰੇਸ਼ਾਨੀ ਕਦੇ ਜ਼ਿੰਦਗੀ ਵਿੱਚ ਆ ਹੀ ਨਹੀਂ ਸਕਦੀ। ਫਿਰ ਨਿਰੇ ਵਿਅਰਥ ਕੰਮ ਖੋਜਣੇ ਪੈਣਗੇ। ਆਦਮੀ ਤਾਸ਼ ਖੇਡੇਗਾ ਤੇ ਜੇ ਕੋਈ ਦੂਜਾ ਖੇਡਣ ਵਾਲਾ ਨਾ ਮਿਲੇ ਤਾਂ ਆਦਮੀ ਇਕੱਲਾ ਵੀ ਤਾਸ਼ ਖੇਡਦਾ ਹੈ। ਦੋਹਾਂ ਪਾਸਿਆਂ ਤੋਂ ਚੱਲਦਾ ਹੈ। ਉਹ ਵਿਰੋਧੀ ਵੱਲੋਂ ਵੀ ਪੱਤੇ ਚੱਲਦਾ ਹੈ ਤੇ ਆਪਣੀ ਤਰਫੋਂ ਵੀ ਪੱਤੇ ਚੱਲਦਾ ਹੈ। ਉਸ ਵਿਰੋਧੀ ਦੀ ਤਰਫੋਂ ਜੋ ਹੈ ਹੀ ਨਹੀਂ, ਕੋਈ ਕੰਮ ਚਾਹੀਦਾ ਹੈ। ਜੋ ਮਨ ਦਾ ਪਹਿਲਾ ਦਾਇਰਾ ਹੈ ਨਾ, ਉਹ ਕਰਮ ਦੀ ਮੰਗ ਕਰਦਾ ਹੈ, ਕੰਮ ਦਿਓ। ਇਸ ਲਈ ਇੱਕ ਰਸਤਾ ਕਰਮ ਦਾ ਬਣ ਗਿਆ ਹੈ, ਉਹ ਮਨ ਦੀ ਮੰਗ ਹੈ ਤੇ ਅਸੀਂ ਰਿਚੁਅਲ ਪੈਦਾ ਕੀਤਾ ਹੈ, ਕਰਮਕਾਂਡ ਪੈਦਾ ਕੀਤਾ ਹੈ, ਪੂਜਾ ਹੈ, ਤਪੱਸਿਆ ਹੈ, ਆਸਣ ਹੈ, ਯੋਗ ਹੈ। ਅਸੀਂ 25 ਤਰ੍ਹਾਂ ਦੇ ਕੰਮ ਵਿਕਸਿਤ ਕੀਤੇ ਹੋਏ ਨੇ ਪ੍ਰਮਾਤਮਾ ਤੱਕ ਪਹੁੰਚਣ ਲਈ, ਲੇਕਿਨ ਕੋਈ ਪ੍ਰਮਾਤਮਾ ਤੱਕ ਪਹੁੰਚ ਹੀ ਨਹੀਂ ਸਕਿਆ। ਸੋਚਿਆ ਕਦੇ ਕਿਉਂ? ਕਿਉਂਕਿ ਸਭ ਮਨ ਦੀਆਂ ਖਾਹਿਸ਼ਾਂ ਦੀ ਤ੍ਰਿਪਤੀ ਕਰਦੇ ਹਨ। ਸਾਰੇ ਕੰਮ ਅਤੇ ਮਨ ਤੋਂ ਉੱਪਰ ਉੱਠੇ ਬਿਨਾਂ ਕੋਈ ਸੱਚ ਹੱਕ ਪਹੁੰਚ ਹੀ ਨਹੀਂ ਸਕਦਾ ਜੀ, ਨਾ ਪ੍ਰਭੂ ਤੱਕ ਪਹੁੰਚ ਸਕੇ। ਮਨ ਕਹਿੰਦਾ ਹੈ ਕੰਮ ਚਾਹੀਦਾ ਹੈ। ਅਸੀਂ ਕਹਾਣੀਆਂ ਸੁਣੀਆਂ ਨੇ ਕਿ ਜੇ ਕੋਈ ਭੂਤ ਪ੍ਰੇਤ ਨਾਲ ਦੋਸਤੀ ਬਣਾ ਲਵੇ ਤਾਂ ਉਹ ਕੰਮ ਮੰਗਦਾ ਹੈ, ਉਸਨੂੰ ਕੰਮ ਚਾਹੀਦਾ ਹੈ। ਮੈਂ ਸੁਣਿਆ ਹੈ ਕਿ ਇੱਕ ਆਦਮੀ ਨੇ ਇੱਕ ਪ੍ਰੇਤ ਜਗਾ ਲਿਆ। ਉਸ ਪ੍ਰੇਤ ਨੇ ਜਾਗਦੇ ਸਮੇਂ ਇੱਕ ਸ਼ਰਤ ਰੱਖ ਲਈ, ਮੈਨੂੰ ਕੰਮ ਚਾਹੀਦਾ ਹੈ, ਮੈਂ ਬਿਨਾਂ ਕੰਮ ਤੋਂ ਨਹੀਂ ਰਹਿ ਸਕਾਂਗਾ। ਜੇ ਕਿਤੇ ਪ੍ਰੇਤ ਹੁੰਦੇ ਨੇ ਉਸਨੇ ਜ਼ਰੂਰ ਇਹ ਸ਼ਰਤ ਕੀਤੀ ਹੋਵੇਗੀ, ਕਿਉਂਕਿ ਪ੍ਰੇਤ ਦੇ ਕੋਲ ਸਰੀਰ ਨਹੀਂ ਰਹਿ ਜਾਂਦਾ, ਸਿਰਫ ਮਨ ਹੀ ਰਹਿ ਜਾਂਦਾ ਹੈ। ਉਸਨੂੰ ਕੰਮ ਨਹੀਂ ਚਾਹੀਦਾ, ਵਿਸ਼ਰਾਮ ਦੀ ਉਸਨੂੰ ਜ਼ਰੂਰਤ ਹੀ ਨਹੀਂ। ਸਰੀਰ ਨੂੰ ਵਿਸ਼ਰਾਮ ਵੀ ਚਾਹੀਦਾ ਹੈ, ਮਨ ਨੂੰ ਵਿਸ਼ਰਾਮ ਦੀ ਲੋੜ ਨਹੀਂ। ਇਸ ਲਈ ਜਦ ਸਰੀਰ ਵੀ ਸੌ ਜਾਂਦਾ ਹੈ ਤਾਂ ਰਾਤੀ ਤਦ ਵੀ ਮਨ ਸੁਪਨਿਆਂ ਵਿੱਚ ਕੰਮ ਕਰਦਾ ਰਹਿੰਦਾ ਹੈ। ਸੁਪਨੇ ਮਨ ਦੇ ਕੰਮਾਂ ਦੀ ਦੁਨੀਆ ਹਨ। ਜਦ ਸਰੀਰ ਥੱਕ ਕੇ ਡਿੱਗ ਪਿਆ ਨਾ, ਤਦ ਵੀ ਮਨ ਥੱਕਦਾ ਨਹੀਂ, ਉਹ ਤਾਂ ਸੁਪਨੇ ਦੇਖਣਾ ਸ਼ੁਰੂ ਕਰ ਦਿੰਦਾ ਹੈ ਅਤੇ ਜਿਹੜੇ ਕੰਮ ਦਿਨ 'ਚ ਨਹੀਂ ਕੀਤੇ ਹੋਣੇ ਉਹ ਅਸੀਂ ਰਾਤ ਨੂੰ ਸੁਪਨਿਆਂ ਵਿੱਚ ਕਰ ਲੈਂਦੇ ਹਾਂ। ਆਦਮੀ ਦੇ ਰਾਤ ਦੇ ਸੁਪਨੇ ਨੂੰ ਦੇਖ ਕੇ ਅਸੀਂ ਦੱਸ ਸਕਦੇ ਹਾਂ ਕਿ ਇਸ ਆਦਮੀ ਦੇ ਦਿਨ ਵਿੱਚ ਕਿਹੜੇ ਕੰਮਾਂ ਤੋਂ ਆਪਣੇ ਆਪ ਨੂੰ ਰੋਕਿਆ। ਜੇ ਕਿਸੇ ਨੇ ਉਪਵਾਸ ਕੀਤਾ ਹੈ ਤਾਂ ਉਸਨੇ ਸੁਪਨੇ ਤੋਂ ਪਤਾ ਲੱਗ ਜਾਏਗਾ, ਕਿਉਂਕਿ ਉਹ ਰਾਤੀ ਭੋਜਨ ਕਰੇਗਾ। ਜੇ ਕਿਸੇ ਨੇ ਸੰਜਮ ਸਾਧਿਆ ਤਾਂ ਉਸਨੂੰ ਰਾਤੀ ਭੋਗ ਕਰੇਗਾ, ਅਤੇ ਜੇ ਕਿਸੇ ਨੇ ਦਿਨ ਵਿੱਚ ਕ੍ਰੋਧ ਰੋਕਿਆ ਤਾਂ ਉਹ ਰਾਤ ਨੂੰ ਸੁਪਨੇ ਵਿੱਚ ਕ੍ਰੋਧ ਕਰ ਲਵੇਗਾ ਪੱਕਾ। ਜਦ ਸਰੀਰ ਵਿਸ਼ਰਾਮ ਕਰੇਗਾ ਨਾ, ਤਦ ਮਨ ਜੋ ਮੰਗਾਂ ਦਿਨ ਵਿੱਚ ਕੀਤੀਆਂ ਸਨ ਅਤੇ ਕਿਸੇ ਕਾਰਨਾਂ ਕਰਕੇ ਰੁਕ ਗਈਆਂ ਸਨ, ਉਹਨਾਂ ਨੂੰ ਅਸੀਂ ਪੂਰਾ ਕਰਦੇ ਹਾਂ ਫਿਰ ਸੁਪਨਿਆਂ ਵਿੱਚ। ਪ੍ਰੇਤ ਦੇ ਕੋਲ ਸਿਰਫ ਮਨ ਹੀ ਹੈ। ਜੇ ਉਸਨੇ ਮੰਗ ਕੀਤੀ ਹੋਵੇ ਤਾਂ ਕੋਈ ਹੈਰਾਨੀ ਨਹੀਂ। ਉਸਨੇ ਕਿਹਾ ਮੈਨੂੰ ਕੰਮ ਚਾਹੀਦਾ ਹੈ। ਜਿਸ ਆਦਮੀਆਂ ਨੇ ਜਗਾਇਆ ਸੀ ਪ੍ਰੇਤ ਨੂੰ, ਉਸਨੇ ਕਿਹਾ ਕੰਮ ਦੇ ਲਈ ਹੀ ਤਾਂ ਅਸੀਂ ਤੈਨੂੰ ਜਗਾ ਰਹੇ ਹਾਂ, ਕੰਮ ਅਸੀਂ ਬਹੁਤ ਦੇਵਾਂਗੇ। ਲੇਕਿਨ ਕੰਮ ਛੇਤੀ ਹੀ ਮੁੱਕ ਗਏ, ਕਿਉਂਕਿ ਪ੍ਰੇਤ ਛਿਨ ਭਰ ਵਿੱਚ ਕੰਮ ਕਰ ਲਿਆ ਕਰਦਾ ਸੀ। ਉਸਨੇ ਫਿਰ ਆ ਕੇ ਮੰਗ ਕੀਤੀ ਕਿ ਕੰਮ ਦੇ। ਸ਼ਾਮ ਹੁੰਦੇ ਉਹ ਆਦਮੀ ਘਬਰਾ ਗਿਆ, ਕਿਉਂਕਿ ਕੰਮ ਕੋਈ ਬਚਿਆ ਹੀ ਨਹੀਂ ਸੀ ਕਿ ਕੰਮ ਕੀ ਦਵੇ ਉਹਨੂੰ। ਫਿਰ ਅਸੀਂ ਵੀ ਘਬਰਾ ਜਾਵਾਂਗੇ ਜੇ ਕੋਈ ਕੰਮ ਨਾ ਬਚੇ। ਪ੍ਰੇਤ ਵੀ ਮੁਸ਼ਕਿਲ ਵਿੱਚ ਪੈ ਗਿਆ। ਉਸਨੇ ਕਿਹਾ ਮੈਨੂੰ ਜਗਾ ਲਿਆ, ਮੈਂ ਸੁੱਤਾ ਹੀ ਠੀਕ ਸੀ, ਹੁਣ ਜਾਗ ਕੇ
ਜਾਗ ਕੇ ਮੈਨੂੰ ਕੋਈ ਕੰਮ ਹੀ ਨਹੀਂ ਮਿਲਿਆ ਤਾਂ ਮੈਂ ਕੀ ਕਰਾਂ ਵਿਹਲਾ ਰਹਿ ਕੇ। ਉਹ ਆਦਮੀ ਘਬਰਾ ਗਿਆ ਕਿਉਂਕਿ ਉਸ ਕੋਲ ਕੰਮ ਹੀ ਨਹੀਂ ਸੀ। ਉਸਨੇ ਕਿਹਾ, ਠਹਿਰ, ਪਿੰਡ 'ਚ ਇੱਕ ਫਕੀਰ ਹੈ, ਮੈਂ ਉਸ ਤੋਂ ਪੁੱਛ ਕੇ ਆਉਂਦਾ ਕਿ ਜਦ ਵੀ ਮੈਂ ਮੁਸ਼ਕਲ ਵਿੱਚ ਪੈ ਜਾਂਦਾ ਹਾਂ ਉਸਨੇ ਮੇਰੀ ਸਹਾਇਤਾ ਕੀਤੀ ਹੈ। ਅੱਜ ਇੱਕ ਨਵੀਂ ਤਰ੍ਹਾਂ ਦੀ ਮੁਸ਼ਕਲ ਆ ਗਈ ਹੈ। ਹੁਣ ਤੱਕ ਹਮੇਸ਼ਾ ਇਹੀ ਮੁਸ਼ਕਲ ਸੀ ਕਿ ਕੋਈ ਕੰਮ ਕਿਵੇਂ ਹੱਲ ਹੋਵੇ। ਅੱਜ ਇਹ ਮੁਸੀਬਤ ਹੈ, ਬੇਕੰਮ ਕਿਵੇਂ ਰਿਹਾ ਜਾਵੇ। ਅੱਜ ਅਮਰੀਕਾ ਵਿੱਚ ਹਾਲਤ ਵਿੱਚ ਪਹੁੰਚ ਚੁੱਕਾ ਹੈ ਕਿ ਟੈਕਨੋਲੋਜੀ ਦੇ ਇੱਕ ਪ੍ਰੇਤ ਜਗਾ ਲਿਆ ਹੈ ਜੋ ਆਦਮੀ ਨੂੰ ਕੰਮ ਤੋਂ ਮੁਕਤ ਕਰ ਦੇਵੇ। ਅਮਰੀਕਾ ਦਾ ਵਿਚਾਰਕ ਇੱਕ ਹੀ ਪਰੇਸ਼ਾਨੀ ਵਿੱਚ ਹੈ ਅੱਜ ਕੱਲ੍ਹ, ਉਹ ਇਹ ਵੀ 20-25 ਸਾਲਾਂ ਤੱਕ ਟੈਕਨੋਲੋਜੀ ਹਰ ਆਦਮੀ ਨੂੰ ਕੰਮ ਤੋਂ ਛੁਟਕਾਰਾ ਦਿਵਾ ਦੇਵੇ। ਫਿਰ ਕੀ ਹੋਵੇਗਾ? ਆਦਮੀ ਰਹੇਗਾ ਵਿਹਲਾ। ਆਦਮੀ ਕਹੇਗਾ ਕੰਮ ਦਿਓ, ਕੰਮ ਸਾਡੇ ਕੋਲ ਹੈ ਨਹੀਂ। ਅਸੀਂ ਕਹਾਂਗੇ ਭੋਜਨ ਲੈ, ਕੱਪੜਾ ਲੈ, ਮਕਾਨ ਲੈ, ਪਰ ਕੰਮ ਨਾ ਮੰਗ। ਜਿਹੜਾ ਆਦਮੀ ਰਾਜੀ ਹੋ ਜਾਏਗਾ ਕਿ ਅਸੀਂ ਕੰਮ ਨਹੀਂ ਕਰਾਂਗੇ, ਉਸ ਨੂੰ ਵੱਧ ਤਨਖਾਹ ਮਿਲ ਸਕੇਗੀ। 25 ਸਾਲ ਬਾਅਦ ਬਜਾਏ ਉਸ ਆਦਮੀ ਨੇ ਜਿਹੜਾ ਕਹੇਗਾ ਸਾਨੂੰ ਕੰਮ ਚਾਹੀਦਾ ਹੈ, ਉਸ ਨੂੰ ਘੱਟ ਤਨਖਾਹ ਦੇਣੀ ਪਵੇਗੀ, ਕਿਉਂਕਿ ਉਹ ਕੰਮ ਵੀ ਮੰਗਦਾ ਹੈ ਤੇ ਤਨਖਾਹ ਵੀ ਮੰਗਦਾ ਹੈ। ਦੋਵੇਂ ਗੱਲਾਂ ਨਹੀਂ ਦਿੱਤੀਆਂ ਜਾ ਸਕਦੀਆਂ। ਉਹੀ ਮੁਸੀਬਤ ਉਸ ਆਦਮੀ ਦੇ ਸਾਹਮਣੇ ਖੜੀ ਹੋ ਗਈ। ਉਹ ਉਸ ਫਕੀਰ ਕੋਲ ਗਿਆ। ਉਸਨੇ ਫਕੀਰ ਨੂੰ ਦੱਸਿਆ ਕਿ ਮੈਂ ਬਹੁਤ ਮੁਸ਼ਕਿਲ ਵਿੱਚ ਪੈ ਗਿਆ ਹਾਂ। ਇੱਕ ਪ੍ਰੇਤ ਨੂੰ ਮੈਂ ਸਵੇਰੇ ਜਗਾ ਲਿਆ। ਸ਼ਾਮ ਹੁੰਦੇ ਹੁੰਦੇ ਸਾਰੇ ਕੰਮ ਮੁੱਕ ਗਏ। ਹੁਣ ਮੇਰੇ ਕੋਲ ਕੋਈ ਕੰਮ ਨਹੀਂ ਤੇ ਉਹ ਕੰਮ ਮੰਗਦਾ। ਉਹ ਮੇਰੀ ਜਾਨ ਨੂੰ ਰੋਂਦਾ ਹੈ। ਉਸ ਫਕੀਰ ਨੇ ਕਿਹਾ, ਤੂੰ ਇੱਕ ਕੰਮ ਕਰ, ਉਹ ਸਾਹਮਣੇ ਇੱਕ ਬਰਤਨ ਪਿਆ ਹੈ, ਉਸ ਨੂੰ ਲੈ ਆ। ਉਸਨੇ ਲੈ ਕੇ ਆਂਦਾ ਤੇ ਮੈਂ ਕੀ ਕਰਾਂਗਾ? ਫਕੀਰ ਨੇ ਕਿਹਾ, ਉਸ ਪ੍ਰੇਤ ਨੂੰ ਕਹੀਂ ਉਸ ਨੂੰ ਭਰਦਾ ਰਿਹਾ। ਉਸ ਬਰਤਨ 'ਚ ਪੈਂਦੀ ਨਹੀਂ ਸੀ। ਉਹ ਬਾਟਮਲੈਸ ਸੀ। ਉਸਨੇ ਕਿਹਾ, ਇਸ ਬਰਤਨ ਵਿੱਚ ਤਾਂ ਪੈਂਦੀ ਨਹੀਂ, ਉਹ ਵਿਚਾਰ ਭਰੇਗਾ ਕਿਵੇਂ? ਤਾਂ ਉਸ ਫਕੀਰ ਨੇ ਕਿਹਾ ਕਿ ਜੇ ਉਹ ਭਰ ਲਏਗਾ ਤਾਂ ਫਿਰ ਉਹ ਮੁਸੀਬਤ ਸ਼ੁਰੂ ਹੋ ਜਾਏਗੀ। ਤੂੰ ਉਸਨੂੰ ਭਰਨ ਦੇ, ਇਹ ਬਰਤਨ ਕਦੇ ਭਰੇਗਾ ਨਹੀਂ ਤੇ ਉਹ ਭਰਦਾ ਰਹੇਗਾ ਤੇ ਭਰਦਾ ਰਹੇਗਾ। ਉਸਨੂੰ ਕੰਮ ਮਿਲ ਜਾਏਗਾ ਤੇ ਤੈਨੂੰ ਉਸ ਤੋਂ ਛੁਟਕਾਰਾ ਮਿਲੇਗਾ। ਉਹ ਉਸ ਬਰਤਨ ਨੂੰ ਲੈ ਆਇਆ ਤੇ ਉਸਨੇ ਪ੍ਰੇਤ ਨੂੰ ਦੇ ਦਿੱਤਾ। ਤਦ ਤੋਂ ਪ੍ਰੇਤ ਨੇ ਦੁਬਾਰਾ ਮੁੜ ਕੇ ਉਸਨੂੰ ਨਹੀਂ ਕਿਹਾ ਕਿ ਮੈਨੂੰ ਕੰਮ ਚਾਹੀਦਾ, ਕਿਉਂਕਿ ਉਹ ਕੰਮ ਹਜੇ ਖਤਮ ਹੀ ਨਹੀਂ ਹੋਇਆ। ਉਹਦੇ ਕੋਲ ਮੁੱਕਿਆ ਹੀ ਨਹੀਂ ਜੀ ਕੰਮ ਹਜੇ। ਜਦ ਆਦਮੀ ਕੋਲ ਕੋਈ ਕੰਮ ਨਹੀਂ ਰਹਿ ਜਾਂਦਾ ਤਾਂ ਉਸ ਤਰ੍ਹਾਂ ਦੇ ਕੰਮ ਚੁਣ ਲੈਂਦਾ ਕਿ ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਲਈ ਜਿਵੇਂ ਹੀ ਕਿਸੇ ਆਦਮੀ ਦੇ ਜੀਵਨ ਦੀਆਂ ਆਮ ਜ਼ਰੂਰਤਾਂ ਪੂਰੀਆਂ ਹੋ ਜਾਣ ਨਾ, ਉਸਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਕਿ ਉਹ ਕੋਈ ਇਹੋ ਜਿਹਾ ਬਰਤਨ ਲੈ ਆਵੇ ਜੋ ਕਦੇ ਨਾ ਭਰੇ ਤੇ ਕਦੇ ਪੂਰਾ ਨਾ ਹੋਵੇ। ਉਹ ਪਦਵੀਆਂ ਦੀ ਦੌੜ ਵਿੱਚ ਲੱਗ ਜਾਵੇ ਤੇ ਜੋ ਕਦੇ ਪੂਰੀ ਨਾ ਹੋਵੇ। ਉਹ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਵੇ, ਅੱਗੇ ਹੋਰ ਅਹੁਦਾ ਹੋਵੇਗਾ, ਉਸ ਬਰਤਨ ਦੇ ਹੇਠਾਂ ਪੈਂਦੀ ਨਹੀਂ। ਉਹ ਧਨ ਦੀ ਦੌੜ 'ਚ ਲੱਗ ਜਾਵੇਗਾ। ਉਹ ਕਿੰਨਾ ਹੀ ਧਨ ਕਮਾ ਲਵੇ ਤਦ ਵੀ ਗਰੀਬ ਰਹੇਗਾ, ਕਿਉਂਕਿ ਅੱਗੇ ਹੋਰ ਧਨ ਕਮਾਉਣ ਨੂੰ ਸਦਾ ਬਾਕੀ ਹੈ। ਤੇ ਐਂਡਰੂ ਕਾਰਨੇਗੀ ਮਰਿਆ। ਅਮਰੀਕਾ ਦਾ ਇੱਕ ਅਰਬਪਤੀ ਸੀ ਜੀ। ਮਰਨ ਵੇਲੇ ਉਸ ਕੋਲ 10 ਰੁਪਏ ਸਨ, ਲੇਕਿਨ ਮਰਨ ਵੇਲੇ ਉਹ ਬਹੁਤ ਉਦਾਸ ਸੀ। ਤਾਂ ਉਸਨੇ ਮਿੱਤਰ ਨੂੰ ਦੱਸਿਆ ਕਿ ਮੈਂ ਬੜਾ ਉਦਾਸ ਹਾਂ। ਉਹਦੇ ਕੋਲ ਪ੍ਰਾਪਰਟੀ ਹੋਈ ਨਹੀਂ ਸੀ ਕਿ ਉਸ ਕੋਲ 10 ਅਰਬ ਰੁਪਏ ਸਨ। ਉਹਨੇ ਆਪਣੇ ਮਿੱਤਰ ਨੂੰ ਬੁਲਾਇਆ ਤੇ ਦੱਸਿਆ ਕਿ ਸ਼ਾਇਦ ਪ੍ਰਿਥਵੀ ਦਾ ਤੂੰ ਸਭ ਤੋਂ ਵੱਡਾ ਅਮੀਰ ਆਦਮੀ ਹੈ। 10 ਅਰਬ ਰੁਪਏ ਛੱਡ ਕੇ ਤੂੰ ਜਾ ਰਿਹਾ ਹੈ। ਐਂਡਰੂ ਕਾਰਨੇਗੀ ਨੇ ਕਿਹਾ ਕਿ ਨਾ ਕਰ ਇਹੋ ਜਿਹੀਆਂ ਗੱਲਾਂ, ਮੇਰੇ ਚਿੱਤ ਨੂੰ ਨਾ ਦੁਖਾ। ਸਿਰਫ 10 ਰੁਪਏ ਨਾਲ ਮਨ ਬੜਾ ਦੁਖਦਾ ਹੈ ਤੇ ਇਹ ਤਾਂ ਫਿਰ ਵੀ ਹੈ 10 ਅਰਬ ਰੁਪਏ ਨੇ। ਮੇਰਾ ਮਨ ਬਹੁਤ ਜ਼ਿਆਦਾ ਦੁਖਦਾ ਇਹਨੂੰ। ਮੇਰੇ ਇਰਾਦੇ 100 ਅਰਬ ਰੁਪਏ ਛੱਡਣ ਦੇ ਸੀ। ਹੁਣ ਤਾਂ ਮੌਤ ਕਰੀਬ ਆ ਗਈ ਹੈ। ਮੈਂ ਇੱਕ ਗਰੀਬ ਆਦਮੀ ਮਰ ਰਿਹਾ ਹਾਂ, ਕਿਉਂਕਿ ਮੇਰੀ ਇੱਛਾ ਸੀ 100 ਦੀ ਤੇ ਕੁੱਲ 10 ਹੀ ਕਮਾ ਸਕਿਆ। 90 ਦੇ ਹਿਸਾਬ ਨਾਲ ਗਰੀਬ ਹਾਂ। 90 ਅਰਬ ਰੁਪਏ ਮੇਰੇ ਕੋਲ ਨਹੀਂ ਹਨ ਜੋ ਹੋਣੇ ਚਾਹੀਦੇ ਸਨ। ਅਤੇ ਧਿਆਨ ਰਹੇ, ਉਸ ਨੇ ਜੋ ਅਰਬ ਵੀ ਮਿਲ ਜਾਂਦੇ ਸਨ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸੰਖਿਆ ਰੁਕ ਜਾਂਦੀ ਹੈ ਤੇ ਸੰਖਿਆ ਅੱਗੇ ਵੱਧ ਜਾਂਦੀ ਹੈ। 1000 ਅਰਬ ਹੋ ਜਾਂਦੇ ਨੇ, ਲੱਖ ਅਰਬ ਹੋ ਜਾਂਦੇ ਨੇ। ਕਿੰਨਾ ਹੀ ਮਿਲ ਜਾਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਧਨ ਅਤੇ ਰੁਤਬੇ ਅਤੇ ਯਸ਼ ਦੀ ਦੌੜ ਆਦਮੀ ਲੱਭ ਲੈਂਦਾ ਹੈ। ਜਿਵੇਂ ਹੀ ਉਸ ਦੀ ਕੰਮ ਦੀ ਦੁਨੀਆ ਪੂਰੀ ਹੋਈ, ਫਿਰ ਉਹ ਇਹੋ ਜਿਹੇ ਕੰਮ ਚੁਣ ਲੈਂਦਾ ਕਿ ਇਸ 'ਚ ਪੈਂਦੀ ਨਹੀਂ,
ਫਿਰ ਭਰਦਾ ਚਲਿਆ ਜਾਂਦਾ ਹੈ। ਫਿਰ ਉਹ ਛੋਟੇ ਮਿਨਿਸਟਰ ਤੋਂ ਵੱਡਾ ਮਿਨਿਸਟਰ, ਵੱਡੇ ਮਿਨਿਸਟਰ ਤੋਂ ਹੋਰ ਵੱਡਾ ਮਿਨਿਸਟਰ, ਫਿਰ ਉਹ ਦਿੱਲੀ ਦੀ ਤਰਫ ਜਾਂਦਾ ਹੈ ਤੇ ਫਿਰ ਉਹ ਹੋਰ ਵੱਡਾ ਹੁੰਦਾ ਜਾਂਦਾ ਹੈ ਤੇ ਉਹ ਦੌੜ ਅੰਤਰਹੀਨ ਹੈ। ਉਸ ਦੌੜ ਦਾ ਕੋਈ ਅੰਤ ਨਹੀਂ। ਇਹ ਸਾਰੀ ਦੌੜ ਆਦਮੀ ਚੁਣਦਾ ਇਸ ਲਈ ਹੈ ਕਿ ਉਸਦੇ ਮਨ ਨੂੰ ਕੰਮ ਚਾਹੀਦਾ ਹੈ। ਮਨ ਕਹਿੰਦਾ ਹੈ ਕੰਮ ਨਹੀਂ ਮਿਲੇਗਾ ਤਾਂ ਅਸੀਂ ਮਰ ਜਾਵਾਂਗੇ, ਅਤੇ ਜਿਸ ਨੇ ਸੱਚ ਨੂੰ ਖੋਜਣਾ ਹੈ ਉਸ ਨੂੰ ਸੱਚ ਖੋਜਣ ਦੇ ਲਈ ਮਨ ਦਾ ਮਰ ਜਾਣਾ ਹੀ ਜ਼ਰੂਰੀ ਹੈ। ਮਨ ਮਰ ਹੀ ਜਾਵੇ, ਕਿਉਂਕਿ ਜੋ ਮਰ ਸਕਦਾ ਹੈ ਉਹ ਸੱਚ ਨਹੀਂ ਹੋ ਸਕਦਾ। ਮਨ ਦੇ ਮਰ ਜਾਣ ਤੋਂ ਬਾਅਦ ਵੀ ਜੋ ਜਿਉਂਦਾ ਰਹਿੰਦਾ ਹੈ, ਜੋ ਮਰਦਾ ਨਹੀਂ, ਉਹ ਸੱਚ ਹੈ, ਅੰਮ੍ਰਿਤ ਵੀ ਹੈ, ਸਾਡੇ ਅੰਦਰ ਹੈ। ਲੇਕਿਨ ਮਰਨ ਨਾਲ ਭਰਿਆ ਹੋਇਆ ਮਨ ਆਪਣੇ ਆਪ ਨੂੰ ਬਚਾਉਣ ਲਈ ਕੰਮ ਦੀ ਮੰਗ ਕਰਦਾ ਹੈ। ਤਾਂ ਇੱਕ ਮਾਰਗ ਕੰਮ ਦਾ ਖੋਜਿਆ ਹੈ। ਲੋਕਾਂ ਦੇ ਧਾਰਮਿਕ ਕਰਮ ਕਹਾਂਗੇ, ਉਸ ਨੂੰ ਰਿਚੁਅਲ ਅਤੇ ਕਰਮਕਾਂਡ ਕਹਾਂਗੇ। ਇੱਕ ਆਦਮੀ ਹਵਨ ਕਰ ਰਿਹਾ ਹੈ, ਇੱਕ ਆਦਮੀ ਮਾਲਾ ਫੇਰ ਰਿਹਾ ਹੈ, ਇੱਕ ਆਦਮੀ ਭਗਵਾਨ ਦੇ ਸਾਹਮਣੇ ਆਰਤੀ ਘੁਮਾ ਰਿਹਾ ਹੈ। ਇਹ ਪੁਰਾਣਾ ਰਿਚੁਅਲ ਸੀ, ਪੁਰਾਣਾ ਕਿਰਿਆਕਾਂਡ ਸੀ, ਯੱਗ ਸਨ, ਹਵਨ ਸਨ, ਪੂਜਾ ਸੀ, ਪਾਠ ਸੀ, ਕਿਰਿਆਵਾਂ ਸਨ, ਜਿਨ੍ਹਾਂ ਨਾਲ ਆਦਮੀ ਸੋਚਦਾ ਸੀ ਕਿ ਸੱਚ ਨੂੰ ਪਾ ਲਵਾਂਗੇ, ਆਨੰਦ ਨੂੰ ਪਾ ਲਵਾਂਗੇ। ਇੱਕ ਆਦਮੀ ਕਹਿੰਦਾ ਹੈ ਕਿ ਗਰੀਬ ਦੀ ਸੇਵਾ ਕਰਨ ਨਾਲ ਸੱਚ ਮਿਲ ਜਾਏਗਾ। ਇੱਕ ਆਦਮੀ ਕਹਿੰਦਾ ਕਿ ਕੌੜੀ ਦੇ ਹੱਥ ਪੈਰ ਨੱਪਣ ਨਾਲ ਸੱਚ ਮਿਲ ਜਾਏਗਾ। ਇੱਕ ਆਦਮੀ ਕਹਿੰਦਾ ਕਿ ਭੁੱਖੇ ਨੂੰ ਰੋਟੀ ਦੇਣ ਨਾਲ ਰੱਬ ਮਿਲ ਜਾਏਗਾ ਤੇ ਸੱਚ ਮਿਲ ਜਾਏਗਾ। ਭੁੱਖੇ ਨੂੰ ਰੋਟੀ ਦੇਣਾ ਚੰਗਾ ਹੈ, ਕੌੜੀ ਦੇ ਪੈਰ ਕੁੱਟਣੇ ਵੀ ਬਹੁਤ ਚੰਗੇ ਨੇ। ਕੌੜੀ ਨੂੰ ਹੀ ਨਹੀਂ ਮਿਲ ਗਿਆ ਤੇ ਤਾਂ ਉਸਦੇ ਪੈਰ ਨੱਪਣ ਨਾਲ ਤੁਹਾਨੂੰ ਕਿਵੇਂ ਮਿਲ ਜਾਏਗਾ? ਨਹੀਂ ਤਾਂ ਕੌੜੀ ਨੂੰ ਤਾਂ ਮਿਲ ਹੀ ਗਿਆ ਹੁੰਦਾ। ਉਸਨੇ ਤੁਹਾਤੋਂ ਵੱਡਾ ਕੰਮ ਕੀਤਾ ਹੈ, ਚੰਗਾ ਕੰਮ ਕੀਤਾ ਹੈ, ਪੁਰਾਣੇ ਰਿਚੁਅਲ ਤੋਂ ਬਿਹਤਰ ਹੈ, ਪੁਰਾਣੇ ਕਿਰਿਆਕਾਂਡ ਤੋਂ ਬਿਹਤਰ ਹੈ। ਉਹ ਬਿਲਕੁਲ ਵਿਅਰਥ ਸੀ। ਇੱਕ ਪੱਥਰ ਦੀ ਮੂਰਤੀ ਦੇ ਸਾਹਮਣੇ ਇੱਕ ਆਦਮੀ ਥਾਲੀ ਘੁਮਾ ਰਿਹਾ ਸੀ। ਉਹ ਬਿਲਕੁਲ ਪਾਗਲਪਨ ਸੀ। ਹੁਣ ਘੱਟੋ ਘੱਟ ਇੱਕ ਥਾਲੀ ਇੱਕ ਭੁੱਖੇ ਆਦਮੀ ਦੇ ਸਾਹਮਣੇ ਤੁਸੀਂ ਲੈ ਆਏ ਹੋ ਤੇ ਇਸ ਵਿੱਚ ਕੁਝ ਸਮਝਦਾਰੀ ਹੈ। ਲੇਕਿਨ ਸੱਚ ਇਸ ਨਾਲ ਮਿਲ ਜਾਏਗਾ, ਕਿਉਂਕਿ ਮਨ ਕੰਮ ਹੀ ਮੰਗ ਰਿਹਾ ਹੈ। ਉਹ ਇਸ ਤੋਂ ਵੀ ਆਪਣੀ ਤ੍ਰਿਪਤੀ ਪਾ ਲਵੇਗਾ। ਇਸ ਲਈ ਜਿੰਨੇ ਲੋਕ ਸੇਵਾ ਕਰਦੇ ਦਿਖਾਈ ਪੈਂਦੇ ਨੇ, ਇਹਨਾਂ ਨੂੰ ਸੇਵਾ ਤੋਂ ਰੋਕਿਆ ਜਾਵੇ ਤਾਂ ਪਾਗਲ ਹੋ ਜਾਣਗੇ। ਨਹੀਂ ਤਾਂ ਕੋਈ ਪੈਦਲ ਯਾਤਰਾ ਕਰ ਰਿਹਾ ਹੈ, ਉਸ ਨੂੰ ਜੇ ਰੋਕ ਲਵੋ ਤਾਂ ਉਹ ਮੁਸ਼ਕਲ 'ਚ ਪੈ ਜਾਵੇਗਾ। ਪੈਦਲ ਯਾਤਰਾ ਕਰਕੇ ਕੰਮ ਦਾ ਜੋ ਪਾਗਲਪਨ ਉਸਦੇ ਸਿਰ ਵਿੱਚ ਚੜਿਆ ਹੋਇਆ ਹੈ, ਉਹ ਕਦੇ ਵੀ ਖਤਮ ਨਹੀਂ ਹੋ ਸਕਦਾ। ਇਸ ਲਈ ਜਿੰਨੇ ਵੀ ਲੋਕ ਦਿਖਾਈ ਦਿੰਦੇ ਨੇ, ਸਭ ਆਪਣਾ ਜੀਵਨ ਵਿਅਰਥ ਗਵਾਈ ਜਾਂਦੇ ਨੇ। ਮੈਂ ਸੁਣਿਆ ਇੱਕ ਆਦਮੀ ਆਪਣੇ ਬੇਟੇ ਨੂੰ ਸਮਝਾ ਰਿਹਾ ਸੀ ਕਿ ਭਗਵਾਨ ਨੇ ਤੈਨੂੰ ਇਸ ਲਈ ਬਣਾਇਆ ਹੈ ਕਿ ਤੂੰ ਸਭ ਦੀ ਸੇਵਾ ਕਰੇ। ਉਸ ਬੇਟੇ ਨੇ ਕਿਹਾ ਕਿ ਇਹ ਮੈਨੂੰ ਸਮਝ ਨਹੀਂ ਆਇਆ, ਪਰ ਭਗਵਾਨ ਨੇ ਦੂਜਿਆਂ ਨੂੰ ਕਿਸ ਲਈ ਬਣਾਇਆ ਹੈ? ਮੇਰੀ ਸੇਵਾ ਦੇ ਲਈ, ਜਾਂ ਬਸ ਇਸ ਲਈ ਬਣਾਇਆ ਹੈ ਕਿ ਦੂਜੇ ਉਹਨਾਂ ਦੀ ਸੇਵਾ ਕਰਨ? ਉਸ ਬੇਟੇ ਨੇ ਬਾਪ ਨੂੰ ਮੁਸ਼ਕਲ ਵਿੱਚ ਪਾ ਦਿੱਤਾ। ਜਦ ਤੱਕ ਬੇਟੇ ਸਵਾਲ ਨਹੀਂ ਕਰਦੇ, ਤਦ ਤੱਕ ਬਾਪ ਮੁਸ਼ਕਲ ਤੋਂ ਬਾਹਰ ਹਨ। ਜਦ ਉਹ ਸਵਾਲ ਕਰਨ ਲੱਗਦੇ ਹਨ, ਤਦ ਮੁਸ਼ਕਲ ਸ਼ੁਰੂ ਹੋ ਜਾਂਦੀ ਹੈ ਤੇ ਜਵਾਬ ਵੀ ਨਹੀਂ ਮਿਲਦਾ ਅੱਗੋਂ। ਬੇਟੇ ਨੇ ਪੁੱਛਿਆ ਕਿ ਮੈਂ ਤਾਂ ਸਮਝ ਗਿਆ ਕਿ ਮੈਨੂੰ ਇਸ ਲਈ ਬਣਾਇਆ ਹੈ ਕਿ ਮੈਂ ਦੂਜੇ ਦੀ ਸੇਵਾ ਕਰਾਂ, ਪਰ ਦੂਜਿਆਂ ਨੂੰ ਕਿਸ ਲਈ ਬਣਾਇਆ ਹੈ? ਮੇਰੀ ਸੇਵਾ ਦੇ ਲਈ। ਅਤੇ ਜੇ ਸਭ ਨੂੰ ਸੇਵਾ ਦੇ ਲਈ ਬਣਾਇਆ ਤਾਂ ਮੈਂ ਸੇਵਾ ਕਿਸ ਦੀ ਕੀਤੀ ਜਾਵੇ ਤੇ ਮੈਂ ਕਿਸ ਦੀ ਸੇਵਾ ਕਰਾਂ? ਲੇਕਿਨ ਕਰਮ ਦੀ ਪਕੜ ਦੀ ਸਾਡੇ ਤੋਂ ਬਿਰਤੀ ਹੈ। ਉਹ ਮਨ ਦੀ ਇੱਕ ਬਹੁਤ ਗਹਿਰੀ ਜ਼ਰੂਰਤ ਤੋਂ ਪੈਦਾ ਹੁੰਦੀ ਹੈ। ਇਸ ਲਈ ਇੱਕ ਤਰ੍ਹਾਂ ਦੇ ਮਾਰਗ ਹਨ ਜੋ ਕਰਮ ਤੇ ਜ਼ੋਰ ਦਿੰਦੇ ਹਨ, ਅਤੇ ਜੋ ਸਾਡੇ ਵਿੱਚ ਐਕਸਟਰੋਵਰਟ ਬਾਹਰਮੁਖੀ ਸ਼ਖਸੀਅਤ ਹਨ, ਜਿਹੜੇ ਅੰਦਰ ਵੱਲ ਨਹੀਂ ਦੇਖ ਸਕਦੇ, ਬਾਹਰ ਵੱਲ ਹੀ ਦੇਖ ਸਕਦੇ ਨੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਨਾ ਕੋਈ ਬਾਹਰ ਦਾ ਕੰਮ ਹੈ ਤੇ ਨਾ ਕੋਈ ਕੰਮ ਘਰ ਵਿੱਚ ਹੈ। ਉਹਨਾਂ ਸਾਰੇ ਲੋਕਾਂ ਦੇ ਲਈ ਕਰਮਾਂ ਦਾ ਰਸਤਾ ਬੜਾ ਹੀ ਅਪੀਲਿੰਗ, ਬੜਾ ਆਕਰਸ਼ਿਤ ਪ੍ਰਤੀਕ ਹੁੰਦਾ ਹੈ। ਸੇਵਾ ਕਰਨ ਵਾਲੇ ਲੋਕ, ਹਵਨ ਕਰਨ ਵਾਲੇ ਲੋਕ, ਯੱਗ ਕਰਨ ਵਾਲੇ ਲੋਕ ਐਕਸਟਰੋਵਰਟ ਹਨ, ਬਾਹਰੋਂ ਮੁਖੀ ਹਨ। ਉਹ ਅੰਦਰ ਨਹੀਂ ਦੇਖ ਸਕਦੇ, ਉਹਨਾਂ ਦੀਆਂ ਅੱਖਾਂ ਬਾਹਰ ਵੱਲ ਹੀ ਦੇਖ ਸਕਦੀਆਂ ਹਨ। ਉਹਨਾਂ ਨੂੰ ਬਾਹਰ ਦੀ ਤਰਫ ਕੁਝ ਨਹੀਂ ਦਿਖਦਾ। ਬਾਹਰ ਕੁਝ ਰਹੇ ਤਾਂ ਠੀਕ ਹੈ, ਜੇ ਬਾਹਰ ਕੁਝ ਨਾ ਹੋਵੇ ਤਾਂ ਉਹ ਮੁਸ਼ਕਲ ਵਿੱਚ ਵੀ ਪੈ ਜਾਣਗੇ, ਕਿਉਂਕਿ ਅੰਦਰ ਜਾਣ ਦੀ ਉਹਦੀ ਬਿਰਤੀ ਨਹੀਂ ਹੈ। ਜੋ ਬਾਹਰ ਮੁਖੀ ਹੈ, ਉਹਨਾਂ ਦੇ ਕਰਮਯੋਗੀ
ਜਿਹੀਆਂ ਧਾਰਨਾਵਾਂ ਨੂੰ ਵਿਕਸਿਤ ਕੀਤਾ ਜਾਂਦਾ ਹੈ। ਦੂਜੇ, ਮਨ ਦੀ ਜੋ ਅੰਦਰਲੀ ਕਰਮ ਤੋਂ ਬਾਅਦ ਦੀ ਜੋ ਪਰਤ ਹੈ ਉਹ ਵਿਚਾਰ ਦੀ ਪਰਤ ਹੈ। ਆਦਮੀ ਪੂਰੇ ਸਮੇਂ ਵਿਚਾਰ ਕਰ ਰਿਹਾ ਹੈ, ਸੋਚ ਰਿਹਾ ਹੈ, ਚਿੰਤਨ ਕਰ ਰਿਹਾ ਹੈ, ਪਰ ਫਿਰ ਵੀ ਉਹ ਮਨ ਦੀ ਇੱਕ ਜ਼ਰੂਰਤ ਹੈ। ਮਨ ਬਿਨਾਂ ਸੋਚੇ ਜਿਉਂਦਾ ਨਹੀਂ ਰਹਿ ਸਕਦਾ। ਵਿਚਾਰ ਚਾਹੀਦਾ ਹੈ, ਕੁਛ ਨਾ ਕੁਛ ਸੋਚਣਾ ਚਾਹੀਦਾ ਹੈ। ਗਿਆਨ ਯੋਗ ਜਾਂ ਗਿਆਨ ਤੋਂ ਵੱਧ ਮਾਰਗ ਹੈ। ਉਹ ਮਨ ਦੀ ਦੂਜੀ ਜ਼ਰੂਰਤ ਦੀ ਪੂਰਤੀ ਹੈ। ਸ਼ਾਸਤਰ ਹਨ, ਵੇਦ ਹਨ, ਕੁਰਾਨ ਹੈ, ਬਾਈਬਲ ਹੈ, ਗੁਰੂ ਹਨ, ਗਿਆਨੀ ਹਨ। ਉਹਨਾਂ ਸਾਰਿਆਂ ਤੋਂ ਇਕੱਠਾ ਕਰੋ ਵਿਚਾਰਾਂ ਨੂੰ ਅਤੇ ਉਹਨਾਂ ਦੀ ਉਗਾਲੀ ਕਰੋ। ਮਨ ਕਹਿੰਦਾ ਉਸ ਪੂਰੇ ਸਮੇਂ ਉਗਾਲੀ ਕਰਦੇ ਰਹੋ, ਕੁਛ ਨਾ ਕੁਛ ਸੋਚਦੇ ਹੀ ਰਹੋ, ਖਾਲੀ ਨਾ ਬੈਠੋ। ਕਿਉਂਕਿ ਮਨ ਜੇ ਇੱਕ ਛਿਣ ਵੀ ਸੋਚਣ ਤੋਂ ਮੁਕਤ ਹੋ ਜਾਵੇ, ਇੱਕ ਛਿਣ ਵੀ ਸੋਚਣ ਤੋਂ ਬੰਦ ਕਰ ਜਾਵੇ, ਉਹ ਵਕਮਾ ਪੈਦਾ ਹੋ ਜਾਂਦਾ ਹੈ, ਉਹ ਵਖਰੇਵਾਂ ਪੈਦਾ ਹੋ ਜਾਂਦਾ ਹੈ। ਜਦੋਂ ਮਨ ਦੇ ਬਾਹਰ ਨਿਕਲਣ ਦਾ ਦੁਆਰ ਹੈ। ਇਸ ਲਈ ਮਨ ਇੱਕ ਛਿਣ ਵਿੱਚ ਵੀ ਸੋਚਣ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ। ਜੇ ਤੁਸੀਂ ਇਹ ਵੀ ਕਹੋ ਕਿ ਨਹੀਂ, ਮੈਂ ਸੋਚਣ ਤੋਂ ਬਾਹਰ ਜਾਣਾ ਹੈ, ਤਾਂ ਉਹ ਕਹੇਗਾ ਨਹੀਂ, ਇਸ ਸੰਬੰਧ ਵਿੱਚ ਸੋਚੋ ਕਿ ਸੋਚਣ ਤੋਂ ਬਾਹਰ ਕਿਵੇਂ ਜਾਇਆ ਜਾ ਸਕਦਾ ਹੈ। ਲੇਕਿਨ ਸੋਚਦੇ ਰਹੋ। ਨਿਰਵਿਚਾਰ ਹੋਣਾ ਤਾਂ ਚਲੋ, ਨਿਰਵਿਚਾਰ ਦੇ ਸੰਬੰਧ ਵਿੱਚ ਵਿਚਾਰ ਕਰੀਏ, ਪਰ ਵਿਚਾਰ ਜਾਰੀ ਰਹੇ। ਵਿਚਾਰ ਨੂੰ ਬੰਦ ਨਹੀਂ ਕਰਨਾ ਚਾਹੀਦਾ। ਜੇ ਧਨ ਦੇ ਸੰਬੰਧ ਵਿੱਚ ਸੋਚਣ ਤੋਂ ਅੱਕ ਗਏ ਹਾਂ ਤਾਂ ਧਰਮ ਦੇ ਸੰਬੰਧ ਵਿੱਚ ਸੋਚੋ। ਜੇ ਪ੍ਰਿਥਵੀ ਹੁਣ ਆਕਰਸ਼ਕ ਨਹੀਂ ਲੱਗਦੀ ਤਾਂ ਸਵਰਗ ਦੇ ਸੰਬੰਧ ਵਿੱਚ ਸੋਚੋ। ਜੇ ਆਦਮੀ ਦਾ ਚਿਹਰਾ ਹੁਣ ਬਹੁਤ ਸੋਚਣ ਜਿਹਾ ਨਹੀਂ ਜਾਪਦਾ ਤਾਂ ਆਪਣੇ ਮਨ ਦੇ ਚਿਹਰੇ ਬਣਾਓ। ਭਗਵਾਨ ਦੇ, ਕ੍ਰਿਸ਼ਨ ਦੇ, ਰਾਮ ਦੇ, ਬੁੱਧ ਦੇ, ਉਹਨਾਂ ਦੇ ਸੰਬੰਧ ਵਿੱਚ ਸੋਚੋ। ਲੇਕਿਨ ਸੋਚਣਾ ਜਾਰੀ ਰੱਖੋ, ਸੋਚਣਾ ਛੱਡੋ ਨਾ। ਮਨ ਕਹਿੰਦਾ ਜੇ ਸੋਚੇ ਬਿਨਾਂ ਰਹਿ ਨਹੀਂ ਸਕਦਾ ਮੈਂ। ਇਸ ਲਈ ਜਿਹੜੇ ਲੋਕ ਸੋਚਣ ਤੋਂ ਬਚਣਾ ਚਾਹੁੰਦੇ ਹਨ, ਉਹਨਾਂ ਲਈ ਮਨ ਸੋਚਣ ਦੇ ਮਾਰਗ ਬਣਾ ਦਿੰਦਾ ਹੈ। ਉਹ ਕਰਮ ਵਿੱਚ ਜਿੰਨੀ ਸਾਡੀ ਊਰਜਾ ਖਰਚ ਹੁੰਦੀ ਹੈ, ਉਹ ਸਭ ਸੋਚਣ ਚ ਲਾ ਦਿੰਦਾ ਹੈ। ਇਸ ਲਈ ਕਰਮ ਕਰਨ ਵਾਲੇ ਲੋਕ ਬਹੁਤਾ ਸੋਚਣ ਵਾਲੇ ਲੋਕਾਂ ਨੂੰ ਨਹੀਂ ਜਾਣਦੇ। ਬਹੁਤਾ ਸੋਚਣ ਵਾਲੇ ਲੋਕ ਕਰਮ ਕਰਨ ਵਾਲੇ ਲੋਕ ਨਹੀਂ ਹੁੰਦੇ। ਵਿਚਾਰਕ ਅਕਸਰ ਕਰਮ ਦੀ ਦੁਨੀਆ ਦਾ ਆਦਮੀ ਨਹੀਂ ਹੁੰਦਾ, ਅਤੇ ਕਰਮ ਦੀ ਦੁਨੀਆ ਦੇ ਲੋਕ ਅਕਸਰ ਵਿਚਾਰਕ ਨਹੀਂ ਹੁੰਦੇ। ਕਿਉਂਕਿ ਊਰਜਾ ਸਾਡੇ ਲਈ ਸੀਮਿਤ ਹੈ, ਐਨਰਜੀ ਸੀਮਿਤ ਹੈ। ਜੇ ਉਹ ਕਰਮ 'ਚ ਲੱਗ ਜਾਵੇ ਤਾਂ ਵਿਚਾਰ ਦੀ ਤਰਫ ਪ੍ਰਵਾਹਿਤ ਨਹੀਂ ਹੋ ਸਕਦੀ। ਜੇ ਵਿਚਾਰ ਵਿੱਚ ਪ੍ਰਵਾਹਿਤ ਹੋ ਜਾਵੇ ਤਾਂ ਕਰਮ ਵੱਲ ਪ੍ਰਵਾਹਿਤ ਨਹੀਂ ਹੋ ਸਕਦੀ। ਲੇਕਿਨ ਮਨ ਦਾ ਕੰਮ ਪੂਰਾ ਹੋ ਜਾਂਦਾ ਹੈ, ਕਿਉਂਕਿ ਵਿਚਾਰ ਵੀ ਬਹੁਤ ਸੂਖਮ ਅਰਥਾਂ ਵਿੱਚ ਕਰਮਾਂ ਦਾ ਹੀ ਇੱਕ ਰੂਪ ਹੈ। ਉਹ ਵੀ ਕੰਮ ਹੈ, ਉਹ ਇੱਕ ਕੰਮ ਸੂਖਮ ਕਿਰਿਆ ਹੈ। ਆਦਮੀ ਧਨ ਦੇ ਲਈ ਸੋਚ ਰਿਹਾ ਹੈ, ਮਕਾਨ ਦੇ ਲਈ ਸੋਚ ਰਿਹਾ ਹੈ, ਮਿੱਤਰਾਂ ਦੇ ਲਈ ਸੋਚ ਰਿਹਾ ਹੈ, ਸੰਬੰਧੀਆਂ ਦੇ ਲਈ ਸੋਚ ਰਿਹਾ ਹੈ। ਫਿਰ ਇਸ ਤੋਂ ਅੱਕ ਜਾਂਦਾ ਹੈ ਕਿ ਪ੍ਰਮਾਤਮਾ ਦੇ ਲਈ ਸੋਚਦਾ ਹੈ, ਆਤਮਾ ਦੇ ਲਈ ਸੋਚਦਾ ਹੈ, ਮੋਕਸ਼ ਦੇ ਲਈ ਸੋਚਦਾ ਹੈ। ਸੋਚਣਾ ਜਾਰੀ ਰਹਿੰਦਾ ਹੈ। ਆਦਮੀ ਧਨ ਦੇ ਲਈ ਸੋਚ ਰਿਹਾ ਹੈ, ਮਕਾਨ ਦੇ ਲਈ ਸੋਚ ਰਿਹਾ ਹੈ, ਮਿੱਤਰਾਂ ਦੇ ਲਈ ਸੋਚ ਰਿਹਾ ਹੈ। ਅਤੇ ਧਿਆਨ ਰਹੇ, ਮਨ ਦੀ ਇਸ ਦੂਜੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਗਿਆਨ ਯੋਗ ਹੈ। ਉਹ ਕੋਈ ਮਾਰਗ ਨਹੀਂ ਹੈ, ਸੱਚ ਦਾ ਹੈ। ਉਹ ਮਨ ਦਾ ਹੀ ਭੋਜਨ ਹੈ, ਉਹ ਮਨ ਦੀ ਤ੍ਰਿਪਤੀ ਦਾ ਹੀ ਇੱਕ ਰਸਤਾ ਹੈ। ਉਸ ਨਾਲ ਵੀ ਕਦੇ ਕੋਈ ਕਿਤੇ ਵੀ ਨਹੀਂ ਪਹੁੰਚਿਆ। ਹਾਂ, ਮਨ ਲੰਮੀ ਯਾਤਰਾ ਵਿੱਚ ਭਟਕਾ ਦਿੰਦਾ ਹੈ। ਇਹ ਜੋ ਮਾਰਗ ਪੈਦਾ ਹੋਏ ਨੇ, ਇਹ ਮਾਰਗ ਕੋਈ ਸੱਚ ਤੱਕ ਪਹੁੰਚਣ ਤੋਂ ਪੈਦਾ ਨਹੀਂ ਹੁੰਦੇ। ਇਹ ਸਾਡੇ ਮਨ ਦੀਆਂ ਖਾਹਿਸ਼ਾਂ ਹਨ, ਜਿਨ੍ਹਾਂ ਦੀ ਤ੍ਰਿਪਤੀ ਦੇ ਲਈ ਅਸੀਂ ਇਹਨਾਂ ਨੂੰ ਇਜਾਦ ਕੀਤਾ ਹੋਇਆ ਹੈ। ਨਾ ਤਾਂ ਕਰਮ ਨਾਲ ਕੋਈ ਪਹੁੰਚਿਆ ਹੈ, ਨਾ ਗਿਆਨ ਨਾਲ ਕਦੇ ਕੋਈ ਪਹੁੰਚਿਆ ਹੈ। ਲੇਕਿਨ ਗਿਆਨ ਦਾ ਕਾਫੀ ਪ੍ਰਭਾਵ ਹੈ, ਕਿਉਂਕਿ ਇਹ ਤਾਂ ਸਾਡੀ ਸਮਝ ਵਿੱਚ ਆ ਸਕਦਾ ਹੈ ਕਿ ਕਰਮ ਨਾਲ ਕਿਵੇਂ ਪਹੁੰਚਾਂਗੇ। ਜੇ ਇੱਕ ਆਦਮੀ ਮਾਲਾ ਫੇਰ ਰਿਹਾ ਹੈ ਤਾਂ ਮਾਲਾ ਫੇਰਨ ਨਾਲ ਕਿਵੇਂ ਪਹੁੰਚ ਜਾਵਾਂਗੇ। ਕਿੰਨੀ ਹੀ ਫੇਰੇ ਮਾਲਾ ਫੇਰਨ ਨਾਲ ਕਿਵੇਂ ਪਹੁੰਚਾਂਗੇ। ਅਤੇ ਇੱਕ ਆਦਮੀ ਜੋ ਪੂਜਾ ਥਾਲ ਲੈ ਕੇ ਬੈਠਾ ਹੈ ਭਗਵਾਨ ਦੇ ਸਾਹਮਣੇ, ਉਸ ਥਾਲ ਨਾਲ ਅਸੀਂ ਕਿਵੇਂ ਕਿਤੇ ਪਹੁੰਚਾਂਗੇ ਤੇ ਉਹ ਸਾਨੂੰ ਕਿਵੇਂ ਕਿਤੇ ਪਹੁੰਚਾਵੇਗਾ। ਇਹ ਸਾਡੀ ਸਮਝ ਵਿੱਚ ਆ ਜਾਏਗਾ, ਪਰ ਇਹ ਸਾਡੀ ਸਮਝ 'ਚ ਆਉਣਾ ਵੀ ਹੋਰ ਕਠਿਨ ਹੁੰਦਾ ਜਾ ਰਿਹਾ ਹੈ। ਵਿਚਾਰ ਨਾਲ ਹੀ ਪਹੁੰਚਾਂਗੇ। ਇਸ ਨੂੰ ਜਰਾ ਸੋਚ ਲੈਣਾ ਚਾਹੀਦਾ ਹੈ ਕਿ ਵਿਚਾਰ ਕਰ ਕੀ ਸਕਦਾ ਹੈ। ਜਿਸ ਨੂੰ ਅਸੀਂ ਨਹੀਂ ਜਾਣਦੇ ਹਾਂ, ਵਿਚਾਰ ਉਸ ਦੇ ਸੰਬੰਧ ਵਿੱਚ ਸੋਚ ਨਹੀਂ ਸਕਦਾ। ਜਿਸ ਨੂੰ ਅਸੀਂ ਜਾਣਦੇ ਹੀ ਹਾਂ, ਸਿਰਫ ਉਸ ਦੇ ਸੰਬੰਧ ਵਿੱਚ ਸੋਚ ਸਕਦਾ ਹੈ। ਵਿਚਾਰ ਦੇ ਨਵੇਂ ਸੰਬੰਧ ਵਿੱਚ ਕੁਝ ਵੀ ਨਹੀਂ ਸੋਚ ਸਕਦਾ। ਅਗਿਆਨ, ਅਨਨੋਨ ਦੇ ਸੰਬੰਧ ਵਿੱਚ
ਵਿਚਾਰ ਦੀ ਕੋਈ ਉਡਾਨ ਨਹੀਂ ਹੈ। ਤੁਸੀਂ ਕਦੇ ਕੋਈ ਚੀਜ਼ ਸੋਚੀ ਹੈ ਜੋ ਤੁਸੀਂ ਜਾਣਦੇ ਹੀ ਨਹੀਂ? ਤੁਸੀਂ ਕਦੇ ਕੋਈ ਚੀਜ਼ ਸੋਚੀ ਹੈ ਜਿਸ ਨੂੰ ਤੁਸੀਂ ਜਾਣਦੇ ਨਹੀਂ? ਤੁਸੀਂ ਸੋਚ ਹੀ ਨਹੀਂ ਸਕਦੇ। ਸ਼ਾਇਦ ਤੁਸੀਂ ਕਹੋਗੇ, ਮੈਂ ਅਜਿਹਾ ਘੋੜਾ ਸੋਚ ਸਕਦਾ ਹਾਂ ਜੋ ਸੋਨੇ ਦਾ ਬਣਿਆ ਹੈ, ਜਿਸ ਦੇ ਖੰਭ ਹੁੰਦੇ ਹਨ, ਜੋ ਆਕਾਸ਼ ਵਿੱਚ ਉੱਡਦਾ ਹੈ। ਜੋ ਸੋਚ ਸਕਦੇ ਹੋ, ਪਰ ਇਹ ਹੋ ਨਹੀਂ ਸਕਦਾ। ਸਿਰਫ 5-6 ਪੁਰਾਣੀਆਂ ਗੱਲਾਂ ਦਾ ਜੋੜ ਹੋਇਆ। ਤੁਸੀਂ ਖੰਭਾਂ ਨਾਲ ਉੱਡਦੇ ਹੋਏ ਪੰਛੀ ਦੇਖੇ, ਸੋਨਾ ਦੇਖਿਆ, ਘੋੜਾ ਦੇਖਿਆ। ਤਿੰਨਾਂ ਨੂੰ ਜੋੜ ਕੇ ਸੋਨੇ ਦਾ ਘੋੜਾ ਬਣਾ ਸਕਦੇ ਹਾਂ। ਵਿਚਾਰ ਨਾਲ ਖੰਭ ਲਾ ਸਕਦੇ ਹਾਂ, ਉਡਾ ਸਕਦੇ ਹਾਂ। ਲੇਕਿਨ ਇਹ ਤਿੰਨ ਪੁਰਾਣੀਆਂ ਬਾਸੀਆਂ ਚੀਜ਼ਾਂ ਦੀ ਜੋੜ ਵਿੱਚ ਇਸ ਵਿੱਚ ਨਵਾਂ ਕੁਝ ਵੀ ਨਹੀਂ ਹੈ। ਵਿਚਾਰਾਂ ਦੀ ਨਵੀਂ ਸੋਚ ਸਕਦਾ ਹੈ। ਵਿਚਾਰ ਮਾਤਰਾ ਬਾਸਾ ਹੁੰਦਾ ਹੈ ਤੇ ਬਾਰੋਡ ਉਧਾਰਾ ਹੁੰਦਾ ਹੈ। ਮੌਲਿਕ ਵਿਚਾਰ ਜਿਹੀ ਕੋਈ ਚੀਜ਼ ਨਹੀਂ ਹੁੰਦੀ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਓਰੀਜਨਲ ਥਾਟ। ਅਜਿਹੀ ਕੋਈ ਚੀਜ਼ ਨਹੀਂ ਹੁੰਦੀ। ਕੋਈ ਵਿਚਾਰ ਮੌਲਿਕ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਵਿਚਾਰ ਮੌਲਿਕ ਹੋਣ ਦਾ ਕੋਈ ਉਪਾਅ ਨਹੀਂ ਹੈ। ਵਿਚਾਰ ਸਦਾ ਬਾਸਾ ਹੁੰਦਾ ਹੈ, ਕਿਤੋਂ ਲਿਆ ਹੋਇਆ ਹੁੰਦਾ ਹੈ। ਹਾਂ, 10-5 ਵਿਚਾਰਾਂ ਨੂੰ ਤੋੜ ਕੇ ਤੁਸੀਂ ਨਵਾਂ ਯੋਗ ਬਣਾ ਸਕਦੇ ਹੋ। ਉਹ ਨਵਾਂ ਸੰਯੋਗ ਤੁਹਾਨੂੰ ਸੱਚ ਤੱਕ ਲੈ ਜਾਣ ਵਾਲਾ ਨਹੀਂ ਹੈ। ਸੱਚ ਹੈ, ਅਗਿਆਤ ਹੈ, ਅਣਜਾਣ ਹੈ, ਅਨਵਾਕਫ ਹੈ। ਉਹਨੂੰ ਵਿਚਾਰ ਨਾਲ ਕਿਵੇਂ ਜਾਣ ਸਕੋਗੇ? ਜਿਸ ਦਾ ਮੈਨੂੰ ਪਤਾ ਹੀ ਨਹੀਂ ਹੈ, ਉਸ ਨੂੰ ਮੈਂ ਕਿਵੇਂ ਸੋਚ ਸਕਾਂਗਾ? ਉਸ ਨੂੰ ਸੋਚਣ ਦਾ ਉਪਾਅ ਨਹੀਂ ਹੈ। ਉਸ ਸੱਚ ਨੂੰ ਸੋਚਿਆ ਨਹੀਂ ਜਾ ਸਕਦਾ। ਲੇਕਿਨ ਲੋਕ ਬੈਠੇ ਹਨ ਅੱਖਾਂ ਬੰਦ ਕਰਕੇ। ਉਹ ਕਹਿੰਦੇ ਹਨ, ਅਸੀਂ ਸੱਚ ਦਾ ਵਿਚਾਰ ਕਰਦੇ ਹਾਂ। ਵਿਚਾਰ ਕਰ ਰਹੇ ਹੋਵਾਂਗੇ, ਸੱਚ ਦਾ ਨਹੀਂ ਸਕਦਾ ਕੋਈ ਸੱਚ। ਵਿਚਾਰ ਦੀ ਦੀਵਾਰ ਹੀ ਸੱਚ ਨਾਲ ਨਹੀਂ ਜੁੜਨ ਦਿੰਦੀ। ਚਾਹੇ ਉਹ ਵਿਚਾਰ ਅਸੀਂ ਕਿਸੇ ਸ਼ਾਸਤਰ ਤੋਂ ਲਏ ਹੋਣ, ਚਾਹੇ ਉਹ ਵਿਚਾਰ ਅਸੀਂ ਕਿਸੇ ਤੋਂ ਲਏ ਹੋਣ, ਚਾਹੇ ਉਹ ਵਿਚਾਰ ਅਸੀਂ ਆਪਣੇ ਜੀਵਨ ਦੇ ਅਨੁਭਵ ਲਈ ਇਕੱਠੇ ਕੀਤੇ ਹੋਣ। ਲੇਕਿਨ ਵਿਚਾਰ ਦੀ ਜੋ ਪਰਤ ਹੈ, ਉਹ ਵਿਚਾਰ ਉਹ ਸਾਡੇ ਅਤੇ ਸੱਚ ਦੇ ਵਿਚਾਲੇ ਬੁਨਿਆਦੀ ਥਕਾਵਟ ਹੈ, ਬੁਨਿਆਦੀ ਰੁਕਾਵਟ ਹੈ। ਲੇਕਿਨ ਗਿਆਨੀ ਕਰਮ ਦੀ ਨਿੰਦਿਆ ਕਰਨਗੇ। ਉਹ ਕਹਿਣਗੇ, ਕੀ ਹੋਵੇਗਾ? ਕਰਮ ਨਾਲ ਸੋਚੋ। ਸੋਚਣਾ ਵੀ ਕਰਮ ਦਾ ਸੂਖਮ ਰੂਪ ਹੈ। ਅਸਲ ਵਿੱਚ ਕਰਮ ਅਤੇ ਸੋਚਣ ਦਾ ਫਰਕ ਕੀ ਹੈ? ਕਰਮ ਵਿੱਚ ਸਰੀਰ ਭਾਈਵਾਲ ਹੁੰਦਾ ਹੈ, ਸੋਚਣ 'ਚ ਸਿਰਫ ਕਰਮ ਭਾਈਵਾਲ ਹੁੰਦਾ ਹੈ। ਸੋਚਣਾ ਮਨ ਦਾ ਕਰਮ ਹੈ। ਇੱਕ ਕਰਮ ਜੇ ਤੁਸੀਂ ਸੋਚਦੇ ਹੋ ਤਾਂ ਕੋਈ ਵੀ ਕੰਮ ਨੇਪਰੇ ਚੜ੍ਹ ਸਕਦਾ ਹੈ, ਅਤੇ ਜੇ ਸਿਰਫ ਮਨ ਦਾ ਉਪਯੋਗ ਕਰੋ ਤਾਂ ਸੋਚਣਾ ਤੇ ਵਿਚਾਰਨਾ ਹੋ ਜਾਏਗਾ। ਮੈਂ ਭੋਜਨ ਕਰਾਂ, ਮੈਂ ਸਰੀਰ ਦਾ ਉਪਯੋਗ ਨਾ ਕਰਾਂ, ਕਰਮ ਹੋ ਜਾਏਗਾ। ਅਤੇ ਮੈਂ ਅੱਖਾਂ ਬੰਦ ਕਰਕੇ ਵਿਚਾਰ ਕਰਾਂ, ਵਿਚਾਰ ਹੋ ਜਾਏਗਾ। ਉਹ ਵੀ ਕਰਮ ਹੈ, ਸਿਰਫ ਮਾਨਸਿਕ ਕਰਮ, ਜਿਸ ਨੂੰ ਅਸੀਂ ਗਿਆਨ ਯੋਗ ਕਹਿੰਦੇ ਹਾਂ। ਉਹ ਕਿੱਥੇ ਲੈ ਜਾ ਸਕਦਾ ਹੈ? ਕਿਤੇ ਵੀ ਨਹੀਂ ਲੈ ਕੇ ਜਾ ਸਕਦਾ। ਉਹ ਮਨ ਦੀ ਗਹਿਰਾਈ ਪਰਤ ਨੂੰ ਤ੍ਰਿਪਤ ਕਰ ਦਿੰਦਾ ਹੈ। ਇਸ ਲਈ ਦੂਜਾ ਰਸਤਾ ਗਿਆਨ ਯੋਗ ਹੈ, ਪਰ ਉਹ ਵੀ ਰਸਤਾ ਨਹੀਂ ਹੈ। ਤੀਜਾ ਰਸਤਾ ਹੈ ਭਾਵ ਦਾ। ਉਹ ਮਨ ਦੀ ਕੇਂਦਰੀ ਤਾਕਤ ਹੈ। ਇਮੋਸ਼ਨਲ ਸਭ ਤੋਂ ਗਹਿਰਾ ਹੈ। ਕਰਮ ਸਭ ਤੋਂ ਉੱਪਰ ਹੈ, ਉਸ ਤੋਂ ਬਾਅਦ ਵਿਚਾਰ ਹੈ, ਉਸ ਤੋਂ ਬਾਅਦ ਭਾਵ ਹੈ। ਭਾਵ ਲਈ ਸੂਖਮ ਹੈ। ਭਾਵ ਨੂੰ ਪਛਾਣਨਾ ਹੀ ਮੁਸ਼ਕਲ ਹੈ। ਜਦ ਤੱਕ ਉਹ ਵਿਚਾਰ ਨਾ ਬਣ ਜਾਵੇ, ਅਸੀਂ ਉਸ ਨੂੰ ਪਛਾਣ ਵੀ ਨਹੀਂ ਸਕਦੇ। ਅਤੇ ਜਦ ਤੱਕ ਉਹ ਕਰਮ ਨਾ ਬਣ ਜਾਵੇ, ਤਦ ਤੱਕ ਦੂਜੇ ਨਹੀਂ ਪਛਾਣ ਸਕਦੇ। ਭਾਵ ਜਦ ਵਿਚਾਰ ਬਣਦਾ ਹੈ ਤਾਂ ਅਸੀਂ ਪਛਾਣ ਸਕਦੇ ਹਾਂ, ਅਤੇ ਭਾਵ ਜਦ ਕਰਮ ਬਣ ਜਾਂਦਾ ਹੈ ਤਦ ਦੂਜੇ ਪਛਾਣ ਸਕਦੇ ਹਨ। ਭਾਵ ਅਤੀ ਸੂਖਮ ਮਨ ਹੈ। ਇਸ ਲਈ ਕੁਝ ਲੋਕ ਕਹਿੰਦੇ ਨੇ, ਇਹ ਵਿਚਾਰ ਨਾਲ ਨਹੀਂ ਹੋਣਾ, ਤਰਕ ਨਾਲ ਹੋਣਾ ਹੈ। ਸੋਚਣ ਨਾਲ ਕੀ ਹੋਣਾ? ਉਹ ਭਾਵਨਾ ਨਾਲ ਹੋਵੇਗਾ, ਭਗਤੀ ਨਾਲ ਹੋਵੇਗਾ। ਉਹ ਕਹਿੰਦੇ ਹਨ, ਸੋਚਣਾ ਵੀ ਛੱਡੋ, ਕਰਮ ਵੀ ਛੱਡੋ, ਭਾਵ ਵਿੱਚ ਲੀਨ ਹੋ ਜਾਓ। ਲੇਕਿਨ ਭਾਵ ਗਹਿਰੀ ਪਰਤ ਹੈ। ਚਾਹੇ ਉਹ ਭਾਵ ਪ੍ਰੇਮ ਦਾ ਹੋਵੇ, ਚਾਹੇ ਉਹ ਭਾਵ ਕ੍ਰੋਧ ਦਾ ਹੋਵੇ, ਚਾਹੇ ਉਹ ਭਾਵ ਮਿੱਤਰਤਾ ਦਾ ਹੋਵੇ, ਚਾਹੇ ਉਹ ਵੈਰ ਦਾ ਹੋਵੇ, ਚਾਹੇ ਉਹ ਦੋਸਤ ਦਾ ਹੋਵੇ, ਚਾਹੇ ਉਹ ਭਾਵ ਸਮਰਪਣ ਦਾ ਹੋਵੇ, ਚਾਹੇ ਭਾਵ ਵੀ ਮੇਰੇ ਮਨ ਦੀ ਭਾਵ ਦਸ਼ਾ ਹੈ। ਮੇਰਾ ਹੀ ਮਨ ਭਾਵ ਕਰ ਰਿਹਾ ਹੈ। ਇਹ ਜੋ ਭਾਵ ਹੈ, ਇਹਨਾਂ ਤੋਂ ਭਗਤੀ ਦਾ ਜਨਮ ਹੋਇਆ। ਅਸੀਂ ਭਾਵ ਕਰੀਏ, ਭਾਵ ਕਰਕੇ ਅਸੀਂ ਇਲਿਊਜ਼ਨਸ ਪੈਦਾ ਕਰਦੇ ਹਾਂ। ਭਾਵ ਕਰਕੇ ਅਸੀਂ ਬੜੇ ਭੁਲੇਖੇ ਪੈਦਾ ਕਰਦੇ ਹਾਂ। ਭਾਵ ਨਾਲ ਅਸੀਂ ਜੋ ਚਾਹੀਏ ਉਹ ਸੁਪਨਾ ਆਪਣੇ ਅੰਦਰ ਤੱਕ ਪ੍ਰਤੀਤ ਹੋ ਜਾਂਦਾ ਹੈ, ਸੱਚ ਪ੍ਰਤੀਤ ਹੋ ਜਾਂਦਾ ਹੈ। ਭਾਵ ਦੀ ਬੜੀ ਸ਼ਕਤੀ ਹੈ। ਜੇ ਕੋਈ ਪੂਰੇ ਮਨ ਨਾਲ ਭਾਵ ਕਰੇ ਤਦ ਉਹ ਵੀ ਭਾਵ ਕਰੇਗਾ।
ਉਹੀ ਹੋ ਜਾਏਗਾ। ਹਿਪਨੋਸਿਸ ਵਿੱਚ, ਸਮੋਹਣ ਵਿੱਚ ਇਹੀ ਹੋ ਰਿਹਾ ਹੈ। ਜੇ ਇੱਕ ਆਦਮੀ ਨੂੰ ਸਮੋਹਿਤ ਕਰਕੇ ਕਹਿ ਗਿਆ ਹੋਵੇ, ਹੁਣ ਤੂੰ ਆਦਮੀ ਨਹੀਂ ਰਿਹਾ, ਤੂੰ ਕੁੱਤਾ ਹੋ ਗਿਆ ਹੈ, ਸਮੋਹਣ ਦੀ ਹਾਲਤ ਵਿੱਚ ਉਸਦਾ ਕੰਮ ਵੀ ਬੰਦ ਹੋ ਗਿਆ ਹੈ, ਵਿਚਾਰ ਵੀ ਬੰਦ ਹੋ ਗਿਆ ਹੈ, ਸਿਰਫ ਭਾਵ ਰਹਿ ਗਿਆ ਹੈ। ਵਿਚਾਰ ਥੋੜੀ ਬਹੁਤੀ ਰੁਕਾਵਟ ਪਾ ਸਕਦਾ ਹੈ। ਵਿਚਾਰ ਕਹਿ ਸਕਦਾ ਹੈ ਕਿ ਕੌਣ ਹੈ ਕਹਿੰਦਾ ਹੈ ਕਿ ਮੈਂ ਕੁੱਤਾ ਹੋ ਗਿਆ ਹਾਂ, ਮੈਂ ਆਦਮੀ ਹਾਂ, ਪਰ ਵਿਚਾਰਾਂ ਨੂੰ ਸਵਾ ਦਿੱਤਾ ਗਿਆ, ਹੁਣ ਸਿਰਫ ਭਾਵ ਰਹਿ ਗਿਆ। ਭਾਵ ਬਿਲਕੁਲ ਅੰਨਾ ਹੈ। ਜੇ ਇੱਕ ਆਦਮੀ ਦੇ ਮਨ ਵਿੱਚ ਸਿਰਫ ਭਾਵ ਰਹਿ ਗਿਆ ਤਾਂ ਉਸਨੂੰ ਸੁਝਾਵ ਦਿੱਤਾ ਜਾਏ ਕਿ ਤੂੰ ਕੁੱਤਾ ਹੈ, ਤਾਂ ਉਹ ਸਿਰਫ ਇੱਕ ਆਦਮੀ ਨੂੰ ਕਿਹਾ ਜਾਵੇ, ਬੋਲ ਤਾਂ ਉਹ ਬੋਲੇਗਾ ਨਹੀਂ, ਭੌਂਕਣਾ ਸ਼ੁਰੂ ਕਰ ਦੇਵੇਗਾ, ਕਿਉਂਕਿ ਉਸਨੇ ਪਕੜ ਲਿਆ ਹੈ ਕਿ ਕੁੱਤਾ ਹੈ। ਹੁਣ ਇੱਕ ਯੂਨੀਵਰਸਿਟੀ ਵਿੱਚ ਅਮਰੀਕਾ ਵਿੱਚ ਇੱਕ ਬਹੁਤ ਅਨੋਖੀ ਘਟਨਾ ਵਾਪਰ ਗਈ, ਅਤੇ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਸਮੋਹਨ ਉੱਤੇ ਕਾਨੂੰਨੀ ਪਾਬੰਦੀ ਲਾਉਣੀ ਪਈ। 4 ਵਿਦਿਆਰਥੀਆਂ ਇੱਕ ਹੋਸਟਲ 'ਚ ਹਿਪਨੋਟਿਜ਼ਮ ਤੇ ਇੱਕ ਕਿਤਾਬ ਪੜ੍ਹ ਰਹੇ ਸਨ। ਸਮੋਹਨ ਉੱਤੇ ਇੱਕ ਕਿਤਾਬ ਪੜ੍ਹ ਰਹੇ ਸਨ। ਕਿਤਾਬ ਵਿੱਚ ਉਹਨਾਂ ਨੇ ਪੜ੍ਹਿਆ ਕਿ ਜਿਸ ਤਰ੍ਹਾਂ ਭਾਵ ਕੀਤਾ ਉਹੀ ਹੋ ਸਕਦਾ ਹੈ, ਤੇ ਉਹਨਾਂ 4 ਵਿੱਚੋਂ ਇੱਕ ਨੇ ਤੈਅ ਕੀਤਾ ਕਿ ਇਹ ਸੰਭਵ ਹੈ, ਇਹ ਹੋ ਨਹੀਂ ਸਕਦਾ, ਫਿਰ ਵੀ ਪ੍ਰਯੋਗ ਕਰਕੇ ਦੇਖਿਆ ਜਾਵੇ। ਇੱਕ ਯੁਵਕ ਨੂੰ ਉਹਨਾਂ ਨੇ ਕਮਰੇ ਵਿੱਚ ਲਿਟਾ ਕੇ ਦਰਵਾਜ਼ਾ ਬੰਦ ਕਰ ਲਿਆ। ਤਿੰਨਾਂ ਨੇ ਉਸਨੂੰ ਸੁਝਾਅ ਦੇਣੇ ਸ਼ੁਰੂ ਕਰ ਦਿੱਤੇ, ਸੁਜੈਸ਼ਨ ਦੇਣੇ ਸ਼ੁਰੂ ਕਰ ਦਿੱਤੇ, ਸੁਜੈਸ਼ਨ, ਤੇ ਬੇਹੋਸ਼ ਹੋ ਗਿਆ। ਜਦੋਂ ਬੇਹੋਸ਼ ਹੋ ਗਿਆ ਤਾਂ ਯੁਵਕ, ਉਹ ਅੱਧੇ ਘੰਟੇ ਤੱਕ ਉਸਨੂੰ ਸੁਝਾਅ ਦਿੰਦੇ ਰਹੇ। ਹੌਲੀ ਹੌਲੀ ਉਹਨਾਂ ਦੇਖਿਆ ਕਿ ਉਹ ਯੁਵਕ ਬੇਹੋਸ਼ ਹੋ ਗਿਆ ਹੈ। ਮਜ਼ਾਕ ਵਿੱਚ ਉਹਨਾਂ ਵਿੱਚ ਠੀਕ ਹੀ ਬੇਹੋਸ਼ੀ ਦੀ ਤਾਂ ਹੀ ਆ ਗਈ। ਇੱਕ ਨੇ ਮਜ਼ਾਕ ਵਿੱਚ ਉਸਨੂੰ ਕਿਹਾ ਕਿ ਤੂੰ ਮਰ ਗਿਆ ਹੈ। ਉਹ ਯੁਵਕ ਵਾਪਸ ਨਹੀਂ ਮੁੜਿਆ, ਉਸਦਾ ਸਾਹ ਬੰਦ ਹੋ ਗਿਆ। ਉਹ ਮੁਕੱਦਮਾ ਚੱਲਿਆ, ਪਰ ਉਹ ਅਣਜਾਣੇ 'ਚ ਅਪਰਾਧ ਹੋ ਗਿਆ ਸੀ। ਉਹਨਾਂ ਵਿੱਚੋਂ ਕੋਈ ਵੀ ਉਸਨੂੰ ਮਾਰਨਾ ਨਹੀਂ ਚਾਹੁੰਦਾ ਸੀ, ਲੇਕਿਨ ਜੋ ਪੂਰਾ ਮਨ ਜ਼ੋਰ ਲਾ ਰਿਹਾ ਸੀ ਉਹ ਗੱਲ ਨੂੰ ਪਕੜ ਲਵੇ ਕਿ ਮੈਂ ਮਰ ਗਿਆ ਹਾਂ, ਤਾਂ ਉਸ ਦੁਨੀਆ ਤੋਂ ਉਸਨੂੰ ਕੋਈ ਤਾਕਤ ਨਹੀਂ ਬਚਾ ਸਕਦੀ। ਭਾਵ ਜੇ ਅਸੀਂ ਪ੍ਰਯੋਗ ਕਰਨਾ ਚਾਹੀਏ ਤਾਂ ਪ੍ਰਯੋਗ ਕਰ ਸਕਦੇ ਹਾਂ। ਭਗਤ ਕ੍ਰਾਈਸਟ ਨੂੰ ਦੇਖ ਸਕਦਾ ਹੈ। ਯੂਰਪ ਵਿੱਚ ਈਸਾਈ ਫਕੀਰ ਹਨ, ਅੱਜ ਵੀ ਉਹ ਜਿਉਂਦੇ ਹਨ, ਜਿਨ੍ਹਾਂ ਦੇ ਸਰੀਰ ਤੇ ਸਟਿਗਮੈਂਟ ਅਤੇ ਜਸੀਸ ਨੂੰ ਸੂਲੀ ਤੇ ਹੱਥਾਂ 'ਚ ਕਿੱਲ ਠੋਕੇ ਸ਼ੁੱਕਰਵਾਰ ਵਾਲੇ ਦਿਨ ਠੋਕੇ ਗਏ ਸਨ। ਸ਼ੁੱਕਰਵਾਰ ਵਾਲੇ ਦਿਨ ਅੱਜ ਵੀ ਯੂਰਪ ਵਿੱਚ ਇਹੋ ਜਿਹੇ ਫਕੀਰ ਹਨ, ਜਿਹੜੇ ਉਹ ਹੱਥ ਫੈਲਾ ਕੇ ਬੈਠੇ ਰਹਿੰਦੇ ਹਨ। ਹਜ਼ਾਰਾਂ ਲੋਕ ਦੇਖਣ ਨੂੰ ਇਕੱਠੇ ਹੁੰਦੇ ਹਨ। ਜਿਸ ਸਮੇਂ ਕਿੱਲ ਠੋਕੇ ਗਏ ਸਨ ਜੀਸਸ ਦੇ ਹੱਥਾਂ ਵਿੱਚ, ਉਸ ਸਮੇਂ ਉਹਨਾਂ ਦੇ ਹੱਥਾਂ 'ਚ ਆਪਣੇ ਆਪ ਛੇਕ ਹੋ ਜਾਂਦੇ ਸਨ, ਖੂਨ ਵਗਣਾ ਸ਼ੁਰੂ ਹੋ ਜਾਂਦਾ ਸੀ। ਉਹ ਇੰਨੀ ਇਕਮਿਕਤਾ ਕਰ ਲੈਂਦੇ ਸਨ ਕਿ ਭਾਵ ਵਿੱਚ ਜੀਸਸ ਦੇ ਨਾਲ ਇੱਕ ਹੋ ਜਾਂਦੇ ਸਨ। ਇਸ ਤਰ੍ਹਾਂ ਅਜਿਹਾ ਨਹੀਂ ਸੋਚਦੇ ਸੀ। ਜੀਸਸ ਸੂਲੀ ਲੱਗੀ ਤਦ ਉਹ ਸੋਚਦੇ ਹਨ ਕਿ ਮੈਨੂੰ ਸੂਲੀ ਲੱਗੀ ਅਤੇ ਮੈਂ ਮਰੀਅਮ ਦਾ ਬੇਟਾ ਜੀਸਸ ਹਾਂ, ਮੇਰੇ ਹੱਥਾਂ 'ਚ ਕਿੱਲ ਠੋਕੇ ਗਏ ਹਨ। ਅਤੇ ਜੇ ਪੂਰੇ ਭਾਵ ਨਾਲ ਇਹ ਗੱਲ ਸੋਚ ਲਈ ਹੈ ਤਾਂ ਜਿਵੇਂ ਹੱਥਾਂ 'ਚ ਕਿੱਲ ਠੁਕ ਗਏ ਹਨ, ਹਜ਼ਾਰਾਂ ਲੋਕ ਅੰਗਿਆਰਾਂ ਤੇ ਤੁਰ ਲੈਂਦੇ ਹਨ। ਉਹ ਸਿਰਫ ਭਾਵ ਦੀ ਗੱਲ ਹੈ। ਜੇ ਭਾਵ ਨੇ ਪੂਰਾ ਪੱਕਾ ਤੈਅ ਕਰ ਲਿਆ, ਅੱਗ ਨਹੀਂ ਲੱਗੀ ਤਾਂ ਬਹੁਤ ਕਠਿਨ ਹੈ ਅੱਗ ਦਾ ਲੱਗ ਜਾਣਾ। ਭਾਵ ਜੇਕਰ ਤੀਬਰਤਾ ਨਾਲ ਕੋਈ ਗੱਲ ਗ੍ਰਹਿਣ ਕਰਨ ਲਵੇ ਤਾਂ ਉਹ ਸੰਭਵ ਹੈ, ਪਰ ਉਹ ਸਾਡਾ ਹੀ ਪੈਦਾ ਕੀਤਾ ਹੋਇਆ ਹੈ, ਸਾਡੇ ਮਨ ਦਾ ਹੀ ਪ੍ਰੋਜੈਕਸ਼ਨ ਹੈ, ਅਸੀਂ ਹੀ ਪੈਦਾ ਕੀਤਾ ਹੋਇਆ ਹੈ। ਕ੍ਰਿਸ਼ਨ ਦੇ ਦਰਸ਼ਨ ਹੋ ਸਕਦੇ ਹਨ ਬੰਸਰੀ ਵਜਾਉਂਦੇ ਦੇ, ਕ੍ਰਿਸ਼ਨ ਦੇ ਨਾਲ ਖੇਡ ਵੀ ਹੋ ਸਕਦੀ ਹੈ, ਲੀਲਾ ਵੀ ਹੋ ਸਕਦੀ ਹੈ, ਨਹੀਂ, ਪਰ ਉਹ ਕ੍ਰਿਸ਼ਨ ਸਾਡੇ ਮਨ ਦਾ ਅਕਸ਼ ਹੈ, ਸਾਡੇ ਹੀ ਭਾਵ ਦਾ ਅਕਸ਼ ਹੈ। ਇਸ ਲਈ ਜੋ ਭਗਤੀ ਦੇ ਤੁਰਨ ਵਾਲਾ ਆਦਮੀ ਉਸ ਮਾਰਗ ਨੂੰ ਪਕੜਨ 'ਚ ਜੋ ਲੱਗਾ ਹੈ, ਉਹ ਕਹੇਗਾ ਸ਼ੱਕ ਨਾ ਕਰਨਾ, ਕਿਉਂਕਿ ਸ਼ੱਕ ਕੀਤਾ ਤਾਂ ਭਾਵ ਪੂਰਾ ਨਹੀਂ ਹੋ ਸਕੇਗਾ। ਉਹ ਕਹੇਗਾ ਵਿਚਾਰ ਨਾ ਕਰਨਾ, ਕਿਉਂਕਿ ਵਿਚਾਰ ਕੀਤਾ ਤਾਂ ਵਿਰੋਧੀ ਵਿਚਾਰ ਵੀ ਨਹੀਂ ਹੋ ਸਕਦਾ। ਉਹ ਕਹੇਗਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਣ ਕਰ ਦਿਓ ਭਗਵਾਨ ਦੇ ਲਈ। ਅਤੇ ਭਗਵਾਨ ਕੌਣ? ਉਹ ਵੀ ਮੇਰੇ ਮਨ ਦਾ ਭਾਵ ਹੈ। ਭਗਵਾਨ ਦਾ ਹੀ ਪਤਾ ਹੁੰਦਾ ਤਾਂ ਠੀਕ ਸੀ, ਉਸਦਾ ਤਾਂ ਪਤਾ ਨਹੀਂ। ਆਪਣੇ ਹੀ ਮਨ ਦੇ ਇੱਕ ਭਾਵ ਦੇ ਪ੍ਰਤੀ ਸਮਰਪਣ ਕਰ ਦਿਓ, ਫਿਰ ਜਿਉ ਜਿਹੀ ਸਾਡੀ ਕਲਪਨਾ ਹੋਵੇਗੀ ਉਹੋ ਜਿਹਾ ਹੋਣਾ ਸ਼ੁਰੂ ਹੋ ਜਾਏਗਾ।
ਤੁਲਸੀ ਨੇ ਕਿਹਾ, ਜਿਸ ਨੇ ਜਿਹੋ ਜਿਹੀ ਉਸਦੀ ਮੂਰਤੀ ਦੀ ਕਲਪਨਾ ਕੀਤੀ ਹੈ ਉਹੋ ਜਿਹੇ ਉਸਦੇ ਦਰਸ਼ਨ ਮਿਲੇ। ਉਸਦੇ ਦਰਸ਼ਨ ਨਹੀਂ ਮਿਲੇ। ਜਿਸ ਨੇ ਉਸਦੀ ਜਿਹੋ ਜਿਹੀ ਕਲਪਨਾ ਕੀਤੀ, ਆਪਣੀ ਹੀ ਕਲਪਨਾ ਦੇ ਇੱਕ ਦਰਸ਼ਨ ਕਰ ਲਏ। ਅਸੀਂ ਆਪਣੀ ਹੀ ਕਲਪਨਾ ਦੇ ਦਰਸ਼ਨ ਕਰ ਸਕਦੇ ਹਾਂ, ਪਰ ਕਲਪਨਾ ਦਾ ਦਰਸ਼ਨ ਸੱਚ ਤੱਕ ਲੈ ਜਾਣ ਵਾਲਾ ਨਹੀਂ ਹੈ। ਇਸ ਲਈ ਜਿੰਨਾ ਕਲਪਨਾ 'ਚ ਗੂੜਾ ਹੋਵੇਗਾ, ਉਹਨਾਂ ਭਗਤੀ ਦੇ ਰਸਤੇ ਤੇ ਆਸਾਨੀ ਹੋ ਸਕਦੀ ਹੈ। ਪੁਰਸ਼ ਦੀ ਬਜਾਏ ਇਸਤਰੀ ਨੂੰ ਜ਼ਿਆਦਾ ਆਸਾਨੀ ਹੋ ਸਕਦੀ ਹੈ। ਇਸ ਲਈ ਮੰਦਰਾਂ ਵਿੱਚ ਭਜਨ ਕੀਰਤਨ ਵਿੱਚ ਪੁਰਸ਼ ਦੀ ਬਜਾਏ ਇਸਤਰੀ ਦੀ ਭੀੜ ਹੈ। ਉਸ ਦਾ ਕਾਰਨ ਹੈ ਉਸ ਕੋਲ ਭਾਵ ਦੀ ਜ਼ਿਆਦਾ ਤੀਬਰਤਾ ਹੈ। ਇਸ ਲਈ ਅੱਜ ਹੀ ਦੁਨੀਆ ਦੇ ਬਜਾਏ 2000 ਪਹਿਲਾਂ ਭਗਤੀ ਜ਼ਿਆਦਾ ਆਸਾਨ ਸੀ, ਕਿਉਂਕਿ ਭਾਵ ਦਾ ਜ਼ਿਆਦਾ ਸੌਖ ਨਾਲ ਮਿਲ ਜਾਂਦਾ ਸੀ, ਅਤੇ 10,000 ਸਾਲ ਪਹਿਲਾਂ ਹੋਰ ਆਸਾਨ ਸੀ। ਅੱਜ ਤੋਂ 10,000 ਸਾਲ ਪਹਿਲਾਂ ਤੋਂ ਦੇਵੀ ਦੇਵਤਿਆਂ ਨੂੰ ਬਹੁਤੀ ਦੂਰ ਨਹੀਂ ਰਹਿਣਾ ਪੈਂਦਾ ਸੀ। ਇੱਥੇ ਜ਼ਮੀਨ ਤੇ ਹੀ ਰਹਿ ਜਾਂਦੇ ਸੀ। ਉਹਨਾਂ ਨੂੰ ਬਹੁਤ ਦੂਰ ਰਹਿਣਾ ਪੈਂਦਾ ਹੈ, ਕਿਉਂਕਿ ਆਪਣੀ ਆਦਮੀ ਬਹੁਤ ਸੋਚ ਵਿਚਾਰ ਕਰਨ ਲੱਗਾ ਹੈ। ਉਹਨਾਂ ਦੇ ਤਾਂ ਆਦਮੀ ਦੇ ਵਿਚਾਲੇ ਫਾਸਲਾ ਹੋ ਗਿਆ। ਦੇਵੀ ਦੇਵਤੇ ਉਤਰ ਕੇ ਉਹਨਾਂ ਨੂੰ ਚੜਾਇਆ ਗਿਆ। ਭੋਜਨ ਗ੍ਰਹਿਣ ਕਰ ਲੈਂਦੇ ਸਨ, ਗੱਲਬਾਤ ਵੀ ਹੁੰਦੀ ਸੀ, ਤਾਲਮੇਲ ਵੀ ਹੁੰਦਾ ਸੀ। ਦੇਵਤਿਆਂ ਨਾਲ ਆਦਮੀਆਂ ਦੀਆਂ ਇਸਤਰੀਆਂ ਦਾ ਪ੍ਰੇਮ ਵੀ ਹੋ ਜਾਂਦਾ ਸੀ, ਬੱਚੇ ਵੀ ਹੋ ਜਾਂਦੇ ਸੀ, ਸਭ ਹੁੰਦਾ ਸੀ। ਦੇਵਤੇ ਬਹੁਤ ਨੇੜੇ ਸੀ, ਕਿਉਂਕਿ ਜੋ ਆਦਮੀ ਕਰਦਾ ਨਾ, ਬਹੁਤ ਠੀਕ ਕਰਦਾ, ਕਿਉਂਕਿ ਉਹ ਦੇਵਤੇ ਸਾਡੀ ਕਲਪਨਾ ਤੋਂ ਵੱਧ ਨਹੀਂ ਸਨ। ਉਹ ਦੇਵਤੇ ਦਿਨ ਦੇ ਸੁਪਨੇ ਸਨ, ਡੇ ਡ੍ਰੀਮਸ ਸਨ, ਜੋ ਅਸੀਂ ਦੇਖੇ ਸਨ। ਅਸੀਂ ਇਸ ਲਈ ਖੋ ਗਏ। ਉਹ ਸਾਡੇ ਸੁਪਨੇ ਸਨ। ਅਸੀਂ ਜਾਗ ਤਾਂ ਉਹ ਸੌਂ ਗਏ। ਆਉਣ ਵਾਲੀ ਦੁਨੀਆ ਵਿੱਚ ਭਗਤ ਦੇ ਬਚਣ ਦੀ ਬਹੁਤ ਘੱਟ ਸੰਭਾਵਨਾ ਹੈ, ਕਿਉਂਕਿ ਭਾਵ ਉਹਨਾਂ ਬਿਨਾਂ ਤਰਕ ਦਾ ਜਿੰਦਾ ਨਹੀਂ ਰਹਿ ਸਕਦਾ। ਤਰਕ ਵਿਚਾਲੇ ਖੜਾ ਹੋ ਜਾਂਦਾ ਹੈ। ਤਰਕ ਵਿਚਾਲੇ ਖੜਾ ਹੋ ਜਾਂਦਾ ਹੈ ਤਾਂ ਭਾਵ ਪੂਰਾ ਨਹੀਂ ਹੋ ਜਾਂਦਾ। ਕਲਪਨਾ ਲੁੱਟ ਜਾਂਦੀ ਹੈ। ਜੇ ਇਹਨਾਂ ਦੀ ਇੰਨਾ ਵੀ ਸ਼ੱਕ ਆ ਜਾਵੇ, ਕਿਤੇ ਵੀ ਮੇਰੀ ਕਲਪਨਾ ਹੀ ਨਹੀਂ ਹੈ, ਇਹ ਸਭ ਗਿਆ ਅਤੇ ਗੱਲ ਖਤਮ ਹੋ ਗਈ। ਇੰਨਾ ਸ਼ੱਕ ਵੀ ਆਉਣ ਨਾਲ ਭਾਵ ਵਿਦਾ ਹੋ ਜਾਵੇਗਾ। ਭਾਵ ਪੂਰੀ ਮੰਗ ਕਰਦਾ ਹੈ। ਉਹ ਕਹਿੰਦਾ ਕਿ ਪੂਰਾ ਦੇ ਦਿਓ, ਆਪਣੇ ਆਪ ਨੂੰ ਜਰਾ ਵੀ ਇੰਚ ਵੀ ਬਚਾਉਣਾ ਨਾ, ਪੂਰਾ ਆਪਣੇ ਆਪ ਨੂੰ ਦੇ ਦਿਓ। ਲੇਕਿਨ ਨਾ ਤਾਂ ਭਾਵ ਨਾਲ, ਨਾ ਗਿਆਨ ਨਾਲ, ਨਾ ਕਰਮ ਨਾਲ ਆਦਮੀ ਮਨ ਦੇ ਉੱਪਰ ਉੱਠ ਪਾਉਂਦਾ ਹੈ। ਮਨ ਦੇ ਉੱਪਰ ਉੱਠਣਾ ਹੋਵੇ ਤਾਂ ਤਿੰਨ ਗੱਲਾਂ ਦੇ ਉੱਪਰ ਉੱਠਣਾ ਪੈਂਦਾ ਹੈ। ਕਰਮ ਦੇ ਉੱਪਰ ਉੱਠਣਾ ਪੈਂਦਾ ਹੈ, ਗਿਆਨ ਦੇ ਉੱਪਰ ਉੱਠਣਾ ਪੈਂਦਾ ਹੈ, ਭਾਵ ਦੇ ਉੱਪਰ ਉੱਠਣਾ ਪੈਂਦਾ ਹੈ। ਹਰ ਤਰ੍ਹਾਂ ਦੀ ਕਲਪਨਾ ਛੱਡਣੀ ਪੈਂਦੀ ਹੈ। ਹਰ ਤਰ੍ਹਾਂ ਦੇ ਵਿਚਾਰ ਵੀ ਛੱਡ ਦੇਣੇ ਪੈਂਦੇ ਨੇ। ਸਭ ਤਰ੍ਹਾਂ ਦੀ ਅੰਦਰੂਨੀ ਕਿਰਿਆ ਵੀ ਛੱਡਣੀ ਪੈਂਦੀ ਹੈ। ਇਸਦਾ ਇਹ ਮਤਲਬ ਨਹੀਂ ਹੈ ਕਿ ਆਦਮੀ ਕੁਛ ਨਹੀਂ ਕਰੇਗਾ। ਨਹੀਂ, ਕਰਨ ਨਾਲ ਉਹ ਜਾਣੇਗਾ ਕਿ ਕਰਨ ਨਾਲ ਸੱਚ ਨਹੀਂ ਮਿਲਣ ਵਾਲਾ ਹੈ। ਕਰਨ ਨਾਲ ਵਸਤੂਆਂ ਨਹੀਂ ਮਿਲ ਸਕਦੀਆਂ। ਜੇ ਮੈਂ ਚੱਲਾਂਗਾ ਤਾਂ ਰਾਜਕੋਟ ਆ ਸਕਦਾ ਹਾਂ, ਮੋਕਸ਼ ਨਹੀਂ ਪਹੁੰਚ ਸਕਦਾ। ਚੱਲਣ ਨਾਲ ਮੋਕਸ਼ ਨਹੀਂ ਪਹੁੰਚ ਸਕਦਾ, ਚੱਲਣ ਨਾਲ ਰਾਜਕੋਟ ਪਹੁੰਚ ਸਕਦਾ ਹਾਂ। ਇਸ ਲਈ ਇਸਦਾ ਇਹ ਮਤਲਬ ਹੈ ਕਿ ਵਿਚਾਰ ਕਰਨਾ ਛੱਡ ਦੇਣਾ। ਵਿਚਾਰ ਨਾਲ ਬਹੁਤ ਕੁਝ ਜਾਣਿਆ ਜਾ ਸਕਦਾ ਹੈ। ਸਾਰਾ ਵਿਗਿਆਨ ਵਿਚਾਰ ਦੀ ਖੋਜ ਹੈ, ਲੇਕਿਨ ਵਿਗਿਆਨ ਸੱਚ ਤੇ ਨਹੀਂ ਪਹੁੰਚ ਪਾਉਂਦਾ। ਹਮੇਸ਼ਾ ਐਪਰੋਕਸੀਮੇਟ ਟਰੁਥ ਤੇ ਹੁੰਦਾ ਹੈ, ਸਦਾ ਕਰੀਬ ਕਰੀਬ ਸੱਚ ਤੇ ਹੁੰਦਾ ਹੈ, ਸੱਚ ਤੇ ਕਦੇ ਨਹੀਂ ਹੁੰਦਾ। ਅਤੇ ਧਿਆਨ ਰਹੇ, ਕਰੀਬ ਕਰੀਬ ਸੋਚ ਦੀ ਕੋਈ ਮਤਲਬ ਨਹੀਂ ਹੁੰਦਾ। ਕਰੀਬ ਕਰੀਬ ਸੱਚ ਦਾ ਕੋਈ ਮਤਲਬ ਨਹੀਂ ਹੁੰਦਾ। ਮੈਂ ਤੁਹਾਨੂੰ ਕਹਾਂ ਮੈਂ ਤੁਹਾਡੇ ਨਾਲ ਕਰੀਬ ਕਰੀਬ ਪ੍ਰੇਮ ਕਰਦਾ ਹਾਂ, ਉਸਦਾ ਕੋਈ ਮਤਲਬ ਨਹੀਂ ਹੁੰਦਾ। ਜਦ ਮੈਂ ਕਹਾਂ ਮੇਰੀ ਗੱਲ ਕਰੀਬ ਕਰੀਬ ਸੱਚ ਹੈ, ਉਸਦਾ ਮਤਲਬ ਝੂਠ ਹੈ। ਕਰੀਬ ਕਰੀਬ ਐਪਰੋਕਸੀਮੇਟ ਟਰੁਥ ਜਿਹੀ ਕੋਈ ਚੀਜ਼ ਨਹੀਂ ਹੁੰਦੀ। ਤਾਂ ਜੋ ਸੱਚ ਹੁੰਦਾ ਹੈ ਜਾਂ ਝੂਠ ਹੁੰਦਾ ਹੈ। ਸੱਚ ਦੇ ਕਿੰਨਾ ਹੀ ਕਰੀਬ ਹੋਵੇ, ਝੂਠ ਹੋਵੇਗਾ ਜਦ ਤੱਕ ਸੱਚ ਨਹੀਂ ਹੁੰਦਾ। ਇਸ ਲਈ ਵਿਗਿਆਨ ਰੋਜ਼ ਕਰੀਬ ਕਰੀਬ ਹੈ। ਨਿਊਟਨ ਵੀ ਕਰੀਬ ਕਰੀਬ ਸੀ, ਆਈਨਸਟੀਨ ਵੀ ਕਰੀਬ ਕਰੀਬ ਸੀ। ਅੱਗੇ ਵੀ ਵਿਗਿਆਨੀ ਕਰੀਬ ਕਰੀਬ ਹੀ ਹੋਵੇਗਾ। ਕਦੇ ਨਹੀਂ ਰਹਿ ਸਕਦਾ, ਕਦੇ ਨਹੀਂ ਕਹਿ ਸਕਦਾ ਇਹ ਰਿਹਾ ਸੱਚ। ਉਹ ਇੰਨਾ ਹੀ ਕਹੇਗਾ ਕਿ ਜਿੰਨਾ ਅਸੀਂ ਜਾਣਦੇ ਹਾਂ ਉਹ ਸੱਚ ਹੈ, ਉਸ ਤੋਂ ਇਲਾਵਾ ਕੁਝ ਵੀ ਨਹੀਂ ਪਤਾ। ਕਿਉਂਕਿ ਵੱਡੀ ਕਿਤਾਬ ਲਿਖਣ 'ਚ 2 ਸਾਲ ਲੱਗ ਜਾਂਦੇ ਨੇ, ਤੇ 2 ਸਾਲਾਂ ਵਿੱਚ ਸਾਰੇ ਸੱਚ ਬਦਲ ਜਾਂਦੇ ਨੇ। ਵਿਗਿਆਨ ਅੱਗੇ ਪਹੁੰਚ ਜਾਂਦਾ ਹੈ। ਵਿਗਿਆਨ ਕਦੇ ਵੀ ਸੱਚ ਦੇ ਕੋਲ ਨਹੀਂ ਹੁੰਦਾ, ਸਦਾ ਆਸ-ਪਾਸ ਹੁੰਦਾ ਹੈ। ਆਸ-ਪਾਸ ਦਾ ਮਤਲਬ ਨਹੀਂ ਹੀ ਨਹੀਂ, ਕਿਉਂਕਿ ਉਸਦੇ ਲਈ ਕੋਲ ਨਹੀਂ ਪਹੁੰਚੇਗਾ।
ਲੇਕਿਨ ਵਿਚਾਰ ਦਾ ਉਪਯੋਗ ਵਿਗਿਆਨ ਦੀ ਆਪਣੀ ਤਾਕਤ ਵਿੱਚ ਵੀ, ਆਪਣੀ ਸਮਰੱਥਾ ਵਿੱਚ ਵੀ, ਅਤੇ ਕਦੇ ਨਹੀਂ ਕਹਿੰਦਾ ਕਿ ਵਿਚਾਰ ਛੱਡ ਦੇਣਾ ਹੈ। ਮੈਂ ਇਹ ਕਹਿੰਦਾ ਹਾਂ, ਵਿਚਾਰ ਵਿਗਿਆਨ ਦੇ ਕਰੀਬ ਸੱਚਾਂ ਤੱਕ ਲੈ ਜਾਏਗਾ, ਧਰਮ ਦੇ ਸੱਚ ਤੱਕ ਨਹੀਂ। ਅਤੇ ਕਰਮ ਪਰਮਾਤਮਾ ਦੇ ਮੰਦਿਰ ਤੱਕ ਨਹੀਂ ਲੈ ਜਾਏਗਾ। ਹਾਂ, ਆਦਮੀ ਦੇ ਮਕਾਨ ਤੱਕ ਜਾਣਾ ਹੋਵੇ ਤਾਂ ਕਰਮ ਕਰਨਾ ਪਵੇਗਾ, ਅਤੇ ਆਦਮੀ ਦੇ ਮਕਾਨਾਂ ਤੱਕ ਜਾਣ ਦਾ ਕਰਮ ਆਪਣਾ ਅਰਥ ਹੈ। ਇਸ ਲਈ ਕਰਮ ਛੱਡ ਦੇਣ ਨੂੰ ਕਹਿੰਦਾ ਹਾਂ। ਜੇ ਪੇਟ ਭਰਨਾ ਹੈ, ਰੋਟੀ ਕਮਾਉਣੀ ਹੈ ਤਾਂ ਕੰਮ ਕਰਨਾ ਪਏਗਾ। ਕਰਮ ਦੀ ਆਪਣੀ ਦੇਣ ਹੈ, ਆਪਣੀ ਯੂਟਿਲਿਟੀ ਹੈ, ਉਸਦਾ ਆਪਣਾ ਡਾਇਮੈਂਸ਼ਨ, ਆਪਣਾ ਆਯਾਮ ਹੈ। ਉੱਥੇ ਕਰਮ ਦਾ ਅਰਥ ਹੈ। ਇਸ ਲਈ ਮੈਂ ਨਹੀਂ ਕਹਿੰਦਾ ਕਰਮ ਦਾ ਛੱਡ ਕੇ ਭੱਜ ਜਾਣਾ, ਇੰਨਾ ਹੀ ਕਹਿੰਦਾ ਕਰਮ ਨਾਲ ਸੱਚ ਤੱਕ ਹੀ ਚੇਸ਼ਟਾ ਨਾ ਕਰਨਾ। ਕਰਮ ਜਿੱਥੇ ਲੈ ਕੇ ਜਾ ਸਕਦਾ ਹੈ ਉੱਥੇ ਹੀ ਜਾਣਾ ਹੋ ਜਾਏਗਾ। ਵਿਚਾਰ ਜਿੱਥੇ ਲੈ ਕੇ ਜਾ ਸਕੇਗਾ ਉੱਥੇ ਹੀ ਜਾਇਆ ਜਾ ਸਕੇਗਾ। ਜਿਵੇਂ ਮਿਸਾਲ ਵਜੋਂ, ਜੇ ਮੈਂ ਅੱਖ ਨਾਲ ਸੁਣਨ ਦੀ ਕੋਸ਼ਿਸ਼ ਕਰਾਂ, ਮੁਸ਼ਕਿਲ ਖੜੀ ਹੋ ਜਾਵੇਗੀ। ਅੱਖ ਸੁਣਨ ਦਾ ਸਾਧਨ ਨਹੀਂ ਹੈ। ਤੇ ਜੇ ਮੈਂ ਤੁਹਾਨੂੰ ਕਹਾਂ ਕਿ ਅੱਖ ਨਾਲ ਸੁਣਿਆ ਨਹੀਂ ਜਾ ਸਕਦਾ, ਤਾਂ ਇਸ ਦਾ ਮਤਲਬ ਇਹ ਹੈ ਕਿ ਨਹੀਂ ਕਿ ਮੈਂ ਕਹਿ ਰਿਹਾ ਹਾਂ ਅੱਖ ਨਾਲ ਦੇਖਿਆ ਨਹੀਂ ਜਾ ਸਕਦਾ। ਅੱਖ ਨਾਲ ਦੇਖਿਆ ਨਹੀਂ ਜਾ ਸਕਦਾ। ਦੇਖਣਾ ਹੋਵੇ ਤਾਂ ਅੱਖ ਨਾਲ ਦੇਖਣਾ, ਅਤੇ ਸੁਣਨਾ ਹੋਵੇ ਤਾਂ ਅੱਖ ਨਾਲ ਸੁਣਨਾ ਹੋਵੇ ਤਾਂ ਕੰਨ ਨਾਲ ਸੁਣਨਾ ਪਏਗਾ। ਸਾਡੇ ਕੋਲ ਮਨ ਦੇ ਦੋ ਸਾਧਨ ਹਨ, ਉਹਨਾਂ ਦਾ ਉਪਯੋਗ ਉਹਨਾਂ ਦੀ ਆਪਣੀ ਦੇਣ। ਕਰਮ ਲਈ, ਮਨੁੱਖ ਲਈ ਬਾਹਰਲੇ ਜਗਤ ਨਾਲ ਸੰਬੰਧਿਤ ਹੁੰਦਾ ਹੈ। ਬਾਹਰਲੇ ਜਗਤ ਵਿੱਚ ਜੋ ਵੀ ਨਿਰਮਾਣ ਹੁੰਦਾ ਹੈ, ਜੋ ਵੀ ਤਬਾਹੀਆਂ ਹੁੰਦੀਆਂ ਨੇ, ਉਹ ਸਭ ਕਰਮ ਵਿਚਾਰ ਨਾਲ ਮਨੁੱਖ ਜਗਤ ਦੇ ਨਿਯਮ ਹਨ। ਜਗਤ ਦੇ ਪਿੱਛੇ ਕਾਰਜ ਕਰਨ ਦੀ ਵਿਵਸਥਾ ਹੈ। ਉਸ ਨੂੰ ਸਮਝਣ ਵਿੱਚ ਉਹ ਸਫਲ ਹੁੰਦਾ ਹੈ। ਉਸ ਨੂੰ ਸਮਝ ਕੇ ਕਰਮ ਦੀ ਸ਼ਕਤੀ ਵੱਧ ਜਾਂਦੀ ਹੈ। ਇਸ ਲਈ ਬੇਕਨ ਨੇ ਕਿਹਾ ਹੈ, ਨਾਲੇਜ ਇਜ਼ ਪਾਵਰ। ਬੇਕਨ ਨੇ ਕਿਹਾ ਹੈ ਗਿਆਨ ਸ਼ਕਤੀ ਹੈ, ਅਤੇ ਠੀਕ ਕਿਹਾ ਹੈ, ਗਿਆਨ ਸ਼ਕਤੀ ਹੈ, ਲੇਕਿਨ ਸੱਚ ਨਹੀਂ। ਗਿਆਨ ਸ਼ਕਤੀ ਹੈ, ਫਿਰ ਸ਼ਕਤੀ ਦਾ ਵੀ ਕਰੋਗੇ, ਫਿਰ ਕਰਮ ਵਿੱਚ ਲੱਗ ਜਾਓਗੇ, ਕਿਉਂਕਿ ਸ਼ਕਤੀ ਦਾ ਇੱਕ ਹੀ ਉਪਯੋਗ ਹੈ ਕਿ ਕਰਮ ਚ ਲੱਗੇ। ਜਿੰਨਾ ਗਿਆਨ ਵੱਧਦਾ ਹੈ ਉਨਾ ਕਰਮ ਵੱਧਦਾ ਹੈ। ਗਿਆਨ ਦਾ ਕੀ ਕਰੋਗੇ? ਗਿਆਨ ਦਾ ਉਪਯੋਗ ਕਰੋਗੇ ਕਿ ਕਰਮ ਵਧੇ। ਇਸ ਲਈ ਪੂਰਬ ਵਿੱਚ ਕਰਮ ਘੱਟ ਹੈ, ਪੱਛਮ ਵਿੱਚ ਕਰਮ ਜ਼ਿਆਦਾ ਹੈ। ਇੰਨਾ ਜ਼ਿਆਦਾ ਹੈ ਕਿ ਫੁਰਸਤ ਹੀ ਨਹੀਂ ਖੜੇ ਹੋਣ ਦੀ। ਗਿਆਨ ਵੱਧ ਗਿਆ, ਉਸਨੇ ਕਰਮ ਨੂੰ ਵਧਾ ਦਿੱਤਾ। ਕਰਮ ਇੰਨੀ ਤੇਜ਼ੀ ਨਾਲ ਘੁੰਮ ਰਿਹਾ ਹੈ ਕਿ ਆਦਮੀ ਨੂੰ ਠਹਿਰਨ ਦਾ ਵੀ ਮੌਕਾ ਨਹੀਂ। ਜੇ ਉਹ ਇੱਕ ਝਰਨੇ 'ਚ ਦੇਖਣ ਜਾਂਦੇ ਹਨ ਤਾਂ ਕਾਰ 'ਚ ਭੱਜਦੇ ਹੋਏ ਖਿੜਕੀ ਵਿੱਚੋਂ ਹੀ ਝਾਕਦਾ ਦੇਖਦਾ ਲਏਗਾ ਕਿ ਲੰਘ ਜਾਂਦਾ ਹੈ। ਇੰਨਾ ਭੱਜਿਆ ਹੋਇਆ ਕਿਉਂਕਿ ਕਰਮ ਨੂੰ ਗਿਆਨ ਨੇ ਸ਼ਕਤੀ ਦੇ ਦਿੱਤੀ। ਸ਼ਕਤੀ ਕਰਮ ਦੇ ਰੂਪ ਵਿੱਚ ਤਬਦੀਲ ਹੋਏਗੀ, ਨਹੀਂ ਤਾਂ ਸ਼ਕਤੀ ਜਾਨ ਲੈ ਲਏਗੀ। ਸ਼ਕਤੀ ਕਹੇਗੀ ਕੰਮ ਚਾਹੀਦਾ, ਸ਼ਕਤੀ ਕਹੇਗੀ ਮੈਨੂੰ ਕੰਮ ਦਿਓ, ਨਹੀਂ ਤਾਂ ਮੁਸ਼ਕਲ ਹੋ ਜਾਏਗੀ। ਤਾਂ ਸ਼ਕਤੀ ਕੰਮ ਮੰਗਦੀ ਹੈ, ਕਰਮ ਵਿੱਚ ਬਦਲ ਜਾਂਦੀ ਹੈ। ਭਾਵ ਆਪਣਾ ਉਪਯੋਗ, ਭਾਵ ਦਾ ਜ਼ਿੰਦਗੀ ਵਿੱਚ ਆਪਣਾ ਅਰਥ ਹੈ। ਜੇ ਤੁਸੀਂ ਆਪਣੀ ਪਤਨੀ ਨਾਲ ਜੁੜਦੇ ਹੋ ਤਾਂ ਭਾਵ ਨਾਲ ਜੁੜਦੇ ਹੋ। ਜੇ ਆਪਣੇ ਮਿੱਤਰ ਨਾਲ ਜੁੜਦੇ ਹੋ ਤਾਂ ਭਾਵ ਨਾਲ ਜੁੜਦੇ ਹੋ। ਪ੍ਰਮਾਤਮਾ ਨਾਲ ਜੁੜਦੇ ਹੋ ਤਾਂ ਕੋੜੀ ਦੇ ਪੈਰ ਕੁੱਟਦੇ ਹੋ ਤਾਂ ਕਰਮਾਂ ਨਾਲ ਕੁੱਟਦੇ ਹੋ। ਗਰੀਬ ਦੀ ਸੇਵਾ ਕਰਦੇ ਹੋ ਤਾਂ ਭਾਵ ਨਾਲ ਕਰਦੇ ਹੋ। ਲੇਕਿਨ ਪ੍ਰਮਾਤਮਾ, ਕੋਈ ਲੈਣਾ ਦੇਣਾ ਨਹੀਂ ਹੈ ਪ੍ਰਮਾਤਮਾ ਨਾਲ। ਭਾਵ ਦਾ ਆਪਣਾ ਅਰਥ ਹੈ, ਅਤੇ ਉਹ ਆਦਮੀ ਬਿਲਕੁਲ ਅਧੂਰਾ ਹੈ ਜਿਸ ਵਿੱਚ ਭਾਵ ਨਾ ਹੋਵੇ। ਉਹ ਆਦਮੀ ਵੀ ਬਹੁਤ ਅਧੂਰਾ ਹੈ ਜਿਸ ਵਿੱਚ ਵਿਚਾਰ ਨਾ ਹੋਵੇ। ਉਹ ਆਦਮੀ ਵੀ ਬਹੁਤ ਅਧੂਰਾ ਹੈ ਜਿਸ ਵਿੱਚ ਕਰਮ ਨਾ ਹੋਵੇ। ਇਹ ਸਭ ਦੇ ਆਪਣੇ ਅਯਾਮ ਨੇ, ਲੇਕਿਨ ਸੱਚ ਇਹਨਾਂ ਵਿੱਚੋਂ ਕਿਸੇ ਅਯਾਮ ਤੋਂ ਹਾਸਲ ਨਹੀਂ ਹੁੰਦਾ। ਭਾਵ ਨਾਲ ਭਾਵ ਦਾ ਜਗਤ ਹਾਸਲ ਹੁੰਦਾ ਹੈ, ਵਿਚਾਰ ਨਾਲ ਵਿਚਾਰ, ਕਰਮ ਨਾਲ ਕਰਮ ਦਾ। ਅਤੇ ਇੱਕ ਅਜਿਹਾ ਵੀ ਜਗਤ ਹੈ ਜੋ ਇਹਨਾਂ ਤਿੰਨਾਂ ਦੇ ਪਾਰ ਹੈ, ਬਿਯਾਂਡ, ਜੋ ਤਿੰਨਾਂ ਦੇ ਅੱਗੇ ਹੈ, ਜੋ ਟ੍ਰਾਂਸੇਟ ਕਰਦਾ ਹੈ, ਜਿੱਥੇ ਨਾ ਭਾਵ ਰਹਿ ਜਾਂਦਾ ਹੈ, ਨਾ ਵਿਚਾਰ ਰਹਿ ਜਾਂਦਾ ਹੈ, ਨਾ ਕਰਮ ਰਹਿ ਜਾਂਦਾ ਹੈ, ਸਿਰਫ ਵਜੂਦ ਰਹਿ ਜਾਂਦਾ ਹੈ। ਵਜੂਦ ਦੀਆਂ ਤਿੰਨ ਸ਼ਾਖਾਵਾਂ ਹਨ। ਵਜੂਦ ਦੇ ਬੀਜ ਵਿੱਚੋਂ ਤਿੰਨ ਸ਼ਾਖਾਵਾਂ ਨਿਕਲਦੀਆਂ ਹਨ, ਕਰਮ ਦੀ, ਭਾਵ ਦੀ, ਵਿਚਾਰ ਦੀ। ਪਰ ਜੇ ਇਹਨਾਂ ਸ਼ਾਖਾਵਾਂ ਤੇ ਅਸੀਂ ਭਟਕਦੇ ਰਹੀਏ ਤਾਂ ਵਜੂਦ ਦੀ ਜੜ ਹੈ ਜੋ ਖਤਮ ਹੋ ਜਾਏਗੀ, ਉਸਦਾ ਸਾਨੂੰ ਪਤਾ ਨਹੀਂ ਲੱਗੇਗਾ। ਇਹਨਾਂ ਸ਼ਾਖਾਵਾਂ ਤੋਂ ਉਤਰ ਕੇ ਜਾਵਾਂਗੇ, ਜੜ ਤੇ ਆਉਣਾ ਹੋਵੇਗਾ। ਪ੍ਰਮਾਤਮਾ 'ਚ ਸੱਚ ਵਜੂਦ ਹੈ, ਐਗਜ਼ਿਸਟੈਂਸ, ਅਤੇ ਉਤਰਨ ਲਈ ਉਸਨੂੰ ਛੱਡਣਾ ਪਏਗਾ। ਫਿਰ ਤਿੰਨੇ ਮਾਰਗ ਨਹੀਂ ਹਨ, ਇਹ ਤਿੰਨੇ ਭਟਕਣਾ ਹਨ। ਇਹਨਾਂ ਤਿੰਨਾਂ ਨਾਲ ਅਸੀਂ ਭਟਕ ਸਕਦੇ ਹਾਂ, ਪਹੁੰਚ ਨਹੀਂ ਸਕਦੇ। ਅਤੇ ਜੇ ਪਹੁੰਚਣਾ ਹੋਵੇ ਤਾਂ ਤਿੰਨਾਂ ਚੋਂ ਹਟ ਜਾਣਾ ਪਏਗਾ। ਉਹਨਾਂ ਵਾਲੇ ਤਿੰਨਾਂ ਦਿਨਾਂ 'ਚ
ਆਉਣ ਵਾਲੇ ਦਿਨਾਂ ਵਿੱਚ ਸੰਬੰਧ ਵਿੱਚ ਗੱਲ ਕਰਾਂਗੇ ਕਿ ਇਹ ਭਟਕਣ ਕਿਉਂ ਹਨ। ਇੱਕ ਸੰਬੰਧ 'ਚ ਗਹਿਰੀ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ, ਕਿਉਂਕਿ ਭਟਕਣ ਕਿਉਂ ਹੈ, ਇਹ ਭਟਕਣ ਕਿਵੇਂ ਹੋ ਜਾਂਦਾ ਹੈ। ਨਿਸ਼ਚਿਤ ਹੀ ਤੁਸੀਂ ਪੁੱਛੋਗੇ ਤਾਂ ਮੈਂ ਦੱਸਾਂਗਾ। ਚੌਥਾ ਕੋਈ ਮਾਰਗ ਹੋਵੇਗਾ, ਚੌਥਾ ਵੀ ਨਹੀਂ, ਪੰਜਵਾਂ ਵੀ ਨਹੀਂ, ਅਸਲ ਵਿੱਚ ਮਾਰਗ ਹੈ ਹੀ ਨਹੀਂ। ਤੇ ਜਿੱਥੇ ਪਹੁੰਚਣਾ ਹੈ ਕੋਈ ਮਾਰਗ ਉੱਥੇ ਨਹੀਂ ਲੈ ਕੇ ਜਾ ਸਕਦਾ। ਉਸਦੇ ਕਾਰਨ ਸਾਨੂੰ ਥੋੜ੍ਹੀਆਂ ਜਿਹੀਆਂ ਗੱਲਾਂ। ਪਹਿਲੀ ਤਾਂ ਗੱਲ, ਉਸਦੇ ਸਾਥੋਂ ਦੂਰ ਹੁੰਦਾ ਹੈ, ਕਿਸੇ ਰਸਤੇ ਤੱਕ ਪਹੁੰਚ ਜਾਂਦਾ ਹੈ, ਪਰ ਉਸ ਸਾਥੋਂ ਦੂਰ ਨਹੀਂ ਹੋਣਾ। ਉਸ ਲਈ ਅਸੀਂ ਸਭ ਰਸਤੇ ਨੂੰ ਲੈ ਕੇ ਜਾਵਾਂਗੇ ਉਸਨੂੰ। ਬੁੱਧ ਨੂੰ ਜਿਸ ਦਿਨ ਬੋਧ ਹੋਇਆ, ਲੋਕਾਂ ਨੇ ਉਸ ਤੋਂ ਪੁੱਛਿਆ, ਤੁਸੀਂ ਪਹੁੰਚ ਗਏ, ਪਾ ਲਿਆ? ਬੁੱਧ ਨੇ ਕਿਹਾ, ਹੁਣ ਨਾ ਪੁੱਛੋ ਇਹੋ ਜਿਹੀਆਂ ਗੱਲਾਂ, ਕਿਉਂਕਿ ਹੁਣ ਮੈਂ ਕਿਵੇਂ ਕਹਾਂ ਕਿ ਮੈਂ ਪਾ ਲਿਆ, ਕਿਉਂਕਿ ਜਿਸ ਨੂੰ ਪਾਇਆ ਹੀ ਹੋਇਆ ਸੀ ਉਸ ਨੂੰ ਅੱਜ ਪਛਾਣਿਆ, ਪਾ ਨਹੀਂ ਲਿਆ। ਕਿਸ ਰਸਤੇ ਤੇ ਪਹੁੰਚੋਏ? ਤੇ ਲੋਕਾਂ ਨੇ ਪੁੱਛਿਆ। ਬੁੱਧ ਨੇ ਕਿ ਕਿਸੇ ਰਸਤੇ ਤੇ ਨਹੀਂ ਪਹੁੰਚਿਆ, ਕਿਉਂਕਿ ਉਸ ਰਸਤੇ ਤੇ ਪਹੁੰਚਾਉਂਦੇ ਸਨ ਜਿੱਥੇ ਮੈਂ ਨਹੀਂ ਸੀ, ਅਤੇ ਮੈਂ ਪਹੁੰਚਣਾ ਉੱਥੇ ਸੀ ਜਿੱਥੇ ਮੈਂ ਸੀ। ਰਸਤੇ ਉੱਥੇ ਪਹੁੰਚਾ ਦਿੰਦੇ ਨੇ ਜਿੱਥੇ ਅਸੀਂ ਜਾਣਾ ਹੀ ਨਹੀਂ ਚਾਹੁੰਦੇ। ਜੇ ਮੈਂ ਉੱਥੇ ਹੀ ਰਹਿ, ਰਸਤੇ ਦੀ ਕੀ ਲੋੜ ਸੀ? ਕੋਈ ਰਸਤਾ ਨਹੀਂ ਹੈ ਪਹੁੰਚਣ ਦਾ, ਅਸੀਂ ਉੱਥੇ ਹੀ ਹਾਂ। ਜਿਵੇਂ ਮੈਂ ਰਾਜਕੋਟ 'ਚ ਸੌਂ ਜਾਵਾਂ ਤੇ ਸੁਪਨਾ ਦੇਖਾਂ ਕਿ ਕਲਕੱਤੇ ਚੱਲਾ ਹਾਂ, ਅਤੇ ਸੁਪਨੇ ਵਿੱਚ ਪਰੇਸ਼ਾਨ ਹੋਣ ਲੱਗਾ ਕਿ ਸਵੇਰੇ ਮੈਂ ਰਾਜਕੋਟ ਪਹੁੰਚਣਾ ਹੈ। ਬੜੀ ਮੁਸ਼ਕਲ ਹੋ ਗਈ ਹੈ। ਹੁਣ ਕਿਵੇਂ ਵਾਪਸ ਮੁੜਾਂ? ਰਸਤਾ ਕਿੱਥੇ ਹੈ? ਲੋਕਾਂ ਤੋਂ ਪੁੱਛਣ ਲੱਗਾ, ਰਸਤਾ ਦੱਸੋ, ਕਿਵੇਂ ਜਾਵਾਂ? ਟ੍ਰੇਨ ਨਾਲ ਜਾਵਾਂ, ਪਲੇਨ ਨਾਲ ਜਾਵਾਂ, ਬੈਲ ਗੱਡੀ ਫੜਾਂ, ਪੈਦਲ ਯਾਤਰਾ ਕਰਾਂ, ਕੀ ਕਰਾਂ? ਮੈਂ ਰਾਜਕੋਟ ਪਹੁੰਚਣਾ ਹੀ ਪਹੁੰਚਣਾ ਹੈ, ਅਤੇ ਕੋਈ ਮੈਨੂੰ ਰਸਤਾ ਦੱਸ ਦੇਵੇ ਕਿ ਮੈਂ ਤੇ ਰਸਤੇ ਤੇ ਚੱਲ ਪਵਾਂ। ਤੇ ਤੁਸੀਂ ਸੋਚਦੇ ਹੋ ਮੈਂ ਰਾਜਕੋਟ ਪਹੁੰਚ ਜਾਵਾਂਗਾ? ਮੈਂ ਕਿਸੇ ਵੀ ਰਸਤੇ ਤੇ ਚੱਲਾਂ ਅਤੇ ਕਿਸੇ ਵੀ ਵਾਹਨ ਦੀ ਵਰਤੋਂ ਕਰਾਂ, ਮੈਂ ਰਾਜਕੋਟ ਨਹੀਂ ਪਹੁੰਚਾਂਗਾ, ਕਿਉਂਕਿ ਰਾਜਕੋਟ ਵਿੱਚ ਹੀ ਹਾਂ। ਰਾਜਕੋਟ ਕਿਵੇਂ ਪਹੁੰਚਾਂਗਾ? ਸਵੇਰੇ ਜਦ ਮੇਰੀ ਨੀਂਦ ਖੁੱਲੀ, ਜਦ ਮੈਂ ਨੀਂਦ ਖੁੱਲਦੀ ਦੇਖਾਂ, ਕੋਈ ਮੈਨੂੰ ਪੁੱਛੇ ਕਿ ਪਹੁੰਚੇ ਗਏ ਰਾਜਕੋਟ, ਤਾਂ ਕਹਿਣਾ ਮੁਸ਼ਕਲ ਹੈ ਕਿ ਪਹੁੰਚ ਗਿਆ। ਹੈਰਾਨੀ ਤਾਂ ਇਹ ਕਿ ਮੈਂ ਉੱਥੇ ਹੁੰਦਿਆਂ ਹੋਇਆਂ ਵੀ ਕਿਵੇਂ ਭਟਕ ਰਿਹਾ ਸੀ, ਕਿੱਥੇ ਭਟਕ ਰਿਹਾ ਸੀ, ਕਿਉਂ ਭਟਕ ਰਿਹਾ ਸੀ, ਕਿਵੇਂ ਮੈਨੂੰ ਖਿਆਲ ਆ ਗਿਆ ਕਿ ਮੈਂ ਰਾਜਕੋਟ ਤੋਂ ਦੂਰ ਕਲਕੱਤਾ ਚਲਾ ਗਿਆ। ਪਰਮਾਤਮਾ ਉੱਥੇ ਹੈ ਜਿੱਥੇ ਅਸੀਂ ਹਾਂ, ਜਿੱਥੇ ਅਸੀਂ ਸਦਾ ਤੋਂ ਹਾਂ। ਸੱਚ ਉੱਥੇ ਹੈ, ਅਸੀਂ ਜਿੱਥੋਂ ਅਲੱਗ ਹੋਣ ਦਾ ਉਪਾਅ ਨਹੀਂ। ਲੋਕ ਮੈਥੋਂ ਪੁੱਛਦੇ ਹਨ ਕਿ ਪਰਮਾਤਮਾ ਨੂੰ ਕਿਵੇਂ ਖੋਜੀਏ, ਤਾਂ ਮੈਂ ਉਹਨਾਂ ਤੋਂ ਪੁੱਛਦਾ ਹਾਂ ਕਿ ਤੁਸੀਂ ਖੋਇਆ ਹੈ? ਜੇ ਤੁਸੀਂ ਮੈਨੂੰ ਦੱਸ ਦਿਓ ਕਿ ਤੁਸੀਂ ਹਜੇ ਉਸ ਨੂੰ ਖੋਇਆ ਹੋਇਆ ਹੈ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਉਸ ਨੂੰ ਕਿਵੇਂ ਪਾ ਲਓਗੇ। ਉਹ ਕਹਿੰਦੇ ਹਨ, ਪਾਉਣ ਦਾ ਤਾਂ ਪਤਾ ਨਹੀਂ ਸਾਨੂੰ ਕਿ ਅਸੀਂ ਕਿੱਥੇ ਹਾਂ। ਮੈਂ ਕਿਹਾ, ਜਿਸ ਨੂੰ ਖੋਇਆ ਹੀ ਨਹੀਂ, ਜਿਸ ਨੂੰ ਖੋਣ ਦਾ ਪਤਾ ਵੀ ਨਹੀਂ, ਉਸ ਨੂੰ ਖੋਜਣ ਦੇ ਪਾਗਲਪਨ 'ਚ ਕਿਉਂ ਪੈਂਦੇ ਹੋ? ਉਸ ਨੂੰ ਖੋਜੋ ਹੀ ਨਾ, ਤੁਸੀਂ ਸਾਰੀ ਖੋਜ ਛੱਡ ਦਿਓ। ਲਾਓ ਤਸੇ ਨੇ 2-3 ਛੋਟੇ ਵਚਨ ਕਹੇ ਹਨ। ਉਸਦਾ ਇੱਕ ਵਚਨ ਹੈ ਕਿ ਸੀਕ ਐਂਡ ਯੂ ਵਿਲ ਨਾਟ ਫਾਈਂਡ, ਖੋਜੋ ਅਤੇ ਤੁਸੀਂ ਨਹੀਂ ਪਾ ਸਕੋਗੇ। ਡੂ ਨਾਟ ਸੀਕ ਐਂਡ ਫਾਈਂਡ, ਖੋਜੋ ਨਾ ਅਤੇ ਪਾ ਲਵੋ। ਬੜੀ ਉਲਟੀ ਗੱਲ ਕਹਿ ਗਿਆ, ਪਰ ਅੱਜ ਤੱਕ ਦੁਨੀਆ ਵਿੱਚ ਜੋ ਵੀ ਜਾਣਦੇ ਹਨ, ਉਹਨਾਂ ਨੇ ਲਾਜ਼ਮੀ ਰੂਪ ਨਾਲ ਉਲਟੀ ਗੱਲ ਕਹੀ। ਕਿਉਂਕਿ ਜੇ ਸੁਪਨੇ ਵਿੱਚ ਤੁਸੀਂ ਮੈਥੋਂ ਕੁਝ ਵੀ ਪੁੱਛੋਗੇ ਤਾਂ ਮੈਂ ਰਾਜਕੋਟ ਕਿਵੇਂ ਪਹੁੰਚਾਂ, ਤਾਂ ਮੈਂ ਤੁਹਾਨੂੰ ਕਹਾਂਗਾ ਕਿ ਪਹੁੰਚਣਾ ਬੰਦ ਕਰ ਦਿਓ, ਤੁਸੀਂ ਰਾਜਕੋਟ ਵਿੱਚ ਹੀ ਹੋ। ਤੁਸੀਂ ਪੁੱਛੋ ਹੀ ਨਾ ਰਸਤਾ। ਲੇਕਿਨ ਤੁਸੀਂ ਕਹੋ, ਬਿਨਾਂ ਗੁਰੂ ਦੇ ਕਿਵੇਂ ਪਹੁੰਚਾਂਗਾ? ਮੈਨੂੰ ਕੋਈ ਗੁਰੂ ਦੱਸ ਦਿਓ, ਕੋਈ ਰਸਤਾ ਦੱਸ ਦਿਓ, ਕੋਈ ਮਾਰਗ ਦੱਸ ਦਿਓ ਜਿਸ ਤੋਂ ਮੈਂ ਪਹੁੰਚ ਜਾਵਾਂ। ਅਤੇ ਜੇ ਮੈਂ ਤੁਹਾਨੂੰ ਕੋਈ ਗੁਰੂ ਮਿਲ ਗਿਆ ਤਾਂ ਤੁਸੀਂ ਮੁਸ਼ਕਲ ਵਿੱਚ ਪੈ ਜਾਓਗੇ। ਸਾਰੇ ਗੁਰੂ ਮੁਸ਼ਕਲ ਵਿੱਚ ਪਾ ਦਿੰਦੇ ਹਨ, ਕਿਉਂਕਿ ਰਸਤਾ ਦੱਸ ਦਿੰਦੇ ਹਨ। ਉਹ ਕਹਿੰਦੇ ਹਨ ਕਿ ਇਹ ਰਸਤਾ ਇਸ ਤਰ੍ਹਾਂ ਚੱਲੇ ਜਾਓ, ਬਸ ਇੱਥੇ ਪਹੁੰਚ ਜਾਓ। ਗੁਰੂ ਕਹਿੰਦਾ ਹੈ ਰਸਤਾ ਹੈ। ਲਾਓ ਤਸੇ ਨੇ 2-3 ਛੋਟੇ ਵਚਨ ਕਹੇ ਹਨ। ਉਸਦਾ ਇੱਕ ਵਚਨ ਹੈ ਕਿ ਸੀਕ ਐਂਡ ਯੂ ਵਿਲ ਨਾਟ ਫੀਡ, ਖੋਜੋ ਅਤੇ ਤੁਸੀਂ ਨਹੀਂ ਪਾ ਸਕੋਗੇ। ਡੂ ਨਾਟ ਸੀਕ ਐਂਡ ਫਾਈਂਡ, ਖੋਜੋ ਨਾ ਅਤੇ ਪਾ ਲਵੋਗੇ।
ਦੁਬਾਰਾ ਫਿਰ ਰਿਪੀਟ ਕਰਦਾ ਮੈਂ, ਸੀਕ ਐਂਡ ਯੂ ਵਿਲ ਨਾਟ ਫਾਈਂਡ, ਖੋਜੋ ਅਤੇ ਤੁਸੀਂ ਪਾ ਨਹੀਂ ਪਾ ਸਕੋਗੇ। ਡੂ ਨਾਟ ਸੀਕ ਐਂਡ ਫਾਈਂਡ, ਖੋਜੋ ਨਾ ਤੇ ਪਾ ਲਵੋਗੇ। ਬੜੀ ਉਲਟੀ ਗੱਲ ਕਹਿ ਰਿਹਾ ਹੈ ਕਿ ਪਰ ਅੱਜ ਤੱਕ ਦੁਨੀਆ ਵਿੱਚ ਜੋ ਵੀ ਜਾਣਦੇ ਹਨ ਕਿ ਉਹਨਾਂ ਨੇ ਲਾਜ਼ਮੀ ਰੂਪ ਨਾਲ ਉਲਟੀ ਗੱਲ ਕਹੀ। ਕਿਉਂਕਿ ਜੇ ਸੁਪਨੇ ਵਿੱਚ ਤੁਸੀਂ ਮੈਥੋਂ ਪੁੱਛੋ ਕਿ ਮੈਂ ਰਾਜਕੋਟ ਕਿਵੇਂ ਪਹੁੰਚਾਂ, ਤਾਂ ਮੈਂ ਤੁਹਾਨੂੰ ਕਹਾਂਗਾ ਕਿ ਪਹੁੰਚਣਾ ਬੰਦ ਕਰ ਦਿਓ, ਤੁਸੀਂ ਰਾਜਕੋਟ ਵਿੱਚ ਹੀ ਹੋ। ਤੁਸੀਂ ਪੁੱਛੋ ਹੀ ਨਾ ਰਸਤਾ। ਲੇਕਿਨ ਤੁਸੀਂ ਕਹੋਗੇ ਬਿਨਾਂ ਗੁਰੂ ਤੇ ਕਿਵੇਂ ਪਹੁੰਚਾਂਗਾ, ਮੈਨੂੰ ਕੋਈ ਗੁਰੂ ਦੱਸ ਦਿਓ, ਕੋਈ ਰਸਤਾ ਦੱਸ ਦਿਓ, ਕੋਈ ਮਾਰਗ ਦੱਸ ਦਿਓ ਜਿਸ ਤੋਂ ਮੈਂ ਪਹੁੰਚ ਜਾਵਾਂ। ਅਤੇ ਜੇ ਮੈਂ ਤੁਹਾਨੂੰ ਕਹਾਂਗਾ ਕਿ ਤੁਹਾਨੂੰ ਕੋਈ ਗੁਰੂ ਮਿਲ ਗਿਆ ਤਾਂ ਤੁਸੀਂ ਮੁਸ਼ਕਲ ਵਿੱਚ ਪੈ ਜਾਓਗੇ। ਸਾਰੇ ਗੁਰੂ ਮੁਸ਼ਕਲ ਵਿੱਚ ਪਾ ਦਿੰਦੇ ਨੇ, ਕਿਉਂਕਿ ਉਹ ਰਸਤਾ ਦੱਸ ਦਿੰਦੇ ਨੇ। ਉਹ ਕਹਿੰਦੇ ਹਨ ਕਿ ਇਹ ਰਸਤਾ ਹੈ, ਇਸ ਤਰ੍ਹਾਂ ਚਲੇ ਜਾਓ, ਬਸ ਇੱਥੋਂ ਪਹੁੰਚ ਜਾਓ। ਗੁਰੂ ਕਹਿੰਦਾ ਹੈ ਰਸਤਾ ਹੈ। ਜਦ ਕੋਈ ਗੁਰੂ ਕਹਿੰਦਾ ਇਹ ਰਸਤਾ ਹੈ, ਤਦ ਉਹ ਇਹ ਕਹਿੰਦਾ ਹੈ ਕਿ ਜਿਸ ਨੂੰ ਅਸੀਂ ਖੋਜ ਰਹੇ ਹਾਂ ਉਹ ਖੋ ਦਿੱਤਾ ਗਿਆ ਹੈ। ਤਦ ਉਹ ਇਹ ਕਹਿੰਦਾ ਹੈ ਕਿ ਜਿੱਥੇ ਅਸੀਂ ਪਹੁੰਚਣਾ ਹੈ ਉਹ ਉੱਥੇ ਹੀ ਹੈ। ਤਦ ਉਹ ਕਹਿੰਦਾ ਹੈ ਕਿ ਜਿੱਥੇ ਅਸੀਂ ਪਹੁੰਚਣਾ ਹੈ ਉੱਥੇ ਅਸੀਂ ਹਾਂ ਨਹੀਂ। ਤਦ ਉਹ ਇਸ ਕਹਿੰਦਾ ਹੈ ਕਿ ਪ੍ਰਮਾਤਮਾ ਸਾਡੇ ਵਿਚਾਲੇ ਫਾਸਲਾ ਹੈ, ਡਿਸਟੈਂਸ ਹੈ, ਜਿਸ ਨੂੰ ਰਸਤੇ ਨਾਲ ਪੂਰਾ ਕਰਨਾ ਹੈ। ਸਾਰੇ ਗੁਰੂ ਪ੍ਰਮਾਤਮਾ ਦੇ ਦੁਸ਼ਮਣ ਹਨ, ਕਿਉਂਕਿ ਪ੍ਰਮਾਤਮਾ ਉੱਥੇ ਹੈ ਜਿੱਥੇ ਅਸੀਂ ਹਾਂ। ਪ੍ਰਮਾਤਮਾ ਸਾਡਾ ਸੁਭਾਅ ਹੈ, ਉਸ ਨੂੰ ਅਸੀਂ ਖੋ ਨਹੀਂ ਸਕਦੇ, ਉਸ ਨੂੰ ਖੋਣ ਦਾ ਕੋਈ ਰਸਤਾ ਨਹੀਂ। ਅਸੀਂ ਕਿਤੇ ਵੀ ਭੱਜੀਏ ਤੇ ਦੌੜੀਏ ਅਤੇ ਅਸੀਂ ਕਿਤੇ ਵੀ ਜਾਈਏ, ਉਹ ਸਾਡੇ ਨਾਲ ਹੈ। ਅਸੀਂ ਹੀ ਹਾਂ। ਉਹ ਉਹੀ ਸਾਹ ਲੈ ਰਿਹਾ ਹੈ, ਉਹੀ ਚੇਤਨ ਹੋਇਆ ਹੈ, ਉਹੀ ਝਾਕ ਰਿਹਾ ਹੈ ਅੱਖਾਂ ਤੋਂ, ਉਹੀ ਬੋਲ ਰਿਹਾ ਹੈ, ਉਹੀ ਸੁਣ ਰਿਹਾ ਹੈ। ਉਸ ਨੂੰ ਨਹੀਂ ਖੋ ਸਕਦੇ। ਅਸੀਂ ਸੌਂ ਜਾਈਏ ਤਾਂ ਉਹੀ ਸੌਂ ਰਿਹਾ ਹੈ, ਅਸੀਂ ਜਾਗੀਏ ਤਾਂ ਉਹੀ ਜਾਗ ਰਿਹਾ ਹੈ। ਰਸਤੇ ਦੀ ਸੰਭਾਵਨਾ ਨਹੀਂ ਹੈ। ਆਦਮੀ ਨੇ ਰਸਤੇ ਬਣਾਏ ਹਨ, ਕਿਉਂਕਿ ਆਦਮੀ ਦਾ ਮਨ ਹੈ ਨਾ ਜਿਹੜਾ, ਸਾਰੀ ਭਟਕਣਾ ਪੈਦਾ ਕੀਤੀ ਹੋਈ ਹੈ। ਰਸਤੇ ਵੀ ਬਣਵਾ ਦਿੰਦਾ ਹੈ ਆਦਮੀ ਦਾ ਮਨ, ਗੁਰੂ ਵੀ ਪੈਦਾ ਕਰਵਾ ਦਿੰਦਾ ਹੈ ਆਦਮੀ ਦਾ ਮਨ, ਸਾਧਨਾਵਾਂ ਵੀ ਕਰਵਾ ਦਿੰਦਾ ਹੈ, ਯੋਗ ਵੀ ਸਧਵਾ ਦਿੰਦਾ ਹੈ ਆਦਮੀ ਦਾ ਮਨ, ਸਭ ਕੁਝ ਕਰਵਾ ਦਿੰਦਾ ਹੈ ਆਦਮੀ ਦਾ ਮਨ। ਜਦ ਤੱਕ ਕਰਵਾਉਂਦਾ ਰਹਿੰਦਾ ਹੈ ਤਦ ਤੱਕ ਅਸੀਂ ਸੁਪਨੇ ਵਿੱਚ ਪਏ ਰਹਿੰਦੇ ਹਾਂ। ਪਰ ਮਨ ਸੁਪਨਾ ਹੈ, ਮਨ ਜੋ ਹੈ ਉਹ ਡ੍ਰੀਮ ਹੈ, ਮਨ ਜੋ ਹੈ ਨੀਂਦ ਹੈ। ਅਤੇ ਨੀਂਦ ਤੋਂ ਜਾਗਣਾ ਹੋਵੇ ਤਾਂ ਮਨ ਨੂੰ ਭੋਜਨ ਦੇਣਾ ਬੰਦ ਕਰਨਾ ਪਵੇਗਾ। ਜੇ ਇੱਕ ਛਿਣ ਵੀ ਤੁਸੀਂ ਮਨ ਨੂੰ ਭੋਜਨ ਦੇਣਾ ਬੰਦ ਕਰ ਦਿਓ ਨਾ, ਉਸ ਨੂੰ ਫਿਊਲ ਬੰਦ ਹੋ ਜਾਵੇਗਾ ਤੇ ਮਨ ਦੀਆਂ ਸਾਰੀਆਂ ਖੇਡਾਂ ਖਤਮ ਹੋ ਜਾਣਗੀਆਂ। ਜਿਵੇਂ ਕਾਰ ਹੈ, ਤੁਸੀਂ ਫਿਊਲ ਦੇ ਰਹੇ ਹੋ, ਪੈਟਰੋਲ ਦੇ ਰਹੇ ਹੋ, ਉਹ ਚੱਲ ਰਹੀ ਹੈ। ਜੇ ਮੈਂ ਤੁਹਾਨੂੰ ਕਹਾਂ ਕਿ 1 ਮਿੰਟ ਵੀ ਕਾਰ ਨੂੰ ਪੈਟਰੋਲ ਨਾ ਮਿਲੇ ਤਾਂ ਤੁਸੀਂ ਕਹੋਗੇ ਤਾਂ 1 ਮਿੰਟ ਨਹੀਂ, 1 ਮਿੰਟ ਨਾਲ ਕੀ ਫਰਕ ਪੈਂਦਾ ਹੈ, 1 ਮਿੰਟ ਨਾਲ ਕੀ ਹੁੰਦਾ ਹੈ। ਮੈਂ ਤੁਹਾਨੂੰ ਕਹਿੰਦਾ 1 ਮਿੰਟ ਵੀ ਫਿਊਲ ਨਾ ਮਿਲੇ ਤਾਂ ਕਾਰ ਰੁਕ ਜਾਏਗੀ। ਹਾਂ, ਕਾਰ ਵੇਚਣ ਵਾਲਿਆਂ ਦੀਆਂ ਗੱਲਾਂ 'ਚ ਪੈ ਜਾਓ ਤਾਂ ਝੰਜਟ ਹੈ। ਮੈਂ ਸੁਣਿਆ ਫੋਰਡ ਦੀ ਇੱਕ ਦੁਕਾਨ ਹੈ ਤੇ ਇੱਕ ਏਜੰਟ ਫੋਰਡ ਦੀਆਂ ਗੱਡੀਆਂ ਵੇਚਦਾ ਸੀ। ਉਹ ਇੱਕ ਆਦਮੀ ਨੂੰ ਗੱਡੀ 'ਚ ਲੈ ਕੇ ਗਿਆ, ਕੋਈ 5-7 ਮੀਲ ਲੈ ਗਿਆ, ਗੱਡੀ ਦਿਖਾਉਣ ਗਿਆ ਸੀ, ਪਸੰਦ ਆ ਜਾਵੇ। 5-7 ਮੀਲ ਜਾ ਕੇ ਗੱਡੀ ਉਸਦੀ ਰੁਕ ਗਈ। ਤਾਂ ਉਸ ਆਦਮੀ ਨੇ ਕਿਹਾ ਕਿ ਉਹੀ ਨਵੀਂ ਗੱਡੀ ਅਤੇ ਇਹ ਕੀ ਹੁੰਦਾ ਹੈ। ਉਸਨੇ ਕਿਹਾ ਲੱਗਦਾ ਮੈਂ ਪੈਟਰੋਲ ਪਾਉਣਾ ਭੁੱਲ ਗਿਆ। ਉਸਨੇ ਦੇਖਿਆ ਤਾਂ ਟੰਕੀ ਖਾਲੀ ਹੈ। ਬਿਨਾਂ ਪੈਟਰੋਲ ਪਾਏ ਉਹ ਗੱਡੀ ਲੈ ਕਿਵੇਂ ਗਿਆ। ਉਸ ਆਦਮੀ ਨੇ ਕਿਹਾ ਬਿਨਾਂ ਪੈਟਰੋਲ ਪਾਏ 7 ਮੀਲ ਕਿਵੇਂ ਚੱਲੇ ਆਏ ਆ। ਉਸਨੇ ਕਿਹਾ ਮੈਂ ਇੰਨਾ ਤਾਂ ਫੋਰਡ ਦੇ ਨਾਂ ਤਾਂ ਚੱਲ ਜਾਂਦੀ ਹੈ, ਇੰਨੇ ਦੇ ਲਈ ਪੈਟਰੋਲ ਦੀ ਕੋਈ ਜ਼ਰੂਰਤ ਨਹੀਂ। ਏਜੰਟ ਦੀ ਗੱਲ ਜੁਦਾ ਹੈ। ਜਿਹੜੇ ਫਿਊਲ ਤੋਂ ਬਿਨਾਂ ਚਲਾਉਂਦੇ ਹਨ ਉਹ ਫੋਰਡ ਦੇ ਏਜੰਟ ਹੋਣ, ਰਾਮ ਦੇ ਏਜੰਟ ਹੋਣ, ਮਹਾਵੀਰ ਦੇ ਏਜੰਟ ਹੋਣ, ਕ੍ਰਿਸ਼ਨ ਦੇ ਏਜੰਟ ਹੋਣ, ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਦੁਕਾਨਦਾਰਾਂ ਦੀ ਏਜੰਟਾਂ ਦੀ ਗੱਲ ਜੁਦਾ ਹੈ। ਉਹ ਚਲਾ ਸਕਦੇ ਨੇ, ਉਹ ਕਹਿੰਦੇ ਹਨ ਰਾਮ ਨਾਮ ਦੇ ਸਹਾਰੇ ਹੀ ਚੱਲ ਜਾਏਗੀ। ਉਸ ਵਿੱਚ ਕੀ ਹੈ? ਜੇ ਰਾਮ ਨਾਮ ਦੇ ਸਹਾਰੇ ਚੱਲਦੀ ਹੈ ਤਾਂ ਫੋਰਡ ਦੇ ਨਾਲ ਵੀ ਕਿਉਂ ਚੱਲ ਨਹੀਂ ਸਕਦੀ? ਇਸ ਲਈ ਇਸ ਵਿੱਚ ਕੀ ਗੱਲ ਹੈ? ਲੇਕਿਨ 1 ਮਿੰਟ ਪੈਟਰੋਲ ਨਾ ਹੋਵੇ ਤਾਂ ਗੱਡੀ ਉੱਥੇ ਹੀ ਖੜੀ ਹੋ ਜਾਵੇਗੀ। ਮਨ ਦੇ ਲਈ ਜੇ 1 ਮਿੰਟ ਵੀ ਫਿਊਲ ਨਾ ਮਿਲੇ ਤਾਂ ਮਨ ਟੁੱਟ ਜਾਂਦਾ ਹੈ। 1 ਸਕਿੰਟ ਵਿੱਚ ਹੀ ਟੁੱਟ ਜਾਂਦਾ ਹੈ। ਤੁਹਾਨੂੰ ਝਲਕ ਮਿਲ ਜਾਂਦੀ ਹੈ ਮਨ ਦੇ ਬਾਹਰ ਦੀ।
1 ਮਿੰਟ ਦੇ ਲਈ ਨੀਂਦ ਖੁੱਲ ਜਾਵੇ ਤਾਂ ਤੁਸੀਂ ਦੂਜੀ ਦੁਨੀਆ ਨੂੰ ਜਾਣ ਲੈਂਦੇ ਹੋ, ਜਿਸ ਨੂੰ ਤੁਸੀਂ ਨੀਂਦ ਵਿੱਚ ਹੀ ਜਾਣਿਆ ਨਹੀਂ। ਤਾਂ ਮੈਂ ਕਹਿੰਦਾ ਕਿ ਤੁਸੀਂ ਆਪਣੇ ਕਰਮਾਂ ਨੂੰ ਛੱਡ ਕੇ ਨਾ ਭੱਜੋ। ਮੈਂ ਨਹੀਂ ਕਹਿੰਦਾ ਤੁਸੀਂ ਵਿਚਾਰ ਕਰਨਾ ਬੰਦ ਕਰ ਦਿਓ। ਮੈਂ ਨਹੀਂ ਕਹਿੰਦਾ ਕਿ ਤੁਸੀਂ ਭਾਵਨਾ ਕਰਨਾ। ਮੈਂ ਇਹ ਕਹਿੰਦਾ ਹੈ ਕਿ ਤੁਸੀਂ ਆਪਣੇ ਇਹਨਾਂ ਤਿੰਨਾਂ ਦੀ ਪੂਰਤੀ ਪ੍ਰਕਿਰਿਆ ਨੂੰ ਸਮਝ ਲਵੋ ਅਤੇ 24 ਘੰਟੇ 'ਚ ਛਿਣ ਭਰ ਦੇ ਲਈ ਵੀ ਜੇਕਰ ਭਾਵ ਕਰਮ ਦੇ ਵਿਚਾਰ ਤਿੰਨੇ ਸ਼ਾਂਤ ਹੋ ਜਾਣ ਤਾਂ ਉਸ ਛਿਣ ਵਿੱਚ ਹੀ ਤੁਸੀਂ ਹੈਰਾਨ ਹੋਵੋਗੇ ਕਿ ਤੁਹਾਨੂੰ ਕਿਸ ਨੂੰ ਖੋਜ ਰਹੇ ਹਾਂ। ਜਿਸ ਨੂੰ ਖੋਜ ਰਿਹਾ ਹਾਂ ਉਹ ਤਾਂ ਮੈਂ ਹੀ ਹਾਂ। ਮੈਂ ਕਿਸ ਦੀ ਤਲਾਸ਼ ਵਿੱਚ ਹਾਂ? ਜਿਸ ਨੂੰ ਮੈਂ ਤਲਾਸ਼ ਕਰ ਰਿਹਾ ਉਹ ਤਲਾਸ਼ ਕਰਨ ਵਾਲਾ ਮੈਂ ਨਹੀਂ ਹਾਂ। ਮੈਂ ਕਿੱਥੇ ਜਾਣਾ ਹੁੰਦਾ ਹੈ? ਮੈਂ ਕਿੱਥੇ ਜਾਣਾ ਚਾਹੁੰਦਾ ਹਾਂ? ਜਿੱਥੇ ਮੈਂ ਜਾਣਾ ਚਾਹੁੰਦਾ ਉੱਥੇ ਮੈਂ ਸਦਾ ਤੋਂ ਖੜਾ ਹਾਂ। ਇੱਕ ਛਿਣ ਲਈ ਇਹ ਬੋਧ ਹੋ ਜਾਵੇ ਤੁਸੀਂ ਤਦ ਤੁਸੀਂ ਬਿਲਕੁਲ ਦੂਜੇ ਆਦਮੀ ਹੋ ਗਏ। ਇਸ ਤੋਂ ਬਾਅਦ ਤੁਸੀਂ ਕਰਮ ਤੋਂ ਹੀ ਅੰਦਰ ਜਾਣਦੇ ਹੋ ਕਿ ਕੁਛ ਹੈ ਜੋ ਨਹੀਂ ਕਰ ਰਿਹਾ। ਇਸ ਤੋਂ ਬਾਅਦ ਤੁਸੀਂ ਵਿਚਾਰ ਕਰੋ, ਫਿਰ ਵੀ ਤੁਸੀਂ ਜਾਣਦੇ ਹੋ ਕਿ ਕੁਛ ਹੈ ਜੋ ਵਿਚਾਰ ਦੇ ਬਾਹਰ ਹੈ। ਫਿਰ ਤੁਸੀਂ ਪ੍ਰੇਮ ਕਰੋ ਅਤੇ ਪ੍ਰੇਮ ਦੇ ਗਹਿਰੇ ਤੋਂ ਗਹਿਰੇ ਛਿਣ ਵਿੱਚ ਵੀ ਤੁਸੀਂ ਜਾਣਦੇ ਹੋ ਕੋਈ ਹੈ ਜੋ ਪ੍ਰੇਮ ਕਰਨ ਨੂੰ ਵੀ ਦੇਖ ਰਿਹਾ ਹੈ। ਸਾਕਸ਼ੀ, ਫਿਰ ਤੁਸੀਂ ਕੁਛ ਵੀ ਕਰੋ ਇਸ ਜਗਤ ਵਿੱਚ ਤੁਸੀਂ ਇੱਕ ਅਭਿਨੇਤਾ ਤੋਂ ਵੱਧ ਨਹੀਂ। ਹੁਣ ਇੱਕ ਨਵਾਂ ਬਣਿਆ ਅਭਿਨੇਤਾ ਮੇਰੇ ਕੋਲ ਆਇਆ ਸੀ। ਉਸਨੇ ਮੈਨੂੰ ਕਿਹਾ ਕਿ ਮੇਰੀ ਡਾਇਰੀ ਵਿੱਚ ਕੋਈ ਇੱਕ ਵਾਰ ਲਿਖ ਦਿਓ ਜੋ ਮੇਰੇ ਕੰਮ ਆ ਜਾਵੇ। ਮੈਂ ਨਵਾਂ ਆਇਆ ਹਾਂ ਅਭਿਨੈ ਦੀ ਦੁਨੀਆ ਵਿੱਚ। 2 ਫਿਲਮਾਂ 'ਚ ਕੰਮ ਕਰ ਰਿਹਾ ਹਾਂ ਪਰ ਅਜੇ ਮੇਰੀ ਕੋਈ ਸਮਝ ਨਹੀਂ ਹੈ। ਤੁਹਾਡੇ ਕੋਲ ਆਇਆ ਤਾਂ ਪਤਾ ਨਹੀਂ ਤੁਸੀਂ ਬੁਰਾ ਤਾਂ ਨਹੀਂ ਮੰਨੋਗੇ ਕਿਉਂਕਿ ਮੈਂ ਅਭਿਨੈ ਦਾ ਸੰਬੰਧ ਵਿੱਚ ਸਲਾਹ ਲੈਣ ਆਇਆ ਹਾਂ। ਮੈਂ ਕਿਹਾ ਬੁਰਾ ਮੰਨਣ ਦੀ ਜ਼ਰੂਰਤ ਨਹੀਂ। ਮੈਂ ਇਸ ਸੰਬੰਧ ਵਿੱਚ ਸਾਰਿਆਂ ਨੂੰ ਸਲਾਹਾਂ ਦੇ ਰਿਹਾ ਹਾਂ। ਮੈਂ ਉਸਦੀ ਡਾਇਰੀ ਵਿੱਚ ਇੱਕ ਵਾਕ ਲਿਖ ਦਿੱਤਾ। ਉਹ ਮੈਂ ਚਾਹਾਂਗਾ ਤੁਹਾਡੀ ਡਾਇਰੀ ਵਿੱਚ ਵੀ ਤੁਸੀਂ ਲਿਖ ਲਵੋ। ਮੈਂ ਉਸਦੀ ਡਾਇਰੀ ਵਿੱਚ ਲਿਖ ਦਿੱਤਾ, ਜੇ ਠੀਕ ਅਭਿਨੇਤਾ ਹੋਣਾ ਹੋਵੇ ਤਾਂ ਅਭਿਨੈ ਇਹੋ ਜਿਹਾ ਕਰਨਾ ਜਿਵੇਂ ਕਿ ਇਹ ਜ਼ਿੰਦਗੀ ਹੈ, ਅਤੇ ਜੇ ਠੀਕ ਜ਼ਿੰਦਗੀ ਪਾਉਣੀ ਹੋਵੇ ਤਾਂ ਜੀਣਾ ਇਸ ਤਰ੍ਹਾਂ ਜਿਵੇਂ ਕਿ ਇਹ ਅਭਿਨੈ ਹੈ। ਜੋ ਅਭਿਨੇਤਾ ਇਸ ਤਰ੍ਹਾਂ ਅਭਿਨੈ ਕਰ ਸਕੇ ਕਿ ਸਮਝ ਲਵੇ ਕਿ ਉਹ ਇਹ ਜ਼ਿੰਦਗੀ ਤਾਂ ਸਫਲ ਹੋ ਜਾਂਦਾ ਹੈ, ਅਤੇ ਜੇ ਕੋਈ ਜ਼ਿੰਦਗੀ ਵਿੱਚ ਇਸ ਤਰ੍ਹਾਂ ਜਿਉ ਸਕੇ ਕਿ ਇਹ ਅਭਿਨੈ ਹੈ ਤਾਂ ਜ਼ਿੰਦਗੀ ਦੇ ਰਹੱਸ ਵਿੱਚੋਂ ਸੱਚ ਨੂੰ ਪਾ ਦਿੱਤਾ ਜਾਂਦਾ ਹੈ। ਮੇਰੇ ਲਈ ਕੋਈ ਮਾਰਗ ਨਹੀਂ ਹੈ ਕਿਉਂਕਿ ਮੈਂ ਤੁਹਾਨੂੰ ਸਿਰਫ ਸੁਪਨੇ ਵਿੱਚ ਦੇਖਦਾ ਹਾਂ। ਤੁਸੀਂ ਕਿਤੇ ਭਟਕ ਨਹੀਂ ਗਏ ਹੋ, ਸਿਰਫ ਸੌਂ ਗਏ ਹੋ। ਇਸ ਲਈ ਇਹ 3 ਦਿਨਾਂ 'ਚ 3 ਮਾਰਗਾਂ ਨੂੰ ਤੋੜਨ ਦੀ ਕੋਸ਼ਿਸ਼ ਕਰਾਂਗਾ। ਜੇ ਤਿੰਨੇ ਟੁੱਟ ਜਾਣ ਤਾਂ ਤੁਸੀਂ ਬਿਨਾਂ ਮਾਰਗ ਦੇ ਹੀ ਹੋ ਜਾਓਗੇ, ਅਤੇ ਧੰਨ ਭਾਗੀ ਹਨ ਉਹ ਜਿਨ੍ਹਾਂ ਕੋਲ ਕੋਈ ਮਾਰਗ ਨਹੀਂ, ਕਿਉਂਕਿ ਤਦ ਉਹਨਾਂ ਨੂੰ ਜਾਣ ਦਾ ਉਪਾਅ ਨਹੀਂ ਰਿਹਾ। ਤਦ ਉਹ ਖੜਾ ਹੋ ਜਾਏਗਾ, ਕਰੇਗਾ ਕਿ ਰਸਤਾ ਨਹੀਂ ਹੈ। ਖੜਾ ਹੀ ਹੋਣਾ ਪਏਗਾ। ਜੋ ਖੜਾ ਹੋ ਜਾਂਦਾ ਹੈ ਉਸਨੂੰ ਉਹ ਦਿਖਾਈ ਪੈ ਜਾਂਦਾ ਹੈ ਕਿ ਜੋ ਸਦਾ ਤੇ ਮੌਜੂਦ ਹੈ। ਲੇਕਿਨ ਅਸੀਂ ਦੌੜ ਰਹੇ ਹਾਂ, ਅਸੀਂ ਭੱਜ ਰਹੇ ਹਾਂ, ਅਸੀਂ ਨਵੇਂ ਰਸਤੇ ਲੱਭ ਰਹੇ ਹਾਂ। ਅਸੀਂ ਉਸਨੂੰ ਦੇਖ ਨਹੀਂ ਪਾਉਂਦੇ ਜੋ 4 ਚੁਫੇਰੇ ਮੌਜੂਦ ਹੈ, ਕਿਉਂਕਿ ਉਸਨੂੰ ਦੇਖਣ ਲਈ ਛਿਣ ਭਰ ਨੂੰ ਤਾਂ ਘੱਟੋ ਘੱਟ ਖੜਾ ਹੋਣਾ ਜ਼ਰੂਰੀ ਹੈ। ਜੇ ਮਾਰਗ ਦੀ ਭਾਸ਼ਾ ਪੁੱਛਣਾ ਹੋਵੇ ਤਾਂ ਮੈਂ ਕਹਾਂਗਾ ਕਿ ਮਾਰਗਾਂ ਨੂੰ ਛੱਡ ਦੇਣਾ ਮਾਰਗ ਹੈ, ਦੌੜ ਬੰਦ ਕਰ ਦੇਣਾ ਮਾਰਗ ਹੈ, ਰੁਕ ਜਾਣਾ ਮਾਰਗ ਹੈ, ਠਹਿਰ ਜਾਣਾ ਮਾਰਗ ਹੈ। ਲੇਕਿਨ ਨਿਸ਼ਚਿਤ ਹੀ ਕੋਈ ਮਾਰਗ ਠਹਿਰਨ ਦੇ ਲਈ ਨਹੀਂ ਹੁੰਦਾ, ਮਾਰਗ ਚੱਲਣ ਦੇ ਲਈ ਹੁੰਦਾ ਹੈ। ਮਾਰਗ ਕਹਿੰਦਾ ਹੈ ਚਲੋ ਅਤੇ ਧਰਮ ਕਹਿੰਦਾ ਹੈ ਠਹਿਰੋ। ਇਸ ਲਈ ਧਰਮ ਦਾ ਕੋਈ ਮਾਰਗ ਨਹੀਂ ਹੁੰਦਾ। ਮਾਰਗ ਕਹਿੰਦਾ ਹੈ ਚਲੋ, ਮਾਰਗ ਕਹਿੰਦਾ ਹੈ ਦੌੜੋ, ਮਾਰਗ ਕਹਿੰਦਾ ਹੈ ਤੇਜ਼ੀ ਨਾਲ ਦੌੜੋ, ਮਾਰਗ ਕਹਿੰਦਾ ਹੈ ਦੂਜੇ ਮਾਰਗ ਤੇ ਨਾ ਚਲੇ ਜਾਣਾ, ਨਹੀਂ ਤਾਂ ਭਟਕ ਜਾਓਗੇ। ਇਹ ਮੇਰਾ ਮਾਰਗ ਠੀਕ ਹੈ। ਇਸ ਲਈ ਸਭ ਮਾਰਗੀ ਭਟਕਾਉਂਦੇ ਹਨ, ਸਾਰੇ ਪੰਥੀ ਭਟਕਾਉਂਦੇ ਹਨ। ਧਰਮ ਦਾ ਕੋਈ ਮਾਰਗ ਨਹੀਂ ਹੈ, ਕੋਈ ਪੰਥੀ ਨਹੀਂ ਹੈ। ਧਰਮ ਕਹਿੰਦਾ ਹੈ ਠਹਿਰੋ, ਧਰਮ ਕਹਿੰਦਾ ਹੈ ਰੁਕ ਜਾਓ, ਧਰਮ ਕਹਿੰਦਾ ਹੈ ਦੌੜੋ ਨਾ। ਲੇਕਿਨ ਦੌੜੋ ਨਾ ਦੇ ਲਈ ਕੋਈ ਵੀ ਮਾਰਗ ਨਹੀਂ ਹੁੰਦਾ। ਠਹਿਰਨ ਦੇ ਲਈ ਕੋਈ ਵੀ ਮਾਰਗ ਹੁੰਦਾ ਹੈ। ਰੁਕ ਜਾਣ ਦਾ ਕੋਈ ਮਾਰਗ ਹੁੰਦਾ ਹੈ। ਨਹੀਂ ਰੁਕ ਜਾਣ ਦਾ ਮਤਲਬ ਕੀ ਇਹ ਹੁੰਦਾ ਹੈ ਕੋਈ ਮਾਰਗ ਨਹੀਂ ਹੁੰਦਾ। ਅਤੇ ਜਦ ਤੁਹਾਨੂੰ ਪਤਾ ਲੱਗੇ ਕਿ ਕੋਈ ਮਾਰਗ ਨਹੀਂ ਹੈ ਤਦੇ ਤੁਸੀਂ ਰੁਕ ਸਕਦੇ ਹੋ।
ਨਹੀਂ ਤਾਂ ਤੁਸੀਂ ਦੌੜਦੇ ਹੀ ਰਹੋਗੇ। ਇੱਕ ਮਾਰਗ ਤੋਂ ਅੱਕ ਜਾਓਗੇ, ਦੂਜਾ ਮਾਰਗ ਪਕੜ ਲਵੋਗੇ। ਈਸਾਈ ਹਿੰਦੂ ਹੋ ਜਾਂਦਾ ਹੈ, ਹਿੰਦੂ ਈਸਾਈ ਹੋ ਜਾਂਦਾ ਹੈ, ਕੋਈ ਕੁਰਾਨ ਬਦਲ ਕੇ ਗੀਤਾ ਪਕੜ ਲੈਂਦਾ ਹੈ, ਗੀਤਾ ਬਦਲ ਕੇ ਕੁਰਾਨ ਪਕੜ ਲੈਂਦਾ ਹੈ, ਕੋਈ ਇਸ ਗੁਰੂ ਨੂੰ ਛੱਡ ਕੇ ਉਸ ਗੁਰੂ ਦੇ ਕੋਲ ਚਲਿਆ ਜਾਂਦਾ ਹੈ, ਇਸ ਗੁਰੂ ਤੋਂ ਉਸ ਗੁਰੂ ਦੇ ਕੋਲ ਚਲਿਆ ਜਾਂਦਾ ਹੈ। ਕਦ ਉਹ ਕਿਸ ਦਿਨ ਆਉਣਗੇ? ਉਹ ਕਦੋਂ ਆਏਗਾ ਦਿਨ ਜਦੋਂ ਤੁਸੀਂ ਕਹੋਗੇ ਕੋਈ ਗੁਰੂ ਨਹੀਂ ਹੈ, ਕੋਈ ਮਾਰਗ ਨਹੀਂ ਹੈ, ਕੋਈ ਸ਼ਾਸਤਰ ਨਹੀਂ ਹੈ। ਜਿਸ ਦਿਨ ਛਿਨ ਆ ਜਾਏਗਾ ਉਸ ਦਿਨ ਚੱਲਣ ਦਾ ਉਪਾਅ ਨਹੀਂ ਰਹੇਗਾ। ਤੁਸੀਂ ਖੜੇ ਹੋ ਜਾਓਗੇ। ਜਿਸ ਦਿਨ ਤੁਸੀਂ ਖੜੇ ਹੋ ਜਾਓਗੇ ਉਸੇ ਦਿਨ ਹੀ ਕ੍ਰਾਂਤੀ ਵਾਪਸ ਆ ਜਾਵੇਗੀ, ਜਿਸ ਦਾ ਨਾਮ ਧਰਮ ਹੈ। ਇਹਨਾਂ ਤਿੰਨਾਂ ਮਾਰਗਾਂ ਨੂੰ ਤੋੜਨ ਦੀ ਕੋਸ਼ਿਸ਼ ਕਰਾਂਗੇ। ਆਸ ਰੱਖਾਂਗੇ ਕਿ 4 ਦਿਨ ਪਿੱਛੋਂ ਜਦ ਮੈਂ ਜਾਵਾਂ ਤੁਹਾਡੇ ਕੋਲ ਕੋਈ ਮਾਰਗ ਨਾ ਹੋਵੇ, ਤੁਸੀਂ ਖੜੇ ਰਹਿ ਜਾਓ। ਧਿਆਨ ਰਹੇ ਕਿ ਪ੍ਰਮਾਤਮਾ ਤੁਹਾਨੂੰ ਬਹੁਤ ਖੋਜ ਰਿਹਾ ਹੈ, ਪਰ ਤੁਸੀਂ ਮਿਲਦੇ ਨਹੀਂ। ਤੁਸੀਂ ਇੰਨੇ ਭੱਜੇ ਰਹਿੰਦੇ ਹੋ ਕਿ ਜਦ ਤੱਕ ਉਹ ਪਹੁੰਚਦਾ ਹੈ ਤਦ ਤੱਕ ਤੁਸੀਂ ਅੱਗੇ ਨਿਕਲ ਜਾਂਦੇ ਹੋ। ਕਿੰਨਾ ਹੀ ਦੌੜੇ, ਤੁਸੀਂ ਉਸ ਤੋਂ ਤੇਜ਼ ਦੌੜ ਲਾਉਂਦੇ ਹੋ। ਤੁਸੀਂ ਅੱਗੇ ਨਿਕਲ ਜਾਂਦੇ ਹੋ। ਜਦ ਤੱਕ ਉਹ ਪਤਾ ਲਾ ਕੇ ਪਹੁੰਚਦਾ ਹੈ ਤਦ ਤੱਕ ਤੁਸੀਂ ਹੋਰ ਅੱਗੇ ਨਿਕਲ ਜਾਂਦੇ ਹੋ ਤੇ ਹੋਰ ਮਾਰਗ ਤੇ ਪੈ ਜਾਂਦੇ ਹੋ। ਆਦਮੀ ਨੇ ਭਗਵਾਨ ਨੂੰ ਨਹੀਂ ਖੋਜਣਾ ਹੈ, ਭਗਵਾਨ ਲਗਾਤਾਰ ਆਦਮੀ ਨੂੰ ਖੋਜ ਰਿਹਾ ਹੈ। ਪਰ ਆਦਮੀ ਘਰ 'ਚ ਮਿਲ ਜਾਵੇ ਤਾਂ ਘੱਟੋ ਘੱਟ ਉਹ ਜਦ ਵੀ ਆਉਂਦਾ ਹੈ ਦਰਵਾਜ਼ਾ ਖੜਕਾਉਂਦਾ ਹੈ, ਪਤਾ ਲੱਗਦਾ ਹੈ ਕਿਤੇ ਹੋਰ ਹੈ। ਜਦ ਤੱਕ ਉਹ ਪਹੁੰਚਦਾ ਹੈ ਤਦ ਤੱਕ ਪਤਾ ਲੱਗਦਾ ਹੈ ਕਿ ਉਹ ਕਿਤੇ ਹੋਰ ਚਲੇ ਗਏ। ਇਸ ਨਾਲ ਮੁਲਾਕਾਤ ਨਹੀਂ ਹੋ ਪਾਉਂਦੀ। ਇੱਕ ਛੋਟੀ ਜਿਹੀ ਕਹਾਣੀ ਅਤੇ ਇਹ ਗੱਲ ਮੈਂ ਪੂਰੀ ਕਰਾਂਗਾ। ਮੈਂ ਸੁਣਿਆ ਹੈ ਕਿ ਇੱਕ ਬਹੁਤ ਸ਼ੱਕੀ ਆਦਮੀ ਸੀ। ਉਂਝ ਤਾਂ ਸਾਰੇ ਹੀ ਸ਼ੱਕੀ ਹੁੰਦੇ ਨੇ, ਪਰ ਉਹ ਆਦਮੀ ਘਰ ਨੂੰ ਤਾਲਾ ਵੀ ਲਾਉਂਦਾ ਸੀ ਤਾਂ ਉਹ ਉਸਨੂੰ 4 ਵਾਰ ਹਿਲਾ ਕੇ ਮੁੜ ਕੇ ਦੇਖ ਜਾਂਦਾ ਸੀ। ਪਤਾ ਨਹੀਂ ਲਾਇਆ ਕਿ ਨਹੀਂ, ਕਿਤੇ ਭੁੱਲ ਨਾ ਹੋ ਗਈ ਹੋਵੇ। ਉਹ ਇੱਕ ਦਿਨ ਸਵੇਰੇ ਇੱਕ ਦੁਕਾਨ ਤੇ ਵਾਲ ਕਟਾਉਣ ਗਿਆ। ਨਾਈ ਤੇ ਉਸਦੇ ਵਾਲ ਕੱਟੇ ਤੇ ਉਸਨੇ ਰੁਪਈਆ ਦਿੱਤਾ। ਨਾਈ ਨੇ ਕਿਹਾ ਕਿ 8 ਆਨੇ ਹੋਏ ਨੇ, ਪਰ ਬਾਕੀ 8 ਆਨੇ ਅੱਜ ਮੇਰੇ ਕੋਲ ਨਹੀਂ ਹਨ, ਕੱਲ ਲੈ ਜਾਈਂ। ਉਸਨੇ ਸੋਚਿਆ ਪਤਾ ਨਹੀਂ ਇਹ ਆਦਮੀ ਕੱਲ ਬਦਲ ਜਾਵੇ, ਅਤੇ ਇੰਨੇ ਨੂੰ ਜ਼ੋਰਾਂ ਨਾਲ ਬਦਲਾਹਟ ਹੋ ਰਹੀ ਸੀ। ਦੁਨੀਆ ਵਿੱਚ ਕਿਸੇ ਦਾ ਕੋਈ ਭਰੋਸਾ ਨਹੀਂ, ਕੌਣ ਕਦ ਕਿੱਥੇ ਹੋਵੇ। ਅੱਜ ਨਾਈ ਹੈ, ਕੱਲ ਬ੍ਰਾਹਮਣ ਹੈ। ਅੱਜ ਇਹ ਦੁਕਾਨ ਕਰ ਰਿਹਾ ਹੈ, ਕੱਲ ਉਹ ਦੁਕਾਨ ਬਦਲ ਦੇਵੇ। ਕੁਛ ਪੱਕਾ ਹੈ ਹੀ ਨਹੀਂ। ਚੀਜ਼ਾਂ ਇੰਨੀ ਜ਼ੋਰ ਨਾਲ ਬਦਲ ਜਾਂਦੀਆਂ ਨੇ, ਕਿਸੇ ਦਾ ਕੋਈ ਟਿਕਾਣਾ ਨਹੀਂ। ਇੱਕ ਗੱਲ ਹੋਰ ਕਹਿੰਦੇ ਹਾਂ ਅਸੀਂ ਕਹਿੰਦੇ ਹਾਂ ਕਿ ਮੈਂ ਦਰਸ਼ਨ ਕਰਨੇ ਹਨ ਪ੍ਰਮਾਤਮਾ ਦੇ। ਮੈਂ ਤੇ ਦਰਸ਼ਨ ਕਰਾਂਗਾ, ਮੈਂ ਕਿਵੇਂ ਉਸਦੇ ਦਰਸ਼ਨ ਕਰਾਂਗਾ? ਮੈਂ ਹੀ ਤਾਂ ਝੂਠ ਹੈ। ਮੈਂ ਨਾ ਰਹਿ ਜਾਵਾਂ, ਉਸਦੇ ਦਰਸ਼ਨ ਹੋ ਜਾਣ। ਲੇਕਿਨ ਮੈਂ ਕਹਿੰਦਾ ਮੈਂ ਦਰਸ਼ਨ ਕਰਾਂਗਾ, ਮੈਂ ਮਿਲ ਕੇ ਰਹਾਂਗਾ, ਮੈਂ ਉਸ ਨੂੰ ਖੋਜ ਕੇ ਰਹਾਂਗਾ, ਅਤੇ ਮੈਂ ਇਸ ਸਭ ਖੋਜ ਤੋਂ ਮਿਲਣ ਦੇ ਦੌੜਨ ਵਿੱਚ ਮਜ਼ਬੂਤ ਹੁੰਦਾ ਤੁਰਿਆ ਜਾਂਦਾ ਅਤੇ ਰੁਕਾਵਟ ਬਣ ਜਾਂਦਾ ਹਾਂ। ਇੱਕ ਇੱਕ ਕਰਕੇ ਕੱਲ ਗਿਆਨ ਉੱਤੇ, ਫਿਰ ਕਰਮ ਉੱਤੇ, ਤਿੰਨਾਂ ਉੱਤੇ ਗੱਲ ਕਰਾਂਗੇ ਅਤੇ ਓਸ਼ੋ ਦੇ ਨਵੇਂ ਤੋਂ ਨਵੇਂ ਵਿਚਾਰ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ। ਮੇਰੀਆਂ ਗੱਲਾਂ ਨੂੰ ਇੰਨੀ ਸ਼ਾਂਤੀ ਅਤੇ ਪ੍ਰੇਮ ਨਾਲ ਸੁਣਿਆ, ਉਸ ਦਾ ਧੰਨਵਾਦੀ ਹਾਂ। ਅੰਤ ਸਭ ਦੇ ਅੰਦਰ ਬੈਠੇ ਪ੍ਰਮਾਤਮਾ ਨੂੰ ਪ੍ਰਣਾਮ ਕਰਦਾ ਹਾਂ। ਮੇਰਾ ਪ੍ਰਣਾਮ ਸਵੀਕਾਰ ਕਰਨਾ ਜੀ। ਸਤਿ ਸ਼੍ਰੀ ਅਕਾਲ।